ਨਾ ਮੈਂ ਬਬਲੂ ਉਹ ਮੈਂ ਨਾ ਪਤਾ ਨਹੀਂ ਮੈਂ ਉਹਦੇ ਚ ਸਨਾਤਨੀ ਜਿਹੜਾ ਗਰੁੱਪ ਹੈ ਉਹਦੇ ਵਿੱਚ ਵੀ ਪਾਇਆ ਸੀ ਕਿ ਆ ਇੱਕ ਟਵਿੱਟਰ ਤੇ ਉਹ ਹੈਗਾ ਉਹ ਵਿਜ਼ੂਅਲ ਹੈਗੀ ਆ ਹਰ ਚੌਥੇ ਪੰਜਵੇਂ ਦਿਨ ਉਹਨੂੰ ਰੀਟਵੀਟ ਮਾਰ ਦਿਆ ਕਰੋ ਦੈਟਸ ਇਟ ਕਿ ਲੋਕਾਂ 'ਚ ਉਹ ਸਰਕੂਲੇਟ ਹੁੰਦਾ ਰਹੇ। ਉਹ ਬਿਲਕੁਲ ਬਿਲਕੁਲ ਸਾਰੇ ਤੁਸ਼ਾਰ ਭਾਜੀ ਪੜ੍ਹ ਰਹੇ ਆ ਨਾ ਅਸੀਂ ਤੁਸ਼ਾਰ ਭਾਜੀ ਪੜ੍ਹ ਰਹੇ ਆ ਨਾ ਅਸੀਂ ਤੁਹਾਨੂੰ ਲਿੰਕ ਭੇਜਿਆ ਮੈਂ ਕਿੱਥੇ ਭੇਜਿਆ ਤੁਹਾਨੂੰ ਬੈਕ ਚੈਨਲ ਕਰਤਾ ਮੈਂ ਇਹਦੇ ਵਿੱਚ ਕਲੱਬ ਹਾਊਸ ਚ ਹਾਂਜੀ ਬੈਕ ਚੈਨਲ ਕਰਤਾ ਤੁਹਾਨੂੰ ਮੈਨੂੰ ਮਿਲਿਆ ਨਹੀਂ ਯਾਰ ਆਹ ਮੈਂ ਨਵਾਂ ਇਹਦੇ ਚ ਮੈਨੂੰ ਇੰਨਾ ਪਤਾ ਨਹੀਂ ਕਿੱਥਾ ਭਾਜੀ ਰਾਈਟ ਸਾਈਡ ਤੇ ਨਾ ਇੱਕ ਉਹ ਤੀਰ ਜਿਹਾ ਬਣਿਆ ਹੋਣਾ ਹਾਂਜੀ ਇਨਬਾਕਸ ਰਾਈਟ ਸਾਈਡ ਤੇ ਇੱਕ ਤੀਰ ਜਿਹਾ ਬਣਿਆ ਹੋਣਾ ਉਹਨੂੰ ਓਕੇ ਕਰੋ ਉੱਥੇ ਲਿਖਿਆ ਹੋਊਗਾ ਬਬਲੂ ਪਚੀਸੀਆ ਨਾਮ ਆ ਮੇਰਾ ਤੇ ਉਹਨੂੰ ਓਕੇ ਕਰੋ। ਆਇਆ ਨਹੀਂ ਹਲੇ ਬਬਲੂ ਪਚੀਸੀਆ ਭਾਜੀ ਤੁਸੀਂ ਲੱਗਦਾ ਮੈਨੂੰ ਫੋਲੋ ਨਹੀਂ ਕੀਤਾ ਹੋਇਆ ਜਿਹਦੇ ਕਰਕੇ ਤੁਹਾਡੀ ਰਿਕੁਐਸਟ ਵਿੱਚ ਚਲ ਗਿਆ ਰਿਕੁਐਸਟ ਚੇਂਜ ਕਰੋ ਰਿਕੁਐਸਟ ਆਓ ਤੇ ਰਿਕੁਐਸਟ ਓਕੇ ਕਰੋ। ਮੈਂ ਕਰ ਲਿਆ ਫੋਲੋ ਆ ਗਿਆ ਹੁਣ ਆ ਗਿਆ ਜੀ ਆ ਗਿਆ ਪੜੋ ਭਾਜੀ ਇਹਨੂੰ ਤੇ ਦਿਮਾਗ 'ਚ ਬਿਠਾਓ ਤੇ ਇਹਦੇ ਉੱਤੇ ਇੱਕ ਉਹ ਕਰ ਦਿਓ ਸੈਸ਼ਨ ਕਰ ਦਿਓ ਬੜਾ ਤਗੜਾ ਮੁੱਦਾ ਵਾ ਇਹ। ਆਪਣੇ ਦਵਿੰਦਰ ਸਿੰਘ ਜੀ ਆਏ ਜਾਨੂ ਦਵਿੰਦਰ ਜੀ ਆ ਜਾਓ ਉੱਪਰ ਕੁਛ ਪਾਓ ਚਾਨਣਾ ਜਿਹੜਾ ਇਹ ਚੱਲ ਰਿਹਾ ਕੰਮ। ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਪਰ ਕੀ ਹਾਲ ਚਾਲ ਦਵਿੰਦਰ ਜੀ? ਤੁਸੀਂ ਜੋ ਗੱਲ ਕਰਨੀ ਹੈ ਕਰ ਲਓ ਮੈਂ ਸੁਣ ਲੈਣਾ ਮੈਂ ਇੱਥੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਇਸ ਵਿੱਚ। ਅੱਛਾ ਚੰਨੇ ਬਾ ਉਹੀ ਆ ਵੀ ਇੱਕ ਤਾਂ ਸਾਨੂੰ ਇਹ ਦੱਸੋ ਵੀ ਇਹ ਮਲੇਸ਼ੀਆ ਵਾਂਗੂ ਕਿਉਂ ਕਰਨ ਲੱਗ ਪਏ ਜਿੱਦਾਂ ਕੱਲ ਤੁਸੀਂ ਹਰਪ੍ਰੀਤ ਸਿੰਘ ਦਾ ਬਿਆਨ ਦੇਖੋ ਕਸ਼ਮੀਰ 'ਚ ਜਾ ਕੇ ਕਹਿ ਰਿਹਾ ਵੀ ਇਹ ਸਾਡਾ ਮੁਸਲਮਾਨਾਂ ਨੂੰ ਕਹਿ ਰਿਹਾ ਵੀ ਸਾਡਾ ਤਾਂ ਧਰਮ ਮਿਲਦਾ ਹੈ ਬਹੁਤ ਅਸੀਂ ਤਾਂ ਕਲੋਜ਼ ਇੱਕ ਦੂਸਰੇ ਤੇ ਤੌਹੀਦ ਤੇ ਸਾਡਾ ਜਿਹੜਾ ਸ਼ਿਰਕ ਦਾ ਜਿਹੜਾ ਵਾ ਕਨਸੈਪਟ ਅਸੀਂ ਸਾਂਝਾ ਸ਼ੇਅਰ ਕਰਦੇ ਹਾਂ ਤੇ ਸਿਮਿਲੈਰਿਟੀਜ਼ ਬਹੁਤ ਆ ਤੇ ਤੁਸੀਂ ਪੀਸ ਨਾਲ ਰਹੋ ਵੀ ਜਾਣੀ ਕਿ ਸਾਡੇ ਤੇ ਤੁਹਾਡੇ ਸੰਬੰਧ ਬੜੇ ਨਜ਼ਦੀਕੀ ਆ ਪਰ ਗੁਰੂ ਸਾਹਿਬ ਦਾ ਨਹੀਂ ਇੱਦਾਂ ਗੁਰੂ ਸਾਹਿਬ ਦਾ ਤੁਰਕਾਂ ਨਾਲ ਹਮੇਸ਼ਾ ਜੇ ਤੁਸੀਂ ਪੜ੍ਹੋ ਤਾਂ ਉਹ ਤਾਂ ਜਾਣੀ ਕਿ ਸਾਰਾ ਇਤਿਹਾਸ ਹੀ ਤੁਰਕਾਂ ਦੇ ਖਿਲਾਫ ਆ ਹਨਾ ਤੇ ਚਾਹੇ ਤੁਸੀਂ ਆਪਣੇ ਦੂਸਰੇ ਪੜ੍ਹ ਲਓ ਜਿਹੜੀ ਰਹਿਤ ਮਰਿਆਦਾ ਵੀ ਆ ਸਾਰਾ ਕੁਛ ਵੀ ਆ ਬਟ ਇਹ ਵੀ ਕਿਸ ਤਰੀਕੇ ਨਾਲ ਮਲੇਸ਼ੀਆ ਵਾਲਾ ਰੂਪ ਕਿਉਂ ਧਾਰਨ ਕਰੀ ਜਾ ਰਿਹਾ ਜਿਹੜਾ ਸਿੱਕੀ ਦਾ ਰੂਪ ਆ। ਜਿਹੜਾ ਹਰਪ੍ਰੀਤ ਸਿੰਘ ਬਾਰੇ ਤਾਂ ਚਲੋ ਤੁਹਾਨੂੰ ਪਤਾ ਹੀ ਆਪਣੇ ਬਹੁਤੇ ਬੰਦਿਆਂ ਨੂੰ ਵੀ ਉਹ ਕੁਰਾਨ ਦੇ ਉੱਤੇ PhD ਕਰ ਰਿਹਾ ਉਹ ਬੰਦੇ ਨੂੰ ਜਥੇਦਾਰ ਇਹਨਾਂ ਨੇ ਲਾਇਆ ਕੁਛ ਸੋਚ ਸਮਝ ਕੇ ਉਹਨੇ ਕੀ ਪਤਾ ਕੋਈ ਅੰਦਰ ਖਾਤੇ ਪਤਾ ਨਹੀਂ ਪਲਾਨ ਨਹੀਂ ਚੱਲ ਰਹੀਆਂ ਹੋਣਗੀਆਂ। ਇਹ ਹਰਪ੍ਰੀਤ ਸਿੰਘ ਜਦੋਂ ਦਾ ਆਇਆ ਇਹ ਕਈ ਇਸ ਤਰ੍ਹਾਂ ਦੀ ਇਹਦੀ ਐਕਟੀਵਿਟੀ ਹੈਗੀ ਆ ਜਿਵੇਂ ਅਯੁੱਧਿਆ ਦੇ ਮਾਮਲੇ ਤੇ ਬੋਲਿਆ ਉਹ ਮਤਲਬ ਇੱਕ ਪਾਸੜੀਆ ਹੋ ਕੇ ਚੱਲ ਰਿਹਾ ਪਤਾ ਨਹੀਂ ਹੁਣ ਇਹ ਕੀ ਮੈਨੂੰ ਇਹਦੀ ਨੌਲੇਜ ਨਹੀਂ ਹੈਗੀ ਇਸ ਗੱਲ ਦੀ ਨਾ ਬਹੁਤੀ ਪਰ ਇੰਨੀਆਂ ਗੱਲਾਂ ਤੋਂ ਲੱਗ ਰਿਹਾ ਵੀ ਸ਼ਾਇਦ ਥੋੜ੍ਹਾ ਜਿਹਾ ਸ਼ੱਕ ਜਿਹਾ ਪੈ ਰਿਹਾ ਵੀ ਕੋਈ ਜਿੱਦਾਂ ਵੱਡੀ ਪਲੈਨਿੰਗ ਹੁੰਦੀ ਹੈ ਉਹ ਬੰਦੇ ਨੂੰ ਜਥੇਦਾਰ ਲਾਉਣਾ ਜਿਹੜਾ ਕੁਰਾਨ ਦੇ ਉੱਤੇ PhD ਕਰ ਰਿਹਾ ਫਿਰ ਉਹਦੀਆਂ ਐਕਟੀਵਿਟੀ ਉਹੀ ਉਹ ਉਸੇ ਦਿਸ਼ਾ ਦੇ ਵਿੱਚ ਲਗਾਤਾਰ ਕੰਟੀਨਿਊਸਲੀ ਚੱਲੀ ਜਾ ਰਿਹਾ ਬਈ ਬਾਕੀ ਤੁਸੀਂ ਕਰੋ ਗੱਲਬਾਤ ਮੈਂ ਸੁਣਦਾ। ਜੀ ਠੀਕ ਆ ਨੇ ਪਰ ਲਾਇਆ ਤਾਂ ਬਾਦਲਾਂ ਨੇ ਆ ਬਟ ਅੰਦਰ ਖਾਤੇ ਉਹ ਇਹ ਚੀਜ਼ ਸੋਚਣ ਵਾਲੀ ਆ ਨਾ ਵੀ ਤੁਸੀਂ ਸਿੱਖ ਹਿੰਦੂ ਧਰਮ ਤੋਂ ਦੂਰ ਹੋ ਰਹੇ ਹੋ ਜਿਹੜਾ ਕੋਈ ਇੰਨਾ ਕੋਈ ਹੈ ਵੀ ਨਹੀਂ ਸੀਗਾ ਬਜਾਏ ਕਿ ਉਹ ਹਿੰਦੂ ਜਿਹੜੇ ਸੀ ਉਹ ਬਾਹਾਂ ਖੋਲ ਕੇ ਸਵੀਕਾਰ ਕਰ ਰਹੇ ਸੀ ਸਿੱਖੀ ਵੀ ਪਹਿਲਾਂ ਉਹਨਾਂ ਨੇ ਸਵੀਕਾਰ ਕੀਤੀ ਜੇ ਦੇਖੀਏ ਬਟ ਇਹ ਮਲੇਸ਼ ਤਾਂ ਕਦੀ ਵੀ ਨਹੀਂ ਸਕੇ ਹੋਣਗੇ ਇਹਨਾਂ ਨਾਲ ਤਾਂ ਕੋਈ ਏਦਾਂ ਕੋਈ ਰੱਖਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ। ਚਲੋ ਠੀਕ ਆ ਜੀ ਬਾਕੀ ਜੇ ਤੁਸੀਂ ਕੁਛ ਆਹ ਜਿਹੜਾ ਬਾਕੀ ਭੈਣਾਂ ਵਾਲਾ ਜਿਹੜਾ ਮੁੱਦਾ ਇਹ ਵੀ ਨਹੀਂ ਕੰਮ ਹੋਣਾ ਚਾਹੀਦਾ ਦੇਖੋ ਨਾ ਪਵਿੱਤਰ ਰਿਸ਼ਤੇ ਹੁੰਦੇ ਆ ਤੇ ਕਿੰਨਾ ਇਹ ਵੀ ਉਹ ਵਿਆਹ ਕਰਾ ਕੇ ਤੁਸੀਂ ਜੇ ਬਾਸੀ ਦੇ ਰੇਡੀਓ ਤੇ ਸੁਣ ਲਓ ਹੱਲੇ ਤੱਕ ਘਟਨਾਵਾਂ ਏਦਾਂ ਦੀਆਂ ਚੱਲੀ ਜਾ ਰਹੀਆਂ ਤੇ ਉਹ ਵੀ ਨਹੀਂ ਕਰਨੇ ਚਾਹੀਦੇ। ਤੁਸੀਂ 50 ਸਾਲ ਦੇ ਅੰਕੜੇ ਕੱਢ ਲਓ ਜੇ ਪਿਛਲੀ ਅੱਧੀ ਸਦੀ ਦੇ ਅੰਕੜੇ ਦੇਖੀਏ ਤਾਂ ਜੇ ਸੰਸਾਰ ਭਰ ਚ ਦੇਖੀਏ ਵੀ ਕਿੰਨਾ ਲੋਕਾਂ ਨੂੰ ਮਾਰਿਆ ਤੇ ਸੀਰੀਆ ਦੇ ਦੇਖੋ ਜਿੰਨੇ ਹੈਗੇ ਨੇ ਸਭ ਤੋਂ ਵੱਧ ਜਿਹੜੇ ਰਿਫਿਊਜੀ ਨੇ ਉਹ ਮੁਸਲਮਾਨ ਨੇ ਸੰਸਾਰ ਭਰ ਦੇ ਵਿੱਚ ਜੇ 100 ਰਿਫਿਊਜੀ ਆ ਤੇ 100 ਰਿਫਿਊਜੀਆਂ ਦੇ ਵਿੱਚੋਂ 80 ਮੁਸਲਮਾਨ ਨੇ ਔਰ ਉਹ 80 ਜਿਹੜੇ ਮੁਸਲਮਾਨ ਨੇ ਉਹਨਾਂ ਦੇ ਵਿੱਚੋਂ 70 ਜਿਹੜੇ ਨੇ ਮੈਂ ਇਹ 80 ਵਾਲੀ ਗੱਲ ਤਾਂ ਮਤਲਬ ਕਿ ਮੈਂ ਇੱਧਰੋਂ ਕਿਤੇ ਸੁਣੀ ਆ ਮੈਂ ਅੰਦਾਜ਼ੇ ਨਾਲ ਕਹਿੰਦਾ ਵੀ 80 ਰਿਫਿਊਜੀਆਂ ਦੇ ਵਿੱਚੋਂ 70 ਰਿਫਿਊਜੀ ਮੁਸਲਮਾਨਾਂ ਨੂੰ ਰਿਫਿਊਜੀ ਬਣਾਇਆ ਨਾ ਕਿ ਕਿਸੇ ਹੋਰ ਧਰਮ ਦੇ ਨੇ 10 ਨੇ ਹੋਊਗਾ ਜਿਵੇਂ ਬਰਮਾ ਦੇ ਵਿੱਚ ਸੀਗਾ ਜਾਂ ਕਿਤੇ ਕੋਈ ਹੋਰ ਥੋੜਾ ਬਹੁਤ ਬਾਕੀ ਨਹੀਂ ਤਾਂ ਆਪੋ ਵਿੱਚ ਦੀਆਂ ਹੀ ਲੜਾਈਆਂ ਨੇ ਜਦੋਂ ਆਪੋ ਵਿੱਚ ਹੀ ਨੇ ਉਹਨਾਂ ਦੇ ਬਣਦੀ ਇਹ ਜੋ ਮਰਜ਼ੀ ਪਖੰਡ ਕਰੀ ਜਾਣ ਢੌਂ ਕਰੀ ਜਾਣ ਹਰਪ੍ਰੀਤ ਸਿੰਘ ਵਰਗੇ ਬੰਦੇ ਇਹ ਕਾਮਯਾਬ ਨਹੀਂ ਹੋ ਸਕਦੇ ਉਹ ਵਿਚਾਰਧਾਰਾ ਥੋੜਾ ਚੇਂਜ ਹੋ ਜੂ ਜਿਹੜੀਆਂ ਚੀਜ਼ਾਂ ਹਦੀਸਾਂ 'ਚ ਲਿਖੀਆਂ ਹੋਈਆਂ ਨੇ ਉਹਨੂੰ ਕਿਵੇਂ ਹਰਪ੍ਰੀਤ ਉਹਨਾਂ ਲਈ ਹਦੀਸਾਂ ਤੋਂ ਉੱਤੇ ਦੀ ਤਾਂ ਨਹੀਂ ਹੋ ਸਕਦਾ ਇਹ ਤਾਂ ਬਾਕੀ
ਹਰ ਰੋਜ਼ ਇੱਥੇ ਜੋ ਕੁਛ ਹੋ ਰਿਹਾ, ਇੱਥੇ ਹੁਣ ਪੰਜਾਬ ਦੇ ਵਿੱਚ ਵੀ ਜਿਹੜੀ ਹੈਗੀ ਆ ਜਿਹੜੀ ਕਹਿੰਦੇ ਆ ਆਪਣੇ ਲਵ ਜਿਹਾਦ ਦੀਆਂ ਕਈ ਘਟਨਾਵਾਂ ਹੋ ਰਹੀਆਂ ਨੇ, ਖੰਨੇ ਚ ਵੀ ਹੋਈ ਆ, ਮਲੇਰਕੋਟਲੇ ਚ ਹੋਈਆਂ। ਸੋ ਇਹ ਚੀਜ਼ਾਂ ਦਾ ਜ਼ਰੂਰ ਮਤਲਬ ਕਿ ਇਹਨਾਂ ਦਾ ਪਰਦਾਫਾਸ਼ ਆਪਣੇ ਆਪ ਹੀ ਹੋਈ ਜਾਂਦਾ ਹੁੰਦਾ ਸਮੇਂ ਸਮੇਂ ਤੇ। ਬਾਕੀ ਤੁਸੀਂ ਕਰੋ ਗੱਲਬਾਤ। ਚਲੋ ਜੀ ਜੀ, ਨਹੀਂ ਠੀਕ ਆ ਤੁਹਾਡੀ ਗੱਲ। ਉਹ ਤਾਂ ਤੁਸੀਂ ਕਹਿ ਲਓ ਵੀ ਕੁਛ ਬੰਦੇ ਤਾਂ ਸਮਝ ਰਹੇ ਆ ਵੀ ਅੰਦਰ ਦੇ ਵਿੱਚ ਕੀ ਹੈਗੀ ਗੱਲਬਾਤ, ਬਟ ਮੇਨ ਜਿੱਦਾਂ ਆਮ ਜਿਹੜੇ ਆ ਖਾਲਿਸਤਾਨੀ ਕਹਿ ਲਈਏ ਚਲੋ ਮਾਈਂਡਡ ਜਿਹੜੇ ਆ, ਜਾਂ ਉਹ ਪਤਾ ਨਹੀਂ ਬਗੈਰ ਗੱਲੋਂ ਹੀ ਉਹਨਾਂ ਦੇ ਐਵੇਂ ਉਹਨਾਂ ਨੂੰ ਜਾਣੀ ਕਿ ਖਿੱਚੀ ਜਾਂਦੇ ਮੁਸਲਮਾਨਾਂ ਨੂੰ, ਹਨਾ ਵੀ ਨਹੀਂ 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 ਬਹੁਤ ਵਧੀਆ ਆ, ਬਹੁਤ ਵਧੀਆ। ਈਵਨ ਕਿ ਉਹ ਜੇ ਕੋਈ ਜਿਹੜੇ ਸਰਹੰਦ 'ਚ ਵੀ ਪਿੱਛੇ ਜੇ ਮੈਂ ਵੀਡੀਓ ਦੇਖੀ, ਉਹਦੇ ਵਿੱਚ ਵੀ ਉਹ ਕਹੀ ਜਾਂਦੇ ਨਹੀਂ ਜੀ ਇਹ ਤਾਂ ਵੀ ਇਹ ਤਾਂ ਪਹਾੜੀ ਰਾਜਿਆਂ ਦੇ ਉੱਤੇ ਗੱਲ ਸਿੱਟੀ ਜਾਂਦੇ ਆ ਜੀ, ਇਹ ਸਾਡਾ ਤਾਂ ਜਾਣੀ ਕਿ ਮੁਗਲਾਂ ਨੂੰ ਬਰੀ ਕਰੀ ਜਾਂਦੇ ਆ। ਤੇ ਸਾਰੀ ਗੱਲ ਜਾਂ ਕੁਝ ਕਦੀ ਉਹ ਕੋਈ ਫੜ ਲਿਆ ਬੰਦਾ, ਉਹ ਹਿੰਦੂਆਂ ਦਾ ਜਾਣੀ ਕਿ ਕਹਿ ਲਓ ਸਾਰਾ ਨੈਰੇਟਿਵ ਜਿਹੜਾ ਆਪਣਾ ਉਹ ਹਿੰਦੂਆਂ ਦੇ ਝਲਕ ਕੇ ਆਉਂਦਾ। ਜੇ ਤੁਸੀਂ ਆਪਣੇ ਜਿਹੜੇ ਇਕੱਲੇ ਹਰਪ੍ਰੀਤ ਦੀ ਨਹੀਂ ਗੱਲ, ਜਿੰਨੇ ਵੀ ਕਥਾਵਾਚਕ ਨੇ ਉਹਨਾਂ ਦਾ ਦੇਖ ਲਓ, ਉਹ ਕੋਈ ਗੱਲ ਹੀ ਨਹੀਂ ਕਰਦਾ ਤੁਰਕਾਂ ਦੀ ਜਾਂ ਜੋ ਹੋਇਆ ਵੀ ਇਹ ਕਿੱਦਾਂ ਦੀ ਹੈਗੀ ਅਸਲ ਦੇ ਵਿੱਚ। ਉਹ ਜਿਹੜੀ ਮੇਨ ਆਈਡੀਓਲੋਜੀ ਆ ਜਿਹੜੀ ਜਿਹਦੇ ਤੋਂ ਸਾਨੂੰ ਤਾਂ ਖਤਰਾ ਹੈਗਾ ਹੀ, ਅਸੀਂ ਤਾਂ ਸਿੱਧੀ ਲਕੀਰ ਖਿੱਚ ਕੇ ਸਾਡਾ ਤਾਂ ਧਿਆਨ ਸਮਾਂ ਕਿ ਇਹ ਤੁਹਾਡੇ ਜਿਹੜੇ ਲੋਕ ਨੇ ਇਹਨਾਂ ਨੇ ਖਰਾਬ ਕੀਤਾ ਆ। ਅਸੀਂ ਤਾਂ ਉਹਨਾਂ ਵੱਲ ਲਕੀਰ ਖਿੱਚ ਕੇ ਲੜ ਰਹੇ ਸੀ ਵੀ ਸਾਨੂੰ ਮੁਸਲਮਾਨਾਂ ਦਾ ਸਾਨੂੰ ਬਹੁਤ ਵੱਡਾ ਖਤਰਾ ਆਉਣ ਵਾਲੇ ਸਮੇਂ 'ਚ। ਬਟ ਇਹ ਨਵੀਂ ਇੱਕ ਧਿਰ ਉੱਠ ਕੇ ਨਾਲ ਉਹਨਾਂ ਦਾ ਸਾਥ ਦੇਈ ਜਾਂਦੀ ਬਿਨਾਂ ਗੱਲੋਂ ਹੀ। ਹੁਣ ਸਾਨੂੰ ਸਾਡਾ ਧਿਆਨ ਇੱਧਰ ਵੀ ਲੱਗ ਰਿਹਾ ਅੱਧਾ ਸਮਾਂ ਕਿ ਅਸੀਂ ਸਾਡੇ ਪੰਜਾਬ ਵਾਲੇ ਜਿਹੜੇ ਬੰਦੇ ਸਾਰੇ ਉਹ ਸਾਨੂੰ ਇਹਨਾਂ ਬਾਰੇ ਵੀ ਸੋਚਣਾ ਪੈਂਦਾ। ਇਹ ਖਾਲਿਸਤਾਨੀ ਹੋ ਗਿਆ ਵੀ ਇਹ ਵੀ ਭਰਾਵਾ ਉੱਧਰ ਨੂੰ ਹੀ ਜਾ ਰਹੇ ਆ ਤੇ ਮਲੇਸ਼ੀਆ ਹੀ ਕਿਤੇ ਜਿਹੜਾ ਤਾਂ ਨਹੀਂ ਜੰਮਣ ਲੱਗ ਪਏ ਨਵੇਂ। ਜਿੱਦਾਂ ਗੁਰੂ ਸਾਹਿਬ ਨੇ ਕਿਹਾ ਵੀ ਸੀ ਵੀ ਇਹ ਭਾਈ ਵੀ ਉਹ ਜਦੋਂ ਕਬਰਾਂ 'ਚ ਦੇਣੇ ਸੀਗੇ ਤੇ ਪਰ ਉਹ ਕੁਝ ਸਿੰਘਾਂ ਨੇ ਉਹਨਾਂ ਨੂੰ ਜਾਲ ਦਿੱਤਾ। ਗੁਰੂ ਸਾਹਿਬ ਨੇ ਕਿਹਾ ਸੀ ਸ਼ਰਾਬ ਆ ਭਾਈ ਇਹ ਦੁਬਾਰਾ ਆਉਣਗੇ ਮਲੇਸ਼ ਹਨਾ ਜੰਮਣਗੇ। ਤਾਂ ਫਿਰ ਉਹ ਮੈਨੂੰ ਤਾਂ ਸਾਨੂੰ ਉਹ ਵੀ ਸ਼ੱਕ ਪੈਂਦੀ ਕਿਤੇ ਭਾਈ ਇਹ ਉਦਾਂ ਦੇ ਤਾਂ ਨਹੀਂ ਬੰਦੇ ਜੰਮਣ ਲੱਗ ਪਏ ਕਿਤੇ ਮਲੇਸ਼ੀਆ ਤਾਂ ਨਹੀਂ ਹੈਗੇ ਇਹ ਸਿੱਖੀ ਜਾ ਬੜੇ। ਨਹੀਂ, ਉਹ ਤਾਂ ਗੁਰੂ ਸਾਹਿਬ ਨੇ ਜਦ ਕਿਹਾ ਉਹ ਤਾਂ ਗੱਲ ਹੋਣੀ ਆ। ਇੱਕ ਜਗ੍ਹਾ ਨਹੀਂ, ਉਹਦੇ ਕਈ ਐਵੀਡੈਂਸ ਆਉਂਦੇ ਨੇ। ਬਾਕੀ ਜਿਹੜੀ ਹੁਣ ਗੁਰਬਾਣੀ ਆ ਨਾ, ਉੱਥੇ ਚ ਬੜਾ ਕੁਛ ਹੈਗਾ ਲਿਖਿਆ ਆ। ਉਹਦੇ ਚ ਕੀ ਕਰ ਸਕਦੇ ਨੇ, ਮੇਰੀ ਡੀਪੀ ਲਾਈ ਹੋਈ ਆ ਕੁਦਰਤੀ, ਆ ਸੁਣਾ ਦੋ ਪੜ੍ਹ ਕੇ ਇਹਨਾਂ ਨੂੰ ਸਰੋਤਿਆਂ ਨੂੰ। ਇਹ ਇਸ ਗੱਲ ਵੱਲ ਹਿੰਦੂ ਵੀ ਗੌਰ ਕਰਨ। ਹਿੰਦੂ ਵੀ ਆ ਦੇਖੋ ਨਾ, ਇੱਕੋ ਜਿਹੜਾ ਹੈਗਾ ਸ਼ਬਦ, ਇੱਕੋ ਸ਼ਬਦ ਦੇ ਵਿੱਚ ਰਾਮ ਕ੍ਰਿਸ਼ਨ ਗੁਰੂ ਨਾਨਕ ਦੇਵ ਜੀ, ਉਹ ਇੱਕੋ ਹੀ ਮਤਲਬ ਕਿ ਉਹਨਾਂ ਨੇ ਆਤਮਾ ਦੱਸੀ ਹੋਈ ਆ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਣਾ ਦੋ ਤੁਸੀਂ ਪੜ੍ਹ ਕੇ। ਇਹ ਇੱਥੇ ਕੀ ਕਰ ਲੈਣਗੇ ਜਦੋਂ ਇਹ ਸੁਣਾਏ ਜਾਣਗੇ? ਇਹ ਗੱਲ ਹਿੰਦੂਆਂ ਨੂੰ ਵੀ ਸੁਣਾਉਣ ਦੀ ਲੋੜ ਆ ਨਾ। ਹਿੰਦੂਆਂ ਚੋਂ ਵੀ ਬੜੇ ਨਿੰਦਕ ਸ਼ੁਰੂ ਹੋ ਗਏ ਆ ਜਿਹੜੇ ਗੁਰੂ ਸਾਹਿਬ ਦੀ ਨਿੰਦਿਆ ਕਰਨ ਲੱਗ ਗਏ ਆ। ਉਹ ਵੀ ਤਾਂ ਉਦਾਂ ही दोनों पास ताड़ी दोनों हाथों नहीं बजी जाती है। देवेंद्र जी, मुझे इसी बात पे सिर्फ एक क्वेश्चन करना था कि जो हिंदुओं की तरफ से आप कह रहे हो निंदक प्रिय बात आ रही, तो वो निंदक प्रिय की कोई एक दो एग्जांपल दोगे ताकि मतलब हम सुन लें कि वो क्या ऐसी बात कर रहे हैं? आशीष ਨੂੰ ਤੁਸੀਂ ਜਾਣਦੇ ਹੀ, ਆਸ਼ੀਸ਼ ਨੂੰ ਫੋਨ ਕਰਕੇ ਪੁੱਛ ਲਓ, ਬਥੇਰੀ ਨਿੰਦਿਆ ਕਰਦੇ ਆ। ਜਿੰਨੇ ਆਰੀਆ ਸਮਾਜੀ ਨੇ, ਦਿਆਨੰਦ ਸਰਸਵਤੀ ਦੇ ਚੇਲੇ, ਉਹ ਸਾਰੇ ਗੁਰੂ ਸਾਹਿਬ ਜਾਂ ਸਿੱਖ ਧਰਮ ਦੀ ਪੂਰੀ ਨਿੰਦਿਆ ਕਰਦੇ ਨੇ। ਡਾਇਰੈਕਟਲੀ ਜਿੰਨੀ ਕੁ ਹੁੰਦੀ ਆ ਠੀਕ ਆ, ਨਹੀਂ ਬਹੁਤੀ ਕਰਦੇ ਸਾਹਮਣੇ, ਪਰ ਇੰਡਾਇਰੈਕਟਲੀ ਜਾਂ ਘੁਮਾ ਕੇ ਸਾਰਾ ਕੁਛ ਹੀ ਕਰਦੇ ਆ ਨਿੰਦਿਆ। ਦੇਖ ਲਓ ਦੀਆਂ ਕਿਤਾਬਾਂ ਪੜ੍ਹ ਕੇ, ਦਿਆਨੰਦ ਸਰਸਵਤੀ ਦੀ ਕਿਤਾਬ ਪੜ੍ਹ ਕੇ ਦੇਖ ਲਓ ਕੀ ਉਹਦੇ ਚ ਸਾਰੇ ਹੋਰਾਂ ਦੇ ਬਥੇਰਿਆਂ ਨੇ ਕੀਤੀ ਹੋਈ ਆ ਨਿੰਦਿਆ। ਜਿਹੜਾ ਜਗਬਾਣੀ ਅਖਬਾਰ ਦਾ ਜਿਹੜਾ ਸੰਪਾਦਕ ਸੀਗਾ ਉਹ ਮਾਰਿਆ ਗਿਆ ਸੀ। ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਨੇ ਲਿਖਿਆ ਸੀ, ਉਹਨੂੰ ਇਸੇ ਕਰਕੇ ਕਤਲ ਕੀਤਾ ਗਿਆ ਸੀ। नहीं, आप निंदा क्वेश्चनेबिलिटी को बोल रहे हो कि अगर कोई सवाल पूछ रहा है वो निंदा होती है, या किसी की शब्दावली में मतलब गालियों का प्रयोग करना और हर एक चीज को पाखंड बोलना कि यार ये सिख पंथ पाखंड। मतलब मैं समझना चाह रहा हूँ कि निंदा किस वे में आप समझ रहे हो। मान लो मैं आपसे कोई क्वेश्चन पूछ रहा हूँ, क्वेश्चन में ये पूछ रहा हूँ कि यार एक ना मेरे बचपन से बात सुनी है कि जो मक्का में कहते हैं कि जो मदीना था वो ऐसे वहां से हट गया था, बट कोई लोग कहते हैं कि यार ये प्रूफ कैसे हो सकता है। मतलब मैं, ये मेरा सवाल नहीं है आपसे, मैं सिर्फ एक आपके आगे अपनी अंडरस्टैंडिंग के लिए पूछ रहा हूँ कि अगर कोई इस तरह का सवाल करता है, क्या ये भी निंदा की कैटेगरी में आता है या ये क्वेश्चनिंग एबिलिटी की कैटेगरी में आता है? निंदा जो है वो, निंदा की डेफिनेशन ये है कोई भी ऐसी आलोचना जो सच ना हो। जो सच है ऐसी आलोचना वो, जैसे गंगू ब्राह्मण, ये सारी चीजें आलोचनाएं। जो सच नहीं है
झूठ है और जिसमें आलोचना है, निषेधी है, वो उसको निंदा बोलते हैं। उसको निंदा बोलते हैं। ਅੱਛਾ ਮੇਰਾ ਮੈਂ ਰੌਣ ਜੀ ਇੱਕ ਸਵਾਲ ਭਾਈ ਸਾਹਿਬ ਏਦਾਂ ਦਾ ਇੱਕ ਸਿੱਖ ਵੌਇਸਿਸ ਕਰਕੇ ਪੇਜ ਹੈ ਯੂਕੇ ਤੋਂ ਸਿੰਘਣੀਆਂ ਨੇ ਦੁਮਾਲੇ ਵਾਲੀਆਂ ਉਹ ਕਹਿੰਦੀਆਂ ਸਿੱਖ ਨਫ਼ਰਤ ਮਤਲਬ ਕੁੜੀਆਂ ਨਾਲ ਹਰਾਸਮੈਂਟ ਹੁੰਦੀ ਆ ਬੁਲਿੰਗ ਹੁੰਦੀ ਆ ਔਰਤਾਂ ਨਾਲ ਸਿੱਖ ਮੂਵਮੈਂਟ ਚੱਲ ਰਹੀ ਹੈ ਇੱਕ ਸਿੱਖ ਵੌਇਸਿਸ ਸਿੱਖ ਮੀਟੂ ਵਾਲੀ ਉਹ ਵੀ ਹਿੰਦੂ ਨੇ ਨਹੀਂ ਹੁਣ ਉਹਦੇ ਬਾਰੇ ਦੇਖੋ ਮੈਨੂੰ ਕੋਈ ਨੌਲੇਜ ਨਹੀਂ ਹੈਗੀ। ਮੈਂ ਦੇਖੋ ਯੂਕੇ ਦੀ ਇੱਕ ਸੰਸਥਾ ਵੀਰ ਜੀ ਯੂਕੇ ਦੀ ਸੰਸਥਾ ਸਿੰਘਣੀਆਂ ਨੇ ਦੁਮਾਲੇ ਬੰਨਣ ਵਾਲੀਆਂ ਉਹਨਾਂ ਨੇ ਮੂਵਮੈਂਟ ਚਲਾਈ ਆ ਤੇ ਉਹ ਤਾਂ ਨਹੀਂ ਹਿੰਦੂ ਉਹ ਵੀ ਸਿੱਖਾਂ ਦੀ ਹੋ ਕੇ ਸਿੱਖਾਂ ਦੀਆਂ ਕੁੜੀਆਂ ਹੋ ਕੇ ਸਿੱਖਾਂ ਦੀ ਗੁਰਦੁਆਰਿਆਂ ਦੇ ਸਵਾਲ ਖੜੇ ਕਰੀ ਜਾ ਰਹੀਆਂ 2020 ਦੀ ਮੂਵਮੈਂਟ ਚੱਲ ਰਹੀ ਹੈ ਯੂਕੇ ਤੋਂ ਉਹਦੇ ਬਾਰੇ ਕੀ ਕਹੋਗੇ? ਜਿਹੜਾ ਕਾਲਾ ਅਫਗਾਨਾ ਕਾਲੇ ਅਫਗਾਨੇ ਤੋਂ ਸ਼ੁਰੂ ਵੱਡੇ ਪੱਧਰ ਦੇ ਉੱਤੇ ਹੋਇਆ ਹੋਇਆ ਕੰਮ ਬਹੁਤ ਵੱਡੀ ਧਿਰ ਆ ਜਿਹਨੇ ਮਿਸ਼ਨਰੀ ਨੇ ਸਾਰੇ ਇਹ ਕਰਦੇ ਨੇ। ਬਾਕੀ ਉਹਦੇ ਬਾਰੇ ਦੇਖੋ ਮੈਨੂੰ ਜਿਹੜੀ ਬਹੁਤੀ ਨੌਲੇਜ ਨਹੀਂ ਮੈਂ ਕੁਝ ਕੀ ਕਹਿ ਸਕਦਾ ਜਿਹੜੀ ਜਿਹਦੀ ਜਾਣਕਾਰੀ। ਦੇਖੋ ਤੁਸੀਂ ਇੱਕ ਪਾਰਟਿਕੂਲਰਲੀ ਸਾਰੇ ਨਾ ਇੱਕ ਬੰਦੇ ਨੂੰ ਟਾਰਗੇਟ ਕਰਦੇ ਹੋ ਕਿਉਂ ਕਰਦੇ ਹੋ ਕਿਉਂਕਿ ਅਗਲਾ ਤੁਸੀਂ ਜਿੰਦੀ ਨਿੰਦਿਆ ਕਰਦੇ ਅਗਲਾ ਜਵਾਬ ਦਿੰਦਾ ਇਹ ਗੱਲਾਂ ਬੰਦ ਕਰੋ ਪਾਰਟਿਕੂਲਰਲੀ ਇੱਕ ਬੰਦੇ ਦਾ ਨਾਮ ਛੱਡੋ ਸਾਡਾ ਵੀ ਨਾਮ ਲਓ ਅਸੀਂ ਕਰਾਂਗੇ ਜੇ ਤੁਸੀਂ ਝੂਠ ਬੋਲੋਗੇ ਏਦਾਂ ਨਹੀਂ ਗੱਲਾਂ ਚੱਲਣੀਆਂ ਤੁਸੀਂ ਸਾਨੂੰ ਸੁਣਾਓ ਅਸੀਂ ਬੋਲੀਏ ਨਾ ਉਹ ਪਾਰਟਿਕੂਲਰਲੀ ਇੱਕ ਬੰਦੇ ਨੂੰ ਹਮੇਸ਼ਾ ਟਾਰਗੇਟ ਕਰਦੇ ਹੋ ਤੁਸੀਂ ਜਿੰਨਾ ਤੁਹਾਡਾ ਗਰੁੱਪ ਹੈ ਟੋਨੀਵਾਲ ਦਾ ਗਰੁੱਪ ਹੈ ਸਾਰੇ ਟਾਰਗੇਟ ਕਰਦੇ ਹੋ ਬੰਦੇ ਨੂੰ ਕਿਹਨੂੰ ਟਾਰਗੇਟ ਕਰਦਾ ਪਿਆ ਹੂੰ ਕਸ਼ੀਸ਼ ਤੇ ਆਰਏ ਸਮਾਜ ਤੁਹਾਡੇ ਮੂੰਹ ਤੇ ਕਿਉਂ ਆਰਏ ਆਉਂਦਾ ਸਮਾਜ ਆਰਏ ਸਮਾਜ ਚਲੋ ਭਾਈ ਤੁਹਾਡੇ ਇੱਕ ਮਿੰਟ ਬੰਦ ਕਰ ਦਿਓ ਯਾਰ ਦਵਿੰਦਰ ਤੁਹਾਡੇ ਬੰਦੇ ਜਿਹੜੇ ਆਲੂ ਕਾਟ ਹੈ ਤੇਰਾ ਬੰਦਾ ਜਤਿੰਦਰ ਸਿੰਘ ਖਾਲਸਾ ਆ ਇੱਕ ਕੀ ਨਾਮ ਰਜਵਿੰਦਰ ਸਿੰਘ ਹੈ ਜੀ ਕਾਂਗਾ ਗਿੱਲ ਹੈ ਗੁਜਰਾਤ ਵੀ ਹੈ ਇੱਕ ਮਿੰਟ ਗੁਰਿਆਦ ਆ ਇਹਨਾਂ ਨੂੰ ਤੁਸੀਂ ਕਦੀ ਨਹੀਂ ਸਮਝਾਉਂਦੇ ਹੈਗੇ ਦਵਿੰਦਰ? ਸਾਡੀਆਂ ਤਾਂ ਅਸੀਂ ਤਾਂ ਗਾਲੋਂ ਗਾਲੀ ਹੋਏ ਆ 100 ਵਾਰੀ। ਨਹੀਂ ਗਾਲੋਂ ਗਾਲੀ ਹੋਏ ਹੋ ਪਰ ਤੁਸੀਂ ਇੱਕ ਚੀਜ਼ ਇੱਕ ਸਕਿੰਟ ਮੈਂ ਜਵਾਬ ਦਿੰਦਾ ਭਾਜੀ ਇੱਕ ਮਿੰਟ ਉਹਨੂੰ ਜਿਹੜੀ ਆਰਐਸ ਮਾਜੀਆ ਦੀ ਗੱਲ ਕਰਦੇ ਵੇ ਨਾ ਭਾਜੀ ਸਤਿਆਤ ਪ੍ਰਕਾਸ਼ ਮੈਂ ਵੀ ਪੜ੍ਹੀ ਆ ਭਾਜੀ ਠੀਕ ਆ ਮੈਂ ਮਤਲਬ ਆਰਐਸ ਮਾਜੀ ਨਹੀਂ ਆ ਨਾ ਮੈਂ ਉਹਨਾਂ ਨਾਲ ਕੋਈ ਮੇਰੀ ਉਹ ਲੈਣ ਦੇਣ ਆ ਬਟ ਮੈਨੂੰ ਦੱਸੋ ਭਾਜੀ ਕੀ ਨਿੰਦਿਆ ਕੀਤੀ ਗਈ ਆ ਉਹਦੇ ਵਿੱਚ ਮੈਂ ਸਤਿਆਤ ਪ੍ਰਕਾਸ਼ ਸਾਹਮਣੇ ਲੈ ਕੇ ਬੈਠਾ ਡੀਪੀ ਲਾਈ ਹੋਈ ਆ ਡੀਪੀ ਨੂੰ ਨਾ ਤਾਂ ਇਹ ਵਿਚਾਰਧਾਰਾ ਨੂੰ ਤੁਸੀਂ ਮੰਨਦੇ ਹੋ ਨਾ ਉਹ ਮੰਨਦੇ ਆ। ਨਹੀਂ ਤੁਸੀਂ ਮੜਿਆ ਤੇ ਵਿਚਾਰ ਦੱਸੋਗੇ ਕੀ ਜਾਣੀ ਕਿ ਇਹਦੇ ਵਿੱਚ ਸਾਰਾ ਕੀ ਕਿਹਾ ਮੈਂ ਕਿਹਾ ਭਾਜੀ ਤੁਸੀਂ ਮਾੜਾ ਜਿਹਾ ਸਤਿਆਤ ਪ੍ਰਕਾਸ਼ ਕੀ ਲਿਖਿਆ ਦੱਸੋ ਵਿਚਾਰਧਾਰਾ ਨਹੀਂ ਦੱਸੋ ਕੀ ਲਿਖਿਆ। ਅੱਛਾ ਦਵਿੰਦਰ ਜੀ ਆਰਏ ਸਮਾਜ ਨੇ ਹਿੰਦੂ ਧਰਮ ਬਾਰੇ ਜੋ ਲਿਖਿਆ ਅਸੀਂ ਉਹਨੂੰ ਹੈਂਡਲ ਕਰ ਲਾਂਗੇ ਤੁਸੀਂ ਆਪਣਾ ਜੋ ਆਏਗਾ ਉਹਨੂੰ ਅਲੱਗ ਰੱਖੋ। ਤੁਸੀਂ ਦੱਸੋ ਨਹੀਂ ਦੱਸੋ ਕੀ ਹੈ ਦੱਸੋ ਕੀ ਹੈ। ਆਲੂ ਕਾਰਡ ਦੀ ਗੱਲ ਕਰਦੇ ਸੀ ਹੁਣ ਕੱਲ ਦੀ ਪਰਸੋਂ ਦੀ ਗੱਲ ਐਤਵਾਰ ਦੀ ਪਰਸੋਂ ਨੂੰ ਐਤਵਾਰ ਨੂੰ ਇਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਸੀ ਕਿ ਰਾਮ ਨੂੰ ਕੁਛ ਏਦਾਂ ਖਾਲਿਸਤਾਨ ਦਾ ਵੀਜ਼ਾ ਨਹੀਂ ਮਿਲ ਸਕਦਾ ਬਣਾਇਆ ਸੀ ਇਹਨਾਂ ਨੇ ਵੀਜ਼ੇ ਵਾਲਾ ਰੂਮ ਬਣਾਇਆ ਸੀਗਾ ਉਹਦੇ ਚ ਪੂਰੇ ਆਰੀਆ ਸਮਾਜੀ ਆ ਕੇ ਆਰੀਆ ਸਮਾਜੀਆਂ ਨੇ ਪੂਰਾ ਮਜ਼ਾਕ ਉਡਾਇਆ ਰਾਮਚੰਦਰ ਜੀ ਦਾ ਔਰ ਮੈਂ ਇਹਨਾਂ ਨਾਲ ਲੱਗ ਗਿਆ ਆ। ਭਾਜੀ ਤੁਸੀਂ ਇੰਨੇ ਭੋਲੇ ਹੋ ਭਾਜੀ ਤੁਹਾਨੂੰ ਲੱਗਦਾ ਉਹ ਆਰਏ ਸਮਾਜੀ ਆ ਯਾਰ ਕੋਈ ਬਹੁਤ ਭੋਲੇ ਆ ਤੁਸੀਂ ਜਾਂ ਇਹ ਸਮਝਦਾ ਸਾਨੂੰ ਭੋਲੇ ਆ ਮੈਂ ਆਰੀਆ ਸਮਾਜੀਆਂ ਦੇ ਕੇਸ रविंद्र जी वो आर्य समाजी नहीं है ਆਰਐਸ ਮਾਜੀ ਸ਼੍ਰੀ ਰਾਮਚੰਦਰ ਜੀ ਦੀ ਬੇਇੱਜ਼ਤੀ ਕਦੀ ਵੀ ਨਹੀਂ ਕਰ ਸਕਦੇ इज्जत करते हैं ਉਹਨਾਂ ਨੂੰ ਔਰ ਆਪਣੀ ਮੰਜ਼ਿਲ वो सिर्फ फेक आईडीज हैं brother ਵੀਰ ਭਾਈ ਜਸਟ ਇੱਕ ਮਿੰਟ ਯਾਰ ਵੀਰ ਭਾਈ ਬਸ ਇੱਕ ਮਿੰਟ ਭਾਜੀ ਜਿਵੇਂ ਕਿ ਉਹ ਆ ਨਾ ਉਹ ਜਿਹੜੇ ਆਰਐਸ ਮਾਜੀ ਆ ਪੰਡਤ ਨੂੰ ਗੱਲ ਕਰਨ ਦੋ ਪੰਡਤ ਸਾਹਿਬ ਤੁਸੀਂ ਗੱਲ ਕਰੋ ਆਪਾਂ ਸ਼ੁਰੂ ਤੁਸੀਂ ਕੀਤੀ ਸੀ ਗੱਲ ਤੁਸੀਂ ਮੈਨੂੰ ਦੱਸੋ ਵੀ ਗਰੁੱਪ ਬਣਦਾ ਭਾਜੀ ਰਾਜਵਿੰਦਰ ਕਿਉਂ ਲੱਗ ਰਿਹਾ ਮੈਨੂੰ ਇਹ ਦਵਿੰਦਰ ਹਾਂਜੀ ਨਹੀਂ ਉਹ ਨਹੀਂ ਯਾਰ ਉਹ ਨਹੀਂ ਬਈ ਜੇ ਤਾਂ ਬੋਲਣ ਗੱਲ ਕਰਨੀ ਆ ਫਿਰ ਐਵੇਂ ਨਾ ਕਰੋ ਇੱਕ ਜਣਾ ਪੰਡਤ ਦਵਿੰਦਰ ਜੀ ਜੇ ਮੇਰੀ ਗੱਲ ਸੁਣੋ ਦਵਿੰਦਰ ਜੀ ਜੇ ਇੱਕ ਅੱਧਾ ਇਧਰੋਂ ਕੁਐਸਚਨ ਆ ਵੀ ਜਾਂਦਾ ਟੋਲਰੈਂਸ ਰੱਖੋ ਤੁਸੀਂ ਵੈਸੇ ਪੰਡਤ ਨਾਲ ਗੱਲ ਕਰ ਲਓ ਜੇ ਇੱਕ ਅੱਧਾ ਇਧਰੋਂ ਕੁਐਸਚਨ ਦੇਖੋ ਨਾ ਕੋਈ ਰੋਲਾ ਕਿਹੜਾ ਐਡੇ ਤੁਹਾਡੇ ਕੰਨ ਕੂਲੇ ਥੋੜੀ ਆ ਉਹ ਯਾਰ ਐਡੇ ਕੰਨ ਕੂਲੇ ਕਰਕੇ ਨਾ ਆਇਆ ਕਰੋਗੇ ਕਲੱਬ ਛੱਡ ਦੋ ਫੇ ਇੰਨੇ ਕੰਨ ਕੂਲੇ ਛੱਡ ਦੋ ਬੰਦੇ ਨੂੰ ਬੋਲਣੇ ਤਾਂ ਤੁਸੀਂ ਉਹ ਇੱਕ ਅੱਧਾ ਵਿੱਚ ਆ ਜਾਊਗਾ ਤਾਂ ਕੋਈ ਗੱਲ ਨਹੀਂ ਡਾਈਜੈਸਟ ਕਰ ਲਿਓ ਮੈਂ ਮਿਊਟ ਕਰਨ ਲੱਗਾ ਬਾਰੀ ਸੇ ਰਾਜ ਮੈਂ ਮਿਊਟ ਕਰਨ ਲੱਗਾ ਬਾਬਾ ਕਰ ਲਾ ਗੱਲ ਤੂੰ ਪੰਡਤ ਨਾਲ ਉਹ ਕਰ ਲਾ ਗੱਲ ਪੰਡਤ ਨਾਲ ਭਰਾਵਾ ਪੰਡਤ ਨੇ ਮੈਨੂੰ ਮੈਂ ਪੰਡਤ ਨੂੰ ਕਿਹਾ ਵੀ ਮੈਂ ਕਿਹਾ ਮੈਂ ਸੁਣਦਾ ਤੁਸੀਂ ਬੋਲੋ
ਪੰਡਤ ਨੇ ਮੈਨੂੰ 2-3 ਵਾਰੀ ਫੇਰ ਕੀਤਾ ਵੀ ਚੱਲ ਮੈਨੂੰ ਬੁਲਾ ਲਿਆ ਬਈ ਤੂੰ ਆ ਬੋਲ ਆ ਬੋਲ। ਹੁਣ ਪੰਡਤ ਨੂੰ ਤੁਸੀਂ ਚੁੱਪ ਕਰਾਤਾ, ਤੁਸੀਂ ਕਹਿੰਦੇ ਹੋ ਅਸੀਂ ਸਰਪੰਚ ਬਣਨਾ। ਤੁਸੀਂ ਪੰਡਤ ਨੂੰ ਬੋਲ ਲੈਣ ਦਿਓ, ਤੁਸੀਂ ਸਰਪੰਚ ਬਣੇ ਰਹੋ, ਕੋਈ ਚਲੋ पंडित जी पंडित जी एक मिनट पंडित जी एक मिनट पंडित जी सरदार के साथ बात करो। ਨਹੀਂ ਹੁਣ ਜਦੋਂ ਬੰਦਾ ਬੋਲ ਰਿਹਾ ਉਹਨੂੰ ਤੁਸੀਂ ਚੁੱਪ ਕਦੇ ਕਰਾਉਣੇ? ਉਹ ਮੇਰੇ ਨਾਲ ਗੱਲ ਕਰ ਰਿਹਾ, ਤੁਸੀਂ ਉਹਨੂੰ ਚੁੱਪ ਕਰਾ ਰਹੇ ਹੋ। ਉਹ ਕਰਨ ਲੱਗੇ ਚੁੱਪ ਕਰ ਜਾਓ ਤੁਸੀਂ। ਤੁਹਾਨੂੰ ਉਹ ਤੇ ਸ਼ੱਕ ਕਿਉਂ ਆ ਵੀ ਪੰਡਤ ਕਦ ਨਹੀਂ ਨਹੀਂ ਕਰਦਾ? ਸਾਨੂੰ ਸ਼ੱਕ ਜਿਹੜਾ ਤੂੰ ਪਾੜ ਦੀ ਕੋਸ਼ਿਸ਼ ਕਰਨੀ ਆ ਤਾਂ ਕਰ, ਜਿਹੜਾ ਤੂੰ ਪਾੜ ਪਾਣ ਦੀ ਕੋਸ਼ਿਸ਼ ਕਰ ਰਿਹਾ ਨਾ ਸਾਨੂੰ ਸਭ ਪਤਾ। ਯਾਰ ਕੋਈ ਨਾ ਕਰ ਲੈਣ ਦੋ ਗੱਲ, ਕਰ ਲੈਣ ਦੋ ਗੱਲ, ਉਹ ਚੁੱਪ ਕਰ ਜਾਓ। ਜੇ ਮੈਂ ਗੱਲ ਕੀਤੀ ਵੱਧ ਤੋਂ ਵੱਧ ਅਸੀਂ 5 ਜਾਂ 10 ਮਿੰਟ ਲਾ ਲਾਂਗੇ, ਹੋਰ ਅਸੀਂ ਕਿਹੜਾ ਇੱਥੇ 2 ਘੰਟੇ ਗੱਲ ਕਰਨਾ। ਲਾ ਲਓ ਚਲੋ ਗੱਲ ਤਾਂ ਹੋਈ ਤੇ ਤੁਸੀਂ ਇੱਕ ਪਰਟੀਕੂਲਰ ਬੰਦੇ ਨਾਲ ਲਿਆ। ਤੁਸੀਂ ਦੱਸੋ ਹੁਣ, ਮੈਂ ਤੁਹਾਨੂੰ ਕਿਹਾ ਸੀ ਵੀ ਆ ਡੀਪੀ ਆ, ਤੁਸੀਂ ਇਹ ਵਿਚਾਰ ਨੂੰ ਮੰਨਦੇ ਹੋ ਵੀ ਆ ਸੱਚ ਨੂੰ ਸੱਚ ਇਹਨੂੰ ਮੰਨਦੇ ਹੋ ਵੀ ਹਾਂ ਠੀਕ ਆ ਵਿਚਾਰਧਾਰਾ ਹੈਗੀ ਆ ਸਿੱਖੀ ਦੀ? ਮੈਂ ਤਾਂ ਹੀ ਕਿਹਾ ਮੈਂ ਡਰਾਈਵ ਕਰਦਾ, ਤੁਸੀਂ ਮਾੜੇ ਇਹਦੇ ਅਰਥ ਕਰ ਦੋ, ਮੈਂ ਨਹੀਂ ਤਾਂ ਮੈਂ ਅਰਥ ਕਰ ਲੈਣੇ ਸੀ ਪੜ੍ਹ ਕੇ। ਅਰਥ ਤਾਂ ਦੇਖੋ ਬੜਾ ਸਿੰਪਲ ਹੀ ਨੇ, ਮੈਂ ਪੜ੍ਹ ਕੇ ਸੁਣਾ ਦਿੰਦਾ। ਹਾਂਜੀ। ਕਿਉਂਕਿ ਕਈ ਬੰਦਿਆਂ ਨੇ ਹੋ ਸਕਦਾ ਪੜ੍ਹਿਆ ਹੋਵੇ, ਕਈਆਂ ਨੇ ਨਹੀਂ ਪੜ੍ਹਿਆ ਹੋਇਆ। 4 ਯੁੱਗ ਤਾਂ ਆਪਾਂ ਨੂੰ ਪਤਾ ਹੀ ਆ ਵੀ 4 ਯੁੱਗ ਨੇ ਤਾਂ ਲਗਭਗ ਸਾਰਿਆਂ ਨੇ ਸੁਣੇ ਹੋਣੇ ਨੇ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਵੈ ਭਗਤੈ ਜਾਂਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਪਰਮਾਇਓ। ਜੇ ਕਹੋ ਹੁਣ ਮੈਂ ਅਰਥ ਜੋ 2 ਮਿੰਟ ਕਹੋ ਕਰ ਦੇਣਾ, ਜੇ ਸਮਝ ਆਉਂਦੀ ਹੈ ਸਿੰਪਲ ਜਿੰਨੀ ਕੁ ਤਾਂ ਮੇਰੇ ਸਾਹਮਣੇ। ਨਹੀਂ ਥੋੜੀ ਆ ਗਈ ਆ, ਪਰ ਥੋੜਾ ਅਰਥ ਕਰ ਦੋ, ਬਹੁਤ ਜਣੇ ਹੋਣੇ ਜਿਨ੍ਹਾਂ ਨੂੰ ਨਹੀਂ ਆਈ ਤਾਂ ਵਧੀਆ ਹੋ ਜਾਊ। ਚਲੋ ਮੈਂ 2 ਮਿੰਟ ਸੰਖੇਪ ਜੇ ਕਰਦਾ, ਜ਼ਿਆਦਾ ਲੰਬੀ ਤਾਂ ਨਹੀਂ ਕਰਦਾ ਗੱਲ। ਇੱਥੇ ਇਹ ਭੱਟਾਂ ਦੇ ਸਵਈਏ ਨੇ, ਉਹ ਗੁਰੂ ਸਾਹਿਬ ਦੇ ਕੋਲੇ ਆਏ ਸੀ, ਗੁਰੂ ਸਾਹਿਬ ਦੀ ਪ੍ਰਸ਼ੰਸਾ ਦੇ ਵਿੱਚ ਉਹ ਗੱਲ ਕਰਦੇ ਨੇ। ਉਹ ਗੁਰੂ ਸਾਹਿਬ ਵੱਲੋਂ ਸੰਬੋਧਨ ਹੋ ਕੇ ਕਹਿ ਰਹੇ ਨੇ, ਕਹਿੰਦੇ ਸਤਿਯੁਗ ਤੈ ਮਾਣਿਓ ਛਲਿਓ ਬਲ ਪਾਵਨ ਭਾਇਓ। ਇੱਕ ਵਿਸ਼ਨੂੰ ਅਵਤਾਰ ਹੋਏ ਨੇ ਬਲ, ਉਹਨਾਂ ਨੇ ਬਾਵਨ ਰੂਪ ਕੀਆ ਤੁਧ ਕਰਤੇ। ਇੱਕ ਹੋਰ ਵੀ ਮਤਲਬ ਪੰਕਤੀ ਆਉਂਦੀ, ਹੋਰ ਵੀ ਕਈ ਜਗ੍ਹਾ ਦੇ ਉੱਤੇ ਆਉਂਦਾ ਵੀ ਬਲ ਰਾਜੇ ਦੀ ਤੇ ਬਾਵਨ ਅਵਤਾਰ ਦੀ ਪੰਡਤ ਦੇ ਰੂਪ ਦੇ ਵਿੱਚ ਉਹਨਾਂ ਨੇ ਛਲਿਆ ਸੀਗਾ। ਬਲ ਜਿਹੜਾ ਕਿ ਦੈਂਤਾਂ ਦਾ ਰਾਜਾ ਸੀ, ਉਹਦੀ ਕਹਾਣੀ ਦੀ ਗੱਲ ਕੀਤੀ ਹੈ ਪਹਿਲੀ ਪੰਕਤੀ 'ਚ ਵੀ ਸਤਿਯੁਗ ਦੇ ਵਿੱਚ ਵੀ ਤੁਸੀਂ ਹੀ ਸੀ ਜਦੋਂ ਤੁਸੀਂ ਬਾਵਨ ਰੂਪ ਧਾਰ ਕੇ ਬਲ ਰਾਜੇ ਦੇ ਨਾਲ ਜੋ ਵੀ ਉਹ ਕੌਤਕ ਖੇਡਿਆ ਗਿਆ। ਤ੍ਰੇਤੇ ਤੈ ਮਾਣਿਓ, ਤ੍ਰੇਤੇ ਯੁੱਗ ਦੇ ਵਿੱਚ ਵੀ ਤੁਸੀਂ ਅਸੀਂ ਰਾਮ ਰਘੁਵੰਸ਼। ਹੁਣ ਕਈ ਕਹੀ ਜਾਂਦੇ ਨੇ ਰਾਮ ਐ ਨਹੀਂ, ਇੱਥੇ ਸਿੱਧਾ ਪੂਰਾ ਕਲੀਅਰ ਕਿਹਾ ਹੋਇਆ ਰਘੁਵੰਸ਼। ਰਾਮ ਉਹਨਾਂ ਦੀ ਜਿਹੜੇ ਸੀਗੇ ਸ਼੍ਰੀ ਰਾਮ ਚੰਦਰ ਜੀ, ਉਹਨਾਂ ਦੀ ਰਘੁਵੰਸ਼ ਸੀਗੀ। ਰਘੁਵੰਸ਼ ਨਾਲ ਲਿਖਿਆ ਹੋਇਆ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਕ੍ਰਿਸ਼ਨ ਤੇ ਕੰਸ ਦੀ ਕਹਾਣੀ ਆ। ਉਗਰਸੈਨ ਜਿਹੜਾ ਸੀਗਾ, ਉਗਰਸੈਨ ਨੂੰ ਰਾਜ ਦਿੱਤਾ ਸੀ। ਉਗਰਸੈਨ ਕੋ ਰਾਜ ਅਭੈ ਭਗਤ ਹੈ ਜਾਂਦੀ। ਉਹ ਆਪਣੇ ਭਗਤਾਂ ਨੂੰ ਕ੍ਰਿਸ਼ਨ ਦੇ ਰੂਪ ਦੇ ਵਿੱਚ ਤੁਸੀਂ ਆ ਕੇ ਅਭੈ ਬੇਡਰ ਕੀਤਾ, ਉਹਨਾਂ ਨੂੰ ਪੂਰਾ ਰਾਜ ਦਿੱਤਾ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਖਾਇਓ। ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਔਰ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਤੁਸੀਂ ਕਲਯੁਗ ਦੇ ਵਿੱਚ ਆਏ ਹੋ। ਸ੍ਰੀ ਗੁਰੂ ਰਾਜ ਅਵਚਲ ਅਟਲ। ਇਹ ਜਿਹੜਾ ਰਾਜ ਆ ਇਹ ਅਵਚਲ ਆ, ਇਹ ਅਟਲ ਆ, ਜੁਗੋ ਜੁਗ ਅਟਲ ਰਹੂਗਾ। ਆਪਾਂ 4 ਯੁੱਗਾਂ ਦੀ ਕਹਾਣੀ ਲਿਖਤੀ ਵੀ ਜੁਗੋ ਕਲਯੁਗ ਤੋਂ ਪਿੱਛੋਂ ਫੇਰ ਸਤਿਯੁਗ ਆਉਣਾ ਹੁੰਦਾ। ਸੋ ਇਹ ਲਿਖਿਆ ਗਿਆ ਕਿ ਜਿਹੜਾ ਇਹ ਰਾਜ ਆ, ਜਿਹੜਾ ਕਿ ਬਾਵਨ ਰੂਪ ਕੰਸ ਆਪਣੇ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ, ਰਘੂਕੁਲ ਦੇ ਵਿੱਚ ਰਾਮਚੰਦਰ ਜੀ ਦੇ ਰੂਪ ਦੇ ਵਿੱਚ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਔਰ ਗੁਰੂ ਅਮਰਦਾਸ ਜੀ ਦੇ ਰੂਪ ਦੇ ਵਿੱਚ, ਇਹ ਜੁਗੋ ਜੁਗ ਛੋਟਾ ਹੀ ਰਾਜ ਚੱਲਦਾ। ਇਹ ਅਟਲ ਆ, ਇਹਨੂੰ ਕੋਈ ਹਿਲਾ ਨਹੀਂ ਸਕਦਾ। ਇਹ ਇਹਦੇ 'ਚ ਲਿਖਿਆ ਹੋਇਆ। ਸੋ ਇੱਕ ਹੀ ਜੋਤ ਆ ਭਾਵ ਇੱਥੇ। ਉਹ ਇੱਕ ਜੋਤ ਹੁਣ ਤੁਸੀਂ ਦੇਖ ਲਓ ਵੀ ਕਿਹੜੇ ਕਿਹੜੇ ਇੱਕ ਜੋਤ ਮੰਨਦੇ ਆ, ਕਿਹੜੇ ਕਿਹੜੇ ਨਹੀਂ ਮੰਨਦੇ। ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਜਿਹੜੇ ਇੱਕ ਜੋਤ ਮੰਨਦੇ ਆ ਸਾਰਿਆਂ ਨੂੰ, ਆਪਾਂ ਤਾਂ ਉਹ ਵਿਚਾਰਧਾਰਾ ਨਾਲ ਸਹਿਮਤ ਆ। ਜਿਹੜੇ ਨਹੀਂ ਮੰਨਦੇ, ਮੈਂ ਸਮਝਦਾ ਵੀ ਉਹ ਗੁਰਬਾਣੀ ਦੀ ਔਰ ਸੱਚਾਈ ਤੋਂ ਇੱਧਰ ਉੱਧਰ ਨੇ। ਚਲੋ ਕੋਈ ਗੱਲ ਨਹੀਂ, ਬਾਕੀ ਜਿੰਨੀ ਕਿਸੇ ਨੂੰ ਨੌਲੇਜ ਹੁੰਦੀ ਆ ਉਹ ਕਰ ਲੈਂਦਾ। ਇਹ ਜੇ ਸਾਰੀ ਗੁਰਬਾਣੀ ਭੱਟਾਂ ਦੇ ਸਵਈਏ ਤੁਸੀਂ ਪੜ੍ਹ ਕੇ ਦੇਖ ਲਓ, ਕੋਈ ਬੰਦਾ ਵੀ ਪੜ੍ਹ ਕੇ ਦੇਖ ਲਵੇ ਤੇ ਕਿੰਨਾ ਕੀ ਮਤਲਬ ਸਾਰਾ ਕੁਝ ਖੁੱਲ ਜਾਂਦਾ। ਜਿਹੜੇ ਮੈਂ ਸ਼ਬਦ ਇੱਥੇ ਕਹੇ ਤੇ ਕਈਆਂ ਨੇ ਗੁੱਸਾ ਕਰਨਾ, ਪਰ ਉਹ ਸੱਚਾਈ ਆ। ਸਾਰਾ ਇੱਕ ਹੀ ਜੋਤ ਆ ਇਹ।
ਆ ਸਾਫ਼ ਤੌਰ ਤੇ ਗੁਰਬਾਣੀ 'ਚ ਲਿਖਿਆ ਹੋਇਆ ਵੀ ਇੱਕ ਜੋਤ ਆ। ਬਹੁਤ ਵਧੀਆ ਦਵਿੰਦਰ ਭਾਜੀ, ਬਹੁਤ ਵਧੀਆ। ਜਿਹੜੀ ਤੁਸੀਂ ਇਹੀ ਤਾਂ ਗੱਲ ਆ ਨਾ, ਦੇਖੋ ਤੁਸੀਂ ਇਸ ਚੀਜ਼ ਨੂੰ ਸਮਝ ਰਹੇ ਆ। ਅੱਜ ਸਾਡਾ ਦੁਖਾਂਤ ਹੀ ਸਾਡਾ ਜਿਹੜਾ ਇਹਨਾਂ ਦੇ ਨਾਲ ਪ੍ਰੋਬਲਮ ਆ। ਹੁਣ ਤੁਹਾਡੇ ਤੋਂ ਪਹਿਲਾਂ ਇੱਕ ਹਰਦੀਪ ਆ ਕੇ ਗਿਆ, ਜਦੋਂ ਅਸੀਂ ਨਾ ਉਹਨੂੰ ਕਿਹਾ ਵੀ ਯਾਰ ਤੁਸੀਂ ਏਦਾਂ ਆਹ ਜਿਹੜੀ ਗੱਲ ਤੁਸੀਂ ਕੀਤੀ ਮਲੇਸ਼ੀਆ ਵਾਲੀ, ਉਹ ਕਹਿੰਦਾ ਹਾਂ ਮਲੇਸ਼ ਤਾਂ ਜੰਮ ਪਏ ਨੇ, ਬਟ ਉਹ ਸਨਾਤਨੀ ਜਿਹੜੇ ਨੇ ਸਿੱਖ ਨੇ। ਉਹ ਮੁਸਲਮਾਨਾਂ ਨੂੰ ਨਹੀਂ ਕਹਿ ਕੇ ਗਿਆ, ਉਹਨਾਂ ਨੂੰ ਕਹਿ ਗਿਆ ਵੀ ਜਾਣੀ ਕਿ ਜਿੱਦਾਂ ਤੁਸੀਂ ਨਹੀਂ ਹੈਗੇ ਵੀ ਮੰਨਦੇ ਪਏ ਹੋ ਵੀ ਭਗਵਾਨ ਰਾਮ ਦਾ, ਉਹ ਜਾਣੀ ਕਿ ਤੁਹਾਡੇ ਵਰਗੇ ਲੋਕ ਜਿੱਦਾਂ ਕਿਹੜਾ ਜਿਹੜੇ ਬਿਲਕੁਲ ਮੰਨਦੇ ਨੇ ਵੀ ਇਹ ਸਾਰਾ ਕੁਝ ਸਾਡਾ ਸੀਗਾ, ਇੱਕ ਸੀਗੀ ਹੈ ਨਾ ਪਿੱਛੋਂ ਚੱਲਿਆ ਆਉਂਦਾ। ਜਿੱਦਾਂ ਤੁਸੀਂ ਦੱਸਿਆ ਵੀ ਇਹ ਸਾਰੀ ਇੱਕ ਜੋਤ ਚੱਲੀ ਆਉਂਦੀ ਹੈ, ਰਾਮ ਭਗਵਾਨ ਵੀ ਉਹੀ ਸੀ। ਤੁਸੀਂ ਮੰਨਦੇ ਹੋ ਜਿਹੜੇ ਭਗਵਾਨ ਰਾਮ ਜੀ ਦਾ ਅਸਤਿਤਵ ਆ, ਸਾਡੇ ਕ੍ਰਿਸ਼ਨ ਭਗਵਾਨ ਜੀ ਦਾ ਜੋ ਵੀ ਹੋਇਆ, ਵਿਸ਼ਨੂੰ ਭਗਵਾਨ ਜੀ, ਉਹ ਦੇਖੋ ਫਿਰ ਪ੍ਰੋਬਲਮ। ਅਸੀਂ ਤਾਂ ਮੰਨਦੇ ਇਸ ਚੀਜ਼ ਨੂੰ, ਅਸੀਂ ਤਾਂ ਕਦੀ ਕਹਿੰਦੇ ਨਹੀਂ ਹੈਗੇ ਵੀ ਇਹ ਚੀਜ਼ ਗਲਤ ਆ। ਅਸੀਂ ਤਾਂ ਸਮਾਂ ਕਿ ਉਹਨਾਂ ਨੂੰ ਇਹੀ ਪ੍ਰੂਫ ਕਰਨ ਤੇ ਲੱਗੇ ਆ ਭਾਈ, ਉਹ ਜਿਹੜਾ ਰਾਮ ਲਿਖਿਆ ਵਾ ਜਾਂ ਗੋਬਿੰਦ ਲਿਖਿਆ ਵਾ, ਉਹ ਉਹਨਾਂ ਨੂੰ ਚਾਹੇ ਹਰੀ ਲਿਖਿਆ ਵਾ, ਉਹ ਉਹਨਾਂ ਨੂੰ ਹੀ ਰੈਫਰੈਂਸ ਮੰਨ ਕਹਿ ਕੇ ਲਿਖਿਆ ਗਿਆ। ਜਿਹੜੇ ਹੋਏ ਨੇ ਉਹ ਕਹੀ ਜਾਂਦੇ ਨਹੀਂ ਜੀ ਉਹ ਰਮਿਆ ਹੋਇਆ ਰਾਮ ਆ ਜਾਂ ਆਹ ਚੀਜ਼ ਆ। ਇਹੀ ਪ੍ਰੋਬਲਮ ਤਾਂ ਅਸੀਂ ਸੋਲਵ ਕਰਨ ਚ ਲੱਗੇ ਹੋਏ, ਉਹਨਾਂ ਨੂੰ ਸਮਝਾਉਣ ਚ ਲੱਗੇ ਹੋਏ। ਜਿਹੜਾ ਮੈਂ ਸ਼ਬਦ ਇੱਥੇ ਰੱਖਿਆ ਹੋਇਆ ਮੂਰੇ, ਇਹਦੇ ਚ ਤਾਂ ਰਘੂਵੰਸ਼ ਵੀ ਲਿਖਿਆ ਹੋਇਆ ਨਾ, ਉਹ ਰਾਮ ਨੂੰ ਰਵੇ ਹੋਏ ਨੂੰ ਜੋ ਲੋਕ ਕਹਿ ਦਿੰਦੇ ਆ। ਦੇਖੋ ਇੱਕ ਸ਼ਬਦ ਦੇ ਕਈ ਸ਼ਬਦ ਬਣ ਜਾਂਦੇ ਨੇ ਏਦਾਂ ਨਾ, ਉਹ ਕੋਈ ਅਲੌਕਿਕ ਗੱਲ ਨਹੀਂ, ਆਮ ਹੀ ਹੈ, ਬੜੀ ਕੁਦਰਤੀ ਗੱਲ ਆ। ਵੱਟ ਸ਼ਬਦ ਆ, ਵੱਟ ਵੀ ਕਈ ਰੱਸੀ ਨੂੰ ਵੱਟ, ਬੰਦੇ ਨੂੰ ਵੱਟ ਚੜ ਗਿਆ, ਜਾਂ ਕਈ ਜਗ੍ਹਾ ਦੇ ਉੱਤੇ ਏਦਾਂ ਹੁੰਦੇ ਨੇ, ਇਹ ਜੀ ਕੋਈ ਗੱਲ ਨਹੀਂ। ਮੰਨ ਲਓ ਉੱਧਰ ਵੀ ਆਉਂਦਾ ਸ਼ਬਦ, ਪਰ ਇੱਥੇ ਆਹ ਸ਼ਬਦ ਦੇ ਵਿੱਚ ਤਾਂ ਰਘੂਵੰਸ਼ ਕਲੀਅਰ ਲਿਖਿਆ ਹੋਇਆ। ਹੋਰ ਵੀ ਗੁਰਬਾਣੀ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਦਸ਼ਰਥ ਪੁੱਤਰ ਵੀ ਲਿਖਿਆ ਹੋਇਆ, ਜਿੱਦਾਂ ਦਸ਼ਰਥ ਪੁੱਤਰ ਰਾਮ, ਕਲੀਅਰਲੀ ਮਤਲਬ ਪਤਾ ਲੱਗਦਾ ਵੀ ਆਹ ਕਿਹੜੇ ਰਾਮ ਦੀ ਗੱਲ ਕਰਦੇ ਆ। ਰਮਿਆ ਹੋਇਆ ਸ਼ਬਦ ਵੀ ਹੋਊਗਾ, ਠੀਕ ਆ, ਉਹ ਵੀ ਹੈਗਾ, ਉਹ ਚ ਕੋਈ ਅਰਥਕਥਨੀ ਨਹੀਂ ਹੈਗੀ। ਪਰ ਗੱਲ ਇਹ ਆ ਜਿਹੜਾ ਮੈਂ ਡੀਪੀ ਲਾਈ ਸੀ, ਮੈਂ ਡੀਪੀ ਉਦਣ ਮੈਂ ਉਹਨਾਂ ਨਾਲ ਲੜਿਆ। ਮੈਂ ਕਿਹਾ ਵੀ ਮੈਂ ਕਿਹਾ ਤੁਸੀਂ ਇਹ ਨਿੰਦਿਆ ਬਹੁਤ ਗਲਤ ਕਰਦੇ ਹੋ। ਗੁਰਬਾਣੀ ਦੇ ਵਿੱਚ ਔਰ ਸਿੱਖ ਧਰਮ ਦੇ ਵਿੱਚ ਰਾਮਚੰਦਰ ਜੀਆਂ ਦੀ ਪੂਰੀ ਰਿਸਪੈਕਟ ਆ, ਸਤਿਕਾਰ ਆ, ਔਰ ਉਹਨਾਂ ਨੂੰ ਦਿਖਾਉਣ ਨੂੰ ਡੀਪੀ ਲਾਈ ਸੀ ਉਦਣ ਪਰਸੋਂ। ਮੁੜ ਕੇ ਚਲ ਮੇਰਾ ਵੀ ਧਿਆਨ ਇੱਧਰ ਕੁਦਰਤੀ ਅੱਜ ਵੀ ਉਹੀ ਗੱਲ ਲਗਭਗ ਘੁੰਮ ਘੁਮਾ ਕੇ ਆ ਗਈ। ਪਰ ਗੱਲ ਇਹ ਆ ਵੀ ਉਹ ਥੋੜੇ ਬੰਦੇ ਉੱਧਰ ਵੀ ਹੈਗੇ ਆ, ਥੋੜੇ ਬੰਦੇ ਇੱਧਰ ਵੀ ਆ, ਦੋਨੋਂ ਤਰ੍ਹਾਂ ਦੇ ਵਿੱਚ ਹੀ ਇਹ ਚੀਜ਼ ਤੋਂ ਦੋਨੋਂ ਹੀ ਸੱਚਾਈ ਤੋਂ ਇੱਕ ਮਿੰਟ ਰੋਡ ਦਵਿੰਦਰ ਭਾਜੀ, ਆਪਾਂ ਤੁਹਾਡੀ ਗੱਲ ਐਕਸੈਪਟ ਕਰ ਰਹੇ ਆ, ਪਰ ਆਹ ਗੱਲ ਤੁਹਾਡਾ ਡਿਸਐਗਰੀ ਕਰ ਰਿਹਾ ਕਿ ਇੱਧਰ ਵੀ ਆ। ਮੇਰੇ ਇੱਕ ਵੀ ਤੁਸੀਂ ਇੱਕ ਪ੍ਰੂਫ ਦੇ ਦਿਓ ਕਿ ਇੱਧਰਲੇ ਬੰਦਿਆਂ ਨੇ ਕਦੇ ਵੀ ਸ਼੍ਰੀ ਸਾਰੇ ਗੁਰੂਆਂ ਦੀ ਕਦੀ ਬੇਅਦਬੀ ਕੀਤੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਵੇ। ਸਾਡੀ ਇੱਕ ਲਕੀਰ ਖਿੱਚੀ ਹੋਵਾ, ਉਹ 83-84 ਵਾਲੀ ਹੈਗੀ, ਉਹ ਤੁਹਾਨੂੰ ਵੀ ਪਤਾ ਵਾ। ਉਤੋਂ ਤੁਸੀਂ ਜਿਹੜੀ ਪਿੱਛੇ ਹਿਸਟਰੀ ਆ ਗੁਰੂਆਂ ਵਾਲੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲੀ, ਆਪਾਂ ਉੱਥੇ ਅਸੀਂ ਕਦੀ ਵੀ ਇਹਨਾਂ ਵਿੱਚੋਂ ਕਿਸੇ ਨੇ ਬੇਅਦਬੀ ਨਹੀਂ ਕੀਤੀ। ਜੇ ਤੁਹਾਡੇ ਕੋਲ ਪ੍ਰੂਫ ਹੈਗਾ ਤੁਸੀਂ ਮੈਨੂੰ ਦੱਸ ਦਿਓ, ਨਹੀਂ ਤਾਂ ਤੁਹਾਨੂੰ ਮੈਂ ਪ੍ਰੂਫ ਭੇਜ ਦਿੰਦਾ। ਇੱਕ ਮਿੰਟ ਵੀਰ ਜੀ, ਮੈਂ ਤੁਸੀਂ ਬੋਲਿਓ, ਬਬਲੂ ਤੁਸੀਂ ਬੋਲਿਓ, ਹਾਂ ਤੁਸੀਂ ਬੋਲਿਓ ਦਵਿੰਦਰ ਭਾਜੀ, ਨਹੀਂ ਤਾਂ ਮੈਂ ਪ੍ਰੂਫ ਦੇ ਨਾ। ਉਹ ਸ਼੍ਰੀ ਰਾਮ ਭਗਵਾਨ ਬਾਰੇ ਕੀ ਬੋਲਦੇ ਆ, ਕ੍ਰਿਸ਼ਨ ਭਗਵਾਨ ਬਾਰੇ ਕੀ ਬੋਲਦੇ ਆ, ਮਹਾਦੇਵ ਬਾਰੇ ਕੀ ਬੋਲਦੇ ਆ। ਇਹ ਸਾਡੀ ਨਹੀਂ ਬੇਅਦਬੀ ਕਰ ਰਹੇ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਆ। ਪਹਿਲੀ ਗੱਲ ਤਾਂ ਇਹ ਆ। ਮੈਂ ਤਾਂ ਜਿਹੜਾ ਉਸ ਦਿਨ ਦੀ ਗੱਲ ਮੈਂ ਸੁਣਦਾ ਸੀ, ਮੈਂ ਸਾਰਾ ਨਹੀਂ ਸੁਣਿਆ, ਉਹਨਾਂ ਨੇ ਪਤਾ ਨਹੀਂ 10-12 ਘੰਟੇ ਰੂਮ ਚ ਲਾਇਆ। ਮੈਂ ਜਿੰਨਾ ਕੁ ਸੁਣਿਆ ਸੀ ਥੋੜਾ ਚਿਰ, ਅੱਧਾ ਘੰਟਾ, ਉਹਦੇ ਵਿੱਚ ਹਿੰਦੂ ਆਏ ਨੇ, ਹਿੰਦੀ ਬੋਲਦੇ ਸੀ, ਉਹ ਪੂਰੀ ਮਜ਼ਾਕ ਉਡਾਉਂਦੇ ਸੀ। ਮੈਂ ਅੱਜ ਵੀ ਕਿਸੇ ਬੰਦੇ ਨੂੰ ਭੇਜਿਆ ਸੀ, ਤੁਸੀਂ ਜਾਣਦੇ ਹੋ ਸ਼ਾਇਦ ਇੱਥੇ ਵੀ ਹੋਵੇ ਥੱਲੇ, ਮੈਂ ਅਮਿਤ ਕੀ ਨਾਮ ਉਹਦਾ ਲਾਲੀ ਨੂੰ ਭੇਜਿਆ। ਮੈਂ ਕਿਹਾ ਦੇਖ ਲੈ ਹਿੰਦੂ ਕਿੱਦਾਂ ਮਜ਼ਾਕ ਉਡਾਉਂਦੇ ਨੇ। ਹਿੰਦੂ ਉਹਨਾਂ ਦੇ ਨਾਲ ਕੁਛ ਹੋ ਕੇ ਇਕੱਠੇ, ਤੇ ਉਹ ਕਹਿਣ ਕਿ ਜਿਵੇਂ ਇਹਦਾ ਜੀ ਸਾਨੂੰ ਕਹਿੰਦੇ ਬਚਪਨ ਦੇ ਵਿੱਚੋਂ ਹੀ ਕਹਿਤਾ ਵੀ ਰਾਮ ਆਏ ਸੀ। ਹੁਣ ਕਹਿੰਦਾ ਜਿਹੜੇ ਗਾਹਾਂ ਬੱਚੇ ਹੋਣਗੇ ਉਹ ਕਹਿਣਗੇ ਸਪਾਈਡਰਮੈਨ ਆਏ ਸੀ। ਕਹਿੰਦਾ ਸਪਾਈਡਰਮੈਨ ਨੂੰ ਮੰਨਣਗੇ ਆਪਣਾ ਵੀ ਇਹ ਵੀ ਇੱਕ ਅਵਤਾਰ ਸੀ। ਸਾਡੇ ਗਾਹਾਂ ਵਾਲੇ ਬੱਚੇ ਏਦਾਂ ਸੀ ਮੰਨੀ ਜਾਂਦੇ, ਮਤਲਬ ਸਪਾਈਡਰਮੈਨ ਦਵਿੰਦਰ ਜੀ ਉਹ ਹਿੰਦੂ ਮੈਂ ਦਾਦਾ ਨਾ ਆਰਿਅਨ ਜੀ, ਮੈਂ ਦਾਦਾ ਦਵਿੰਦਰ ਜੀ ਉਹ ਹਿੰਦੂ ਨਹੀਂ ਆ। ਉਹ ਜਿਹੜੇ ਬੈਠੇ ਨਾ ਪਾਕਿਸਤਾਨ ਦੇ, ਜਿਹੜੇ ਦੱਲੇ ਬਣ ਕੇ ਬੈਠੇ ਆ, ਉਹ ਬੰਦੇ ਆ। ਨਹੀਂ ਵੀਰ ਜੀ ਦੇਖੋ ਵੀਰ ਜੀ, ਆਪਾਂ ਪਾਕਿਸਤਾਨ ਦੇਖੋ, ਆਪਾਂ ਨਾ ਹਰ ਗੱਲ ਤੋਂ ਨੱਠ ਨਹੀਂ ਸਕਦੇ। ਬਿਲਕੁਲ ਸਾਡੇ ਜਿਹੜੇ ਲੈਫਟਿਸਟ ਨੇ ਨਾ, ਉਹਨਾਂ ਦੀ ਸੋਚ ਅਸੀਂ ਤਾਂ ਕਹਿ ਰਹੇ ਹਾਂ। ਹੁਣ ਈਵਨ ਸਾਡੀ ਕਾਂਗਰਸ ਵਾਲੇ ਉਹ ਕਹੀ ਜਾਂਦੇ ਸੀ ਵੀ ਰਾਮ ਸੇਤੂ ਨਹੀਂ ਸੀਗਾ, ਅਸੀਂ ਉਹਨਾਂ ਨਾਲ ਤਾਂ ਸਾਡਾ ਹੈ ਹੀ ਆ। ਅਸੀਂ ਠੀਕ ਆ, ਗਲਤ ਲੈਫਟਿਸਟ ਜਿਹੜੇ ਆ ਉਹ ਸਾਰੇ ਇਦਾਂ ਦੇ ਕੰਮ ਕਰਦੇ ਆ। ਤਾਂ ਹੀ ਤਾਂ ਅਸੀਂ ਕਹਿੰਦੇ ਆ ਇਹ ਪੂਰਾ ਇੱਕ ਨੈਕਸਸ ਆ ਖਾਲਿਸਤਾਨੀਆਂ ਦਾ। ਇਹ ਜਿਹੜੇ ਲੈਫਟਿਸਟ ਤਾਂ ਹੀ ਮੈਂ ਕਿਹਾ ਪਾਕਿਸਤਾਨ ਦੇ ਦੱਲੇ ਗਿਆ, ਤਾਂ ਹੀ ਮੈਂ ਦੱਲੇ ਪਾਕਿਸਤਾਨ ਦੇ। ਹਾਂਜੀ ਠੀਕ ਆ, ਤੁਸੀਂ ਹਰ ਗੱਲ 'ਚ ਨਾ ਪਾਕਿਸਤਾਨ ਦੀ ਗੱਲ, ਆਪਣੇ ਇੰਡੀਆ ਦੇ ਵਿੱਚ ਉਦੋਂ ਵੱਧ ਪ੍ਰੋਬਲਮ ਹੈਗੀ। ਇੱਕ ਮਿੰਟ
ਪਤਾ ਕੀ ਗੱਲ ਹੈ ਦਵਿੰਦਰ ਭਾਈ, ਜਿਹੜੇ ਬਾਹਰ ਬੈਠੇ ਨੇ ਪੰਜਾਬ ਸਟੇਟ ਤੋਂ ਬਾਹਰ, ਦਵਿੰਦਰ ਭਾਈ ਇੱਕ ਮਿੰਟ, ਜਿਹੜੇ ਪੰਜਾਬ ਸਟੇਟ ਤੋਂ ਬਾਹਰ ਬੈਠੇ ਨੇ ਨਾ, ਹੁਣ ਯੂਪੀ ਤੋਂ ਹੋ ਗਿਆ ਜਾਂ ਦਿੱਲੀ ਤੋਂ ਹੋ ਗਿਆ, ਬਿਹਾਰ ਤੋਂ ਹੋ ਗਿਆ, ਮਹਾਰਾਸ਼ਟਰ ਤੋਂ ਹੋ ਗਏ, ਉਹ ਜਿਹੜੇ ਹਿੰਦੂ ਨੇ ਜਿਹੜੇ ਗਾਲਾਂ ਕੱਢ ਵੀ ਰਹੇ ਨਾ, ਤੇ ਮੈਂ ਤਾਂ ਉਹਨਾਂ ਨੂੰ ਵੀ ਜਾਇਜ਼ ਕਹੂੰਗਾ, ਪਰ ਦ ਰੀਜ਼ਨ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਬਈ ਪੰਜਾਬ 'ਚ ਐਗਜ਼ੈਕਟਲੀ ਹੋ ਕੀ ਰਿਹਾ। ਉਹਨਾਂ ਨੂੰ ਇਹ ਪਤਾ ਹੈ ਕਿ ਬਈ ਸਾਡੇ ਦੇਵੀ ਦੇਵਤਾ ਨੂੰ ਗਲਤ ਬੋਲਿਆ ਜਾ ਰਿਹਾ, ਤੇ ਉਹ ਉਹਦਾ ਜਿਹੜਾ ਆਫੈਂਸ ਸਿਸਟਮ ਜਿਹੜਾ ਉਹਨਾਂ ਦਾ ਹੈਗਾ, ਉਹਦੇ ਅਕੋਰਡਿੰਗ ਉਹ ਤਿਆਰ ਕਰ ਰਹੇ ਨੇ, ਉਹ ਇੱਟ ਦਾ ਜਵਾਬ ਪੱਥਰ ਨਾਲ ਦੇ ਰਹੇ ਨੇ। ਮੁੱਦਾ ਇਹ ਹੈ, ਮੈਂ ਤਾਂ ਪਾਕਿਸਤਾਨੀ ਵੀ ਨਹੀਂ ਕਹੂੰਗਾ, ਮੈਂ ਤਾਂ ਕਹੂੰਗਾ ਕਿ ਹੈਗੇ ਆਪਣੇ ਬੰਦੇ, ਬਟ ਇਹ ਸਾਨੂੰ ਦੇਖਣਾ ਪੈਣਾ ਭਾਜੀ। ਪਤਾ ਕੀ ਹੈ, 2 ਮਿੰਟ ਲੈ ਲਵਾਂ? ਹਾਂਜੀ ਲੈ ਲਿਓ, ਕੋਈ ਗੱਲ ਨਹੀਂ, ਬਸ ਥੋੜੀ ਜਿਹੀ ਗੱਲ ਕਹਿਣੀ। ਜਿਹੜਾ ਉਹ ਕਰ ਰਹੇ ਨੇ ਉਹ ਦੈਟ ਇਜ਼ ਇਨ ਰਿਸਪੌਂਸ ਟੂ ਵਾਟ ਜਿਹੜੇ ਆਪਣੇ ਆਹ ਖਾਲਿਸਤਾਨੀ ਬੈਠੇ, ਜਿਹੜੇ ਚਵਲ ਜਿਹੜੇ ਬੈਠੇ ਨੇ, ਇਹ ਜਿਹੜੇ ਗੱਲਾਂ ਕਰਦੇ ਨੇ, ਕੁਐਸਚਨ ਉਠਾਉਂਦੇ ਨੇ, ਉਹਦਾ ਰਿਸਪੌਂਸ ਆ ਉਹ। ਗੱਲ ਇਹ ਨਹੀਂ ਸਾਨੂੰ ਤੇ ਆਪਾਂ ਹਰ ਇੱਕ ਨੂੰ ਖਾਲਿਸਤਾਨ ਨੂੰ ਨਾ ਬਦਨਾਮ ਕਰੇ ਨੇ, ਜਿਸ ਤਰ੍ਹਾਂ ਆਪਾਂ ਹਰ ਇੱਕ ਗਲਤ ਪਾਕਿਸਤਾਨ ਨੂੰ ਨਾ ਕਰੀ, ਹਰ ਇੱਕ ਗਲਤ ਖਾਲਿਸਤਾਨ ਨੂੰ ਨਾ ਵੀ ਕਰੀ, ਉਹ ਸਿੱਖ ਹੀ ਨੇ। ਜਿਹੜਾ ਬੈਕ ਚੈਨਲ ਆਇਆ ਵਾ, ਕਹਿੰਦੇ ਕਿ ਦਵਿੰਦਰ ਭਾਜੀ ਮੇਰੇ ਬਾਰੇ ਗੱਲ ਕਰ ਰਹੇ ਸੀਗੇ, ਮੇਰੇ ਪਿੱਛੋਂ, ਮੈਂ ਇੱਥੇ ਸੀਗਾ नहीं। हाँ आफत भाजी, आप ना मतलब सिखों के गुरुओं पे कटाक्ष करते हो ऐसा कुछ, और आर्य समाज भी करता है। हाँ भाजी, एक्सप्लेन करोगे जी कि क्यों तुसी सोचते हैं ऐसा? मैं करता हूँ। कोई नहीं, इनको कहीं ਤੁਸੀਂ ਦੱਸੋਗੇ ਅੱਜ ਵੀ ਕਿਉਂ ਤੁਹਾਨੂੰ ਲੱਗਿਆ ਵੀ ਆਫਤ ਏਦਾਂ ਕਹਿੰਦਾ ਵਾ, ਜਾਂ ਤੁਸੀਂ ਆਸ਼ੀਸ਼ ਨਾਮ ਲਿਆ ਸੀ ਜਾਂ ਆਰੀਆ ਸਮਾਜ, ਵੀ ਥੋੜਾ ਐਕਸਪਲੇਨ ਕਰ ਦੂੰਗੇ? ਇੱਕ ਜਾਣਾ ਬੋਲੋ, ਇੱਕ ਜਾਣਾ ਗੱਲ ਕਰੋ, ਆਰਾਮ ਨਾਲ। ਇੰਨੀ ਕਾਹਲੀ ਕਾਹਲੀ ਪੈ ਜਾਂਦੀ ਹੈ। ਪਹਿਲਾਂ ਤੁਸੀਂ ਇੱਕ, ਮੈਂ ਚਲੋ ਇਹ ਆਸ਼ੀਸ਼ ਵਾਲੀ ਗੱਲ ਕਰਦੇ ਹਾਂ, ਕੋਈ ਨਹੀਂ, ਆਸ਼ੀਸ਼ ਵੀ ਇੱਥੇ ਆ, 2 ਮਿੰਟ ਇੱਕ ਚੀਜ਼ ਦਾ ਸੋਚ ਲਓ, ਮੈਨੂੰ ਬਾਅਦ 'ਚ ਜਵਾਬ ਦੇ ਦਿਓ। ਜਿਹੜਾ ਤੁਸੀਂ ਕਹਿੰਦੇ ਨਾ ਵੀ ਉਹ ਫਲਾਨਾ ਪਾਕਿਸਤਾਨ, ਜਿਹੜੀਆਂ ਭਾਰਤ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ, ਕਿਤੇ ਔਰੰਗਜ਼ੇਬ ਰੋਡ ਆ, ਕਿਤੇ ਹੋਰ ਆ, ਜਿਹੜੇ ਆਫਤ ਇਹ ਹਰ ਜਗ੍ਹਾ ਆਫਤ ਇਹ ਕਹਿੰਦਾ ਆ ਕਿ ਇਹ ਸ਼ੀਸ਼ ਠਾਕਰ ਨਾਮ ਦਾ ਬੰਦਾ ਆ ਜਿਹਨੇ ਗੰਦ ਪਾਇਆ ਆ। ਇਹ ਟੋਨੀਵਾਲ ਹੋਣਾ ਦੇ ਰੂਮਾਂ 'ਚ ਵੀ ਕਹਿੰਦਾ, ਬਾਕੀ ਜਗ੍ਹਾ ਵੀ ਕਹਿੰਦਾ, ਇਹ ਹਰ ਜਗ੍ਹਾ ਬੋਲਦਾ ਹੈ। ਮੈਂ ਪਤਾ ਕੀ ਆ, ਮੇਰੀ ਨਾਲ ਬਹਿਸ ਹੋ ਚੁੱਕੀ 2-3 ਵਾਰੀ, ਇਹ ਨਾ ਗੱਲਬਾਤ ਕੋਈ ਖਾਸੀ ਹੈਗੀ ਨਹੀਂ, ਬਸ ਜੀ ਆਰਏ ਸਮਾਜ ਬੜਾ ਮਾੜਾ ਆ, ਆਰਏ ਸਮਾਜ। ਮੈਂ ਪੁੱਛਿਆ ਵੀ, ਇਹ ਉੱਥੇ ਕਹਿੰਦਾ ਵੀ ਆਰਏ ਸਮਾਜ ਦੇ ਖਿਲਾਫ ਚੰਗਾ ਆ। ਔਰੰਗਜ਼ੇਬ ਕਹਿੰਦੇ ਰੋਜ਼ ਟੋਪੀਆਂ ਸਿਲ ਕੇ ਮੱਕਾ ਢੋਂਦਾ ਸੀਗਾ। ਔਰੰਗਜ਼ੇਬ ਬੜਾ ਦਇਆਨੰਦ ਮਾੜਾ ਆ। ਇਹ ਕਹਿੰਦਾ ਆਰਏ ਸਮਾਜ ਦੇ, ਇਹ ਉੱਥੇ ਸਲਾਹ ਦਿੰਦਾ ਪਿਆ ਸੀ ਆਰਏ ਸਮਾਜ ਦੇ ਖਿਲਾਫ, ਕਹਿੰਦਾ ਬਣਾਓ ਰੂਮ ਬਣਾਓ। ਹੁਣ ਸਾਨੂੰ ਵੀ ਆ ਕੇ ਕਹਿੰਦਾ ਸੀ ਆਰਏ ਸਮਾਜ ਭਗਵਾਨ ਰਾਮ ਬਾਰੇ ਵੀ ਗਲਤ ਬੋਲਦਾ ਹੈ, ਕਹਿੰਦਾ ਫੜ ਲਓ ਆਰਏ ਸਮਾਜੀ, फड़ लो, कहता उन्होंने। देवेंद्र भाजी आपने देवेंद्र भाजी आपने आर्य समाज के बारे में ऐसा बोला था कि रूम बनाओ उनके खिलाफ? हाँ बोला था, पूछ लो। ਬਿਲਕੁਲ ਸਭ। ਮੈਂ ਤੁਹਾਨੂੰ ਕਹੀ ਤਾਂ ਜਾਣਾ, ਮੇਰੀ ਡੀਪੀ ਲਾਈ ਹੋਈ ਹੈ ਨਾ, ਤਾਂ ਇਹ ਡੀਪੀ ਆ ਵਿਚਾਰਧਾਰਾ ਨੂੰ ਆਰੀਆ ਸਮਾਜ ਮੰਨਦਾ, ਤੇ ਨਾ ਉਹ ਖਾਲਿਸਤਾਨੀ ਮੰਨਦੇ ਨੇ ਦੋਨੋਂ। ਔਰ ਜਿਹੜੇ ਸਹੀ ਹਿੰਦੂ ਨੇ, ਸਹੀ ਸਿੱਖ ਨੇ, ਉਹ ਇਹ ਵਿਚਾਰਧਾਰਾ ਨੂੰ ਮੰਨਦੇ ਨੇ, ਜਿਹੜੀ ਮੈਂ ਪਹਿਲਾਂ ਤੁਹਾਨੂੰ ਵਿਆਖਿਆ ਕਰਕੇ ਦੱਸੀ ਆ। ਭਾਜੀ 2 ਮਿੰਟ ਲੈ ਲਵਾਂ, 2 ਮਿੰਟ ਲੈ ਲਵਾਂ ਬਸ। ਰੋਏ ਨਾਲ ਕੋਈ ਫਾਇਦਾ ਨਹੀਂ ਕਰਦਾ, ਟਾਈਮ ਵੇਸਟ। ਆਰਏ ਸਮਾਜ ਦੀ ਮਨੌਤ ਕੀ ਆ? ਮੈਨੂੰ ਆਰਏ ਸਮਾਜ ਦੀ ਮਨੌਤ ਦੱਸੋ ਪਹਿਲਾਂ, ਤੁਸੀਂ ਕੀ ਜਾਣਦੇ ਆ ਤੁਸੀਂ ਆਰੀਆ ਸਮਾਜ ਦੀ ਮਨੌਤ? ਜਿੰਨੀ ਕੁ ਮੈਨੂੰ ਸਮਝ ਆਈ ਆ, ਉਹ ਤਾਂ ਇਹ ਆ, ਉਹ ਇਹ ਮੰਨਦੇ ਆ ਵੀ ਹਿੰਦੂ ਧਰਮ ਵੀ ਮਾੜਾ, ਸਿੱਖ ਧਰਮ ਵੀ ਮਾੜਾ, ਸਾਰੇ ਧਰਮ ਮਾੜੇ, ਉਹ ਸਾਰੇ ਧਰਮਾਂ ਦੀ ਨਿੰਦਿਆ ਨਿਖੇਧੀ ਆ। ਬਸ ਜੀ ਬਸ। ਏਦਾਂ ਦਾ ਭਾਜੀ ਫਿਰ ਜਿਹੜੇ ਗੁਰੂ ਨਾਨਕ ਸਾਹਿਬ ਵੀ ਆਏ ਸੀ, ਉਹਨਾਂ ਨੇ ਵੀ ਨਿਖੇਧੀ ਕੀਤੀ ਆ ਹਿੰਦੂ ਧਰਮ ਦੀ, ਰੱਜ ਕੇ ਨਿਖੇਧੀ ਕੀਤੀ ਆ, ਬ੍ਰਾਹਮਣਾਂ ਦੀ ਨਿਖੇਧੀ ਕੀਤੀ ਆ। ਭਾਜੀ ਜਿਹੜੇ ਆਉਂਦੇ ਆ ਨਾ, ਜਿਹੜੇ ਕੋਈ ਪਾਕ ਸਾਫ ਰੂਹਾਂ ਹੁੰਦੀਆਂ ਆ, ਜਿਹੜੀ ਉਹਨਾਂ ਨੇ ਗੱਲ ਰੱਖਣੀ ਹੁੰਦੀ ਆ, ਹਰੇਕ ਨੇ ਆਪਣੇ ਤਰੀਕੇ ਨਾਲ ਰੱਖੀ ਆ, ਤੇ ਦੂਸਰਿਆਂ ਦਾ ਉਹਨਾਂ ਨੇ ਉਹ ਕੀਤਾ। ਆਰੀਆ ਸਮਾਜ ਦੀ ਗੱਲ ਕਰੀਏ ਆਪਾਂ, ਤੁਸੀਂ ਇਹ ਦੱਸੋ ਕਿਉਂ ਤੁਹਾਡੇ ਕਿਉਂ ਜਦੋਂ ਗੁਰੂ ਸਾਹਿਬ ਦੀ ਗੱਲ ਕਰਦੇ ਆ, एक मिनट, हाँ फ्रीडम नहीं क्यों ਮੰਨਦਾ ਆ। देखो देवेंद्र जी, आर्य समाज की हम तब बात करेंगे जब आप हमें पूरी फ्रीडम दोगे। हम जब सिख पंथ के बारे में भी ਮੰਨਦਾ, ਆਰੀਆ ਸਮਾਜ श्री कृष्ण जी ਨੂੰ ਅਵਤਾਰ ਮੰਨਦਾ, ਸਿੱਖ ਧਰਮ ਮੰਨਦਾ, ਮਹਾਂਪੁਰਖ ਮੰਨਦਾ ਵਾ, ਕਹਿੰਦਾ ਕਿ ਸਾਡੇ ਮਹਾਂਪੁਰਖ ਆ ਉਹ, ਤੇ ਸਾਡੇ ਈਸ਼ਵਰ ਤੁੱਲੇ ਹੈਗੇ ਆ, ਉਹ ਈਸ਼ਵਰ ਬਰਾਬਰ ਹੈਗੇ ਸਾਡੇ। ਪਰ ਅਵਤਾਰ ਹੈਗਾ, ਹੁਣ ਤੁਸੀਂ ਕਿਹਾ ਜੋ ਨਹੀਂ, ਮੈਂ ਕਿਹਾ ਮੈਂ ਪਹਿਲੇ ਕਿਹਾ ਨਹੀਂ, ਮੈਂ ਕਿਹਾ ਮਹਾਂਪੁਰਖ ਮੰਨਦੇ ਆ, ਈਸ਼ਵਰ ਤੁੱਲੇ ਮੰਨਦੇ ਉਹਨਾਂ ਨੂੰ ਅਸੀਂ। अब मेरा आंसर देवेंद्र जी को, क्या हमारे 10 गुरुओं ने राम जी का नाम जपा था?
एक जना श्री रामचंद्र जी, श्री रामचंद्र जी का नाम जपा था, उनका नाम जपा था। यस रॉन, सही क्वेश्चन पूछा। बताओ देवेंद्र जी। एक क्वेश्चन आपका हो गया, आफत का नहीं नहीं हाँ, एक करके बोलते। आपने क्वेश्चन पूछा, मैं सवाल पूछा ਇੱਥੇ ਪਤਾ ਕੀ ਆ, ਇੱਕ ਮਿੰਟ ਦਵਿੰਦਰ ਭਾਈ, ਇੱਕ ਕੱਲ ਨਾ ਨੀਰੇ ਭਾਈ ਜਦੋਂ ਆਏ ਸੀ, ਨੀਰੇ ਭਾਈ ਨੇ ਆਹੀ ਗੱਲ ਕਹੀ ਸੀ, ਆਹ ਲੋਕਾਂ ਦੀ ਪਤਾ ਕੀ ਮੈਂਟੈਲਿਟੀ ਆ, ਅਸੀਂ ਸਵਾਲ ਪੁੱਛਣੇ ਆ, ਸਾਨੂੰ ਕੋਈ ਕੁਛ ਨਾ ਕਵੇ, ਅਸੀਂ ਇਹਨਾਂ ਦੇ ਸਾਧੂ ਸੰਤਾਂ ਦੇ ਜਿੱਥੇ ਮਰਜ਼ੀ ਕੁਛ ਵੀ ਬੋਲ आशीष भाई आपने तो आंसर दे दिया, आपने दे दिया ना आंसर, आपने दिया ना, आपने दिया ना। अब मुझे देवेंद्र जी से चाहिए। देवेंद्र जी आपका जवाब आशीष ने दे दिया, मेरे जवाब का जवाब दे दो कि क्या हमारे 10 गुरुओं ने श्री रामचंद्र जी, कृष्ण भगवान का नाम गाया था, सारी उम्र उनकी भक्ति करी थी? टिक टिक 1, टिक टिक 2, टिक टिक 3। ਭਾਜੀ ਮੈਂ ਪੁੱਛ ਲਵਾਂ 2 ਮਿੰਟ ਰੌਨਵੀਰ ਦਵਿੰਦਰ ਭਾਜੀ ਜਿਹੜੀ ਚੀਜ਼ ਜਦੋਂ So why is he not answering Ashish? Why is he not answering? ਉਹ ਕਿਉਂਕਿ ਪਤਾ ਕੀ ਹੈ, ਜਿਹੜੀ ਸਾਡੇ ਆਉਂਦੇ ਆ ਨਾ ਪਾਕ ਸਾਫ ਕੋਈ ਵੀ ਦੇਖ ਲਓ, ਹੁਣ ਜਿੱਦਾਂ ਚਾਹੇ ਸ਼੍ਰੀ ਰਾਮ ਜੀ ਸੀਗੇ, ਸ਼੍ਰੀ ਕ੍ਰਿਸ਼ਨ ਜੀ ਸੀਗੇ, ਜਿਹੜੀ ਉਸ ਸਮੇਂ ਦੀਆਂ ਕੁਝ ਧਾਰਨਾਵਾਂ ਬਣੀਆਂ ਹੁੰਦੀਆਂ ਨਾ, ਉਹਨਾਂ ਦਾ ਖੰਡਨ ਕਰਦੇ ਆ ਆਪਣੇ ਤਰੀਕੇ ਨਾਲ। ਬੁੱਧ ਨੇ ਵੀ ਕੀਤਾ ਵਾ, ਜੈਨੀਆਂ ਨੇ ਵੀ ਕੀਤਾ ਵਾ, ਗੁਰੂ ਸਾਹਿਬ ਨੇ ਵੀ ਕੀਤਾ ਵਾ, ऋषि दयानंद ने ਕੀਤਾ ਵਾ, आप उसे खंडन कह लो या उनकी नई थ्योरी कह लो, उनके एक्सपीरियंसेस के हिसाब से। ਐਵੇਂ ਆਪਣੇ ਵੱਲੋਂ ਇਦਾਂ ਜੀ ਆर्य समाज ਦੀ चलो चेरी को ना बहुत देर से सवाल पूछना है। ਦਵਿੰਦਰ ਭਾਜੀ ਆर्य ਸਮਾਜੀਆਂ ਨੇ ਕਦੀ ਰਾਮਲੀਲਾ ਤੇ ਅਟੈਕ ਨਹੀਂ ਕੀਤਾ, ਉਹਨਾਂ ਨੇ ਕਦੀ ਰਾਮਲੀਲਾ ਦੇ ਪੁਤਲੇ ਨਹੀਂ ਫੂਕੇ ਰਾਮ ਜੀ ਦੇ, ਉਹ ਸਿੱਖਾਂ ਨੇ ਫੂਕੇ ਹੈਗੇ, ਜਿਹੜੇ ਖਾਲਿਸਤਾਨੀ ਆ, ਤੁਸੀਂ ਸਿੱਖ ਕਹਿ ਲੋ ਜਾਂ ਤੁਸੀਂ ਬਾਹਰ ਕਹਿ ਲੋ। मेरी गल सुन लियो। नहीं पाजी पहले मेरा जवाब दो, चेरी का बाद में देना, पहले मेरा जवाब बड़ी मुश्किल से आपने एक जना पर एक जना गल करो, एक जना गल करो। अच्छा रॉन न्यूज़ है नहीं, ये किसान जत्थेबंदियों ने कह दिया कि दशहरे वाले दिन हम मोदी और उसके पुतले नहीं साड़ेंगे। राज्यपाल वगैरह ने ये डिक्लेयर कर दिया। किसके पुतले नहीं साड़ेंगे? इन्होंने बोला था ना कि दशहरे वाले दिन मोदी जी और अमित शाह के पुतले साड़ने हैं, तो उसके लिए अब इन्होंने प्लान चेंज कर दिया। तो किसके साड़ेंगे? दशहरे वाले किसके साड़ेंगे? ये खुद के साड़ेंगे ये। ओके। ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਨੇ ਹੁਣ ਪਿੰਡਰਾਲਿਆਂ ਦੇ ਤੇ ਹੋਰ ਅੱਗੇ ਵਧਦੇ ਪਏ ਆ ਤੇ ਕਿੱਧਰ ਨੂੰ ਤੁਰ ਪਏ ਆ ਸਾਡੇ ਲੋਕਾਂ ਦਾ, ਉਸ ਕਰਕੇ ਉਹਨਾਂ ਨੇ ਉਹ ਕੀਤਾ ਹੈ ਕਿ ਜੇ ਸੋਚੋ ਨਾ ਚੰਗੇ ਹੋ ਗਏ ਜਾਂ ਕੁਛ ਚੌਕ ਕਿਤੇ ਚੰਗੇ ਨਹੀਂ ਹੋਏ, ਵੰਸ ਕੁੱਤਾ ਆਲਵੇਜ਼ ਅ ਕੁੱਤਾ, ਕੁੱਤੇ ਦਾ ਨਸਲ ਨਹੀਂ ਬਦਲਦੀ ਹੁੰਦੀ ਕਦੀ। ਇਹਦੇ ਨਾਲ ਸੀ ਸੌਰੀ ਖੋਤਾ ਕਹਿਣਾ ਸੀ ਮੈਂ, ਵੰਸ ਅ ਖੋਤਾ ਆਲਵੇਜ਼ ਅ ਖੋਤਾ, ਠੀਕ ਹੈ ਜੀ। ਉਹਨਾਂ ਨੂੰ ਪਤਾ ਹੈ ਕਿ ਅਸੀਂ ਅੱਗੇ ਵੱਧ ਗਏ ਹਾਂ, ਹੁਣ ਸਾਨੂੰ ਨਹੀਂ ਪਤਾ ਅਸੀਂ ਕਿੱਥੇ ਰੁਕਾਂਗੇ। ਅਸੀਂ ਹਰ ਰੋਜ਼ ਇੱਕ ਨਵਾਂ ਸਟੈਪ ਚੱਲਦੇ ਪਏ ਅੱਗੇ ਨੂੰ, ਜੇ ਨਹੀਂ ਹਟੂਗੇ ਅਸੀਂ ਵੀ ਬਹੁਤ ਅੱਗੇ ਵੱਧਦੇ ਪਏ ਹਾਂ ਤੇ ਅੱਗੇ ਹੋਰ ਵਧਾਂਗੇ ਵੀ। ਆਪਣਾ ਜਤਿੰਦਰ ਜੀ ਵੀ ਸੁਣ ਰਹੇ ਆ। पता क्या देवेंद्र जी, हम लोगों को ना यहाँ पे हर एक बार अपने सबको ना आइडेंटिटी प्रूव करनी पड़ती है कि हमारे गुरुओं प्रति कितनी ऑनेस्टी है। हम लोगों को ही क्यों करना पड़ता है? उनमें से कोई भी नहीं करता, बट हम लोग हर जगह जा जाके बोलते रहते हैं नहीं हम गुरुओं का मान करते हैं। आई एम नॉट लायबल टू यू एंड एनीवन देवेंद्र। ਆਪਾਂ ਗੱਲ ਕਰ ਸਕਦੇ ਹਾਂ, ਜਾਂ ਤਾਂ ਮੇਰੇ ਨਾਲ ਗੱਲ ਕਰੋ, ਤੁਸੀਂ ਦੋ ਇੱਕ ਹੀ ਬੰਦਾ ਗੱਲ ਕਰੋ, ਆਪਾਂ ਗੱਲ ਕਰਦੇ ਹਾਂ, ਵਿੱਚ ਬਿਲਕੁਲ ਡਿਸਟਰਬ ਨਾ ਕਰੇ ਹੋਰ। ਤੁਸੀਂ ਜਵਾਬ ਨਹੀਂ आता तो ये मतलब लेकिन ਮੇਰੀ ਰਿਕੁਐਸਟ ਆਫਤ ਤੇ ਦਵਿੰਦਰ ਤੁਸੀਂ ਗੱਲ ਕਰੋਗੇ, ਹੋਰ ਕੋਈ ਨਹੀਂ ਬੋਲ, ਜੇ ਕੋਈ ਬੋਲੂਗਾ ਮੈਂ ਥੱਲੇ ਸਿੱਟ ਦੂੰਗਾ, ਮੈਂ ਭਾਵੇਂ ਮੇਰਾ ਵੀਰ ਕੋਈ ਸਾਰੇ ਆਪਣੇ ਭਰਾ, ਕੋਈ ਗੁੱਸਾ ਨਹੀਂ ਕਰਦਾ। ਚਲੋ ਪਰ ਇਹ ਆ ਦਵਿੰਦਰ ਜੀ, ਜਿਹੜਾ ਸਵਾਲ ਤੁਹਾਨੂੰ ਪੁੱਛਿਆ ਗਿਆ ਤੁਸੀਂ ਵੀ ਜਵਾਬ ਨਹੀਂ ਦੇਣਾ। ਜਿੱਦਾਂ ਹੁਣ ਰੌਨ ਨੇ ਪੁੱਛਿਆ ਸੀ, ਤੁਸੀਂ 1 ਮਿੰਟ ਬੋਲੇ ਹੀ ਨਹੀਂ, ਏਦਾਂ ਨਹੀਂ ਫਿਰ ਕੰਮ ਚੱਲਣੀ। ਫਿਰ ਤੁਸੀਂ ਹਾਂ ਜਾਂ ਨਾ ਕੁਝ ਵੀ, ਚਾਹੇ ਕੋਈ ਨੈਗੇਟਿਵ ਦੇਣਾ ਜਵਾਬ ਤੁਹਾਨੂੰ ਦੇਣਾ ਪੈਣਾ, ਠੀਕ ਆ ਭਾਜੀ। ਤੁਸੀਂ ਹੁਣ ਆਫਤ ਤੇ ਤੁਸੀਂ ਵੀਰ ਗੱਲ ਕਰੋਗੇ ਦੋਨੇ ਜਣੇ, ਚਲੋ ਠੀਕ ਆ ਭਾਜੀ। ਮੈਂ ਹੁਣ ਮਾਈਕ ਆਫ ਕਰਨ ਲੱਗਾ। ਮੇਰਾ ਸਵਾਲ ਉਹ ਵੀ ਆਪਾਂ ਵਿੱਚ ਲੈ ਆਉਣਾ ਬਾਅਦ ਵਿੱਚ। ਨਹੀਂ ਕੋਈ ਨਹੀਂ, ਰੌਨ ਨੂੰ ਪਹਿਲਾਂ ਸਵਾਲ ਪੁੱਛ ਲੈਣ ਤਾਂ ਤੂੰ ਪੁੱਛ ਲੈ ਬਈ ਯਾਰ ਕੀ ਸਵਾਲ ਆ। ਚਲੋ ਪੁੱਛੋ ਰੌਨ ਜੀ, ਤੁਸੀਂ ਪੁੱਛ ਲਓ। मेरा बुलाया था आशीष भाई, वो मेरे सवाल के बाद देवेंद्र और आप बात कर लेना आपस में जो चर्चा हो रही थी, ठीक है। बस मेरा सवाल यही था कि जो देवेंद्र जी आपने
जो सवाल आशीष से पूछा था उसी के विपरीत मैंने ये पूछा था कि जैसे आपने पूछा था आर्य समाज जो है वो श्री रामचंद्र, कृष्ण भगवान या जितने भी हो देवी देवता उनको क्या कंसिडर करते हैं, तो आफत ने आर्य समाज के तहत वो अपना आंसर दे दिया। तो मेरा ही सवाल आपको ये है कि जो मेरे गुरु हैं, जो मेरा नानक है, जो मेरा गोविंद है, क्या उन्होंने भी श्री रामचंद्र जी, कृष्ण भगवान, शिव भगवान की आराधना ते भक्ति ते नाम जपिया सी अपना सारी उम्र? ਉਹ ਪੁੱਛ ਰਿਹਾ ਭਾਜੀ ਮੇਰਾ ਸਵਾਲ। ਨਹੀਂ ਉਹਨਾਂ ਨੇ ਨਹੀਂ ਜਪਿਆ। ਅੱਛਾ ਠੀਕ ਹੈ, ਤੇ ਯਾਨੀ ਫਿਰ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀਗੀ ਕਿ ਉਹਨਾਂ ਦੀ ਰੂਹ ਤੇ ਗੁਰੂ ਨਾਨਕ ਦੀ ਰੂਹ ਇੱਕੋ ਹੀ ਹੈ, ਅਕਾਲ ਪੁਰਖ ਹੈ, ਤੇ ਨਹੀਂ ਇਹ ਗੱਲ ਇੱਥੇ ਸਿੱਧ ਸਾਬਿਤ ਨਹੀਂ ਹੁੰਦੀ, ਰਾਈਟ ਭਾਜੀ? ਦੁਬਾਰਾ ਤੁਸੀਂ ਜਦੋਂ ਬਿਗਨਿੰਗ ਦੇ ਵਿੱਚ ਆਏ ਸੀ ਨਾ ਭਾਜੀ, ਤੁਸੀਂ ਇਹੀ ਕਹਿ ਰਹੇ ਸੀ ਨਾ ਕਿ ਜਿਹੜੇ ਸ਼੍ਰੀ ਰਾਮਚੰਦਰ ਨੇ ਉਹੀ ਜੋਤੀ ਜੋਤ ਗਾਂ ਚੱਲਦੇ ਚੱਲਦੇ ਗੁਰੂ ਨਾਨਕ ਦੇਵ ਜੀ ਦੇ ਅੰਦਰ ਆਈਏ ਤੇ ਇਸ ਥਿਊਰੀ ਤੇ ਸਿੱਖ ਇਤਿਹਾਸ ਖੜਾ ਹੈ, ਬਿਲਕੁਲ ਖੜਾ ਹੈ ਹਨਾ। ਬਟ ਜਦੋਂ ਉਹਨਾਂ ਨੇ ਨਾ ਹੀ ਨਹੀਂ ਜਪਿਆ ਉਸਦੀ ਜੋਤ ਦਾ, ਤੇ ਫਿਰ ਇਹ ਗੱਲ ਕੰਟਰਡਿਕਟ ਨਹੀਂ ਹੋ ਰਹੀ ਭਾਜੀ? ਨਹੀਂ ਮੇਰੇ ਤੋਂ ਆਨਸਰ ਲਿਓ ਹੁਣ, ਵਿੱਚ ਨਾ ਪਏ ਇੱਕ ਤਾਂ ਰੌਲਾ ਪੇ ਬੰਦੇ ਪਾਉਣ ਲੱਗ ਜਾਂਦੇ ਆ। ਮੈਨੂੰ ਤੁਸੀਂ ਦੱਸੋ ਸ਼੍ਰੀ ਰਾਮਚੰਦਰ ਜੀ ਦਾ ਕੋਈ ਸਬੂਤ ਤੁਸੀਂ ਰਮਾਇਣ ਚੋਂ ਦੱਸੋ ਵੀ ਉਹਨਾਂ ਨੇ 52 ਅਵਤਾਰ, ਉਦੋਂ ਪਹਿਲਾਂ ਸ਼੍ਰੀ ਰਾਮਚੰਦਰ ਜੀ ਆਏ ਤ੍ਰੇਤੇ ਯੁੱਗ ਚ, ਉਦੋਂ ਪਹਿਲਾਂ ਆਏ ਨੇ। ਇਹ ਜਿਹੜਾ ਤੁਸੀਂ ਸਬਜੈਕਟ ਛੇੜ ਲੈਂਦੇ ਹੋ ਇਹ ਤੁਹਾਡੇ ਘੱਟ ਜਾਣਾ, ਨਾ ਛੇੜੋ। ਮੈਂ ਕਈ ਵਾਰੀ ਅੱਗੇ ਵੀ ਕਹਿ ਚੁੱਕਿਆ। ਦਵਿੰਦਰ you are questioning Shri Ram now, you are questioning। ਆਪਣੀ ਵਾਰੀ ਦੇਖੋ, ਜਵਾਬ ਨਹੀਂ ਦੇ ਹੋਣਾ ਹੈਗਾ ਦਵਿੰਦਰ। ਆਨਸਰ ਲਓ ਯਾਰ, ਇਦਾਂ ਨਾ ਆਨਸਰ ਬੋਲੋ ਦਵਿੰਦਰ ਭਾਜੀ, ਬੋਲੋ ਕਰਕੇ ਯਾਰ, ਨਾ ਰੌਲਾ ਨਾ ਪਾਓ, ਰੌਲਾ ਨਾ ਪਾਓ। ਆਨਸਰ ਲਓ ਹੁਣ ਯਾਰ, ਤੁਸੀਂ ਰੌਲਾ ਕਦੇ ਪਾਉਣ ਲੱਗ ਜਾਂਦੇ ਹੋ। 2 ਮਿੰਟ ਯਾਰ ਮੈਂ ਕੁਝ ਬੋਲ ਲੂੰ ਕੀ ਹੋ ਜਾਊਗਾ? ਜਵਾਬ ਲੈ ਲਓ 2, ਪਰ ਵਿੱਚ ਏਦਾਂ ਮੈਂ ਤੁਹਾਨੂੰ ਬਾਰ-ਬਾਰ ਕਹੀ ਨਾ, ਏਦਾਂ ਰੌਲਾ ਨਾ ਪਾਓ। ਸ਼੍ਰੀ ਰਾਮਚੰਦਰ ਜੀਆਂ ਬਾਰੇ ਕਈ ਰਮਾਇਣ ਲਿਖੀ ਹੋਈ ਆ, ਤੁਸੀਂ ਉਹਦੇ ਚੋਂ ਦਿਖਾਓ ਵੀ ਸ਼੍ਰੀ ਰਾਮਚੰਦਰ ਜੀ ਜਦੋਂ ਆਏ ਸੀ ਤਾਂ ਉਹ 52 ਅਵਤਾਰ ਦੀ ਭਗਤੀ ਕਰਦੇ ਸੀ। ਜਾਂ ਸ਼੍ਰੀ ਕ੍ਰਿਸ਼ਨ ਜੀਆਂ ਬਾਰੇ ਮਹਾਭਾਰਤ ਲਿਖਿਆ ਹੋਇਆ 1 ਲੱਖ ਸ਼ਲੋਕ ਆ, ਸ਼ਾਇਦ 1 ਲੱਖ ਤੋਂ ਵੀ ਜ਼ਿਆਦਾ, ਉਹ ਚੋਂ ਦਿਖਾਓ ਵੀ ਉਹ ਸ਼੍ਰੀ ਰਾਮਚੰਦਰ ਜੀਆਂ ਦੀ ਭਗਤੀ ਕਰਦੇ ਸੀ। ਇਹ ਕੋਈ ਥੋੜੋ ਪੈਰਾਮੀਟਰ ਆ, ਤੁਸੀਂ ਕਰਦੇ ਹੋ, ਹਿੰਦੂ ਕਰਦੇ ਆ ਰਾਮਚੰਦਰ ਜੀਆਂ ਦੇ, ਪਰ ਉਹ ਅਵਤਾਰਾਂ ਦੀ ਇਹ ਥੋੜ੍ਹੀ ਸੀਗੀ ਥਿਊਰੀ ਕਿ ਜਿਹੜੀ ਗੀਤਾ ਹੈਗੀ ਆ, ਗੀਤਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਲਿਖੀ, ਗੀਤਾ ਦਾ ਉਚਾਰਨ ਕੀਤਾ, ਉਹਨਾਂ ਨੇ ਕੀ ਸ਼੍ਰੀ ਰਾਮਚੰਦਰ ਜੀਆਂ ਦੀ ਉਹਦੇ ਚ ਉਸਤਤ ਜਾਂ ਉਹਨਾਂ ਦੀ ਭਗਤੀ ਕੀਤੀ ਹੋਈ ਆ? ਦੇਖੋ ਤਾਂ ਇਹ ਤੁਸੀਂ ਆਪਣੀ ਥਿਊਰੀ ਘੜੀ ਜਾਂਦੇ ਹੋ। ਪਰ ਜਿਹੜੀ ਮੈਂ ਗੱਲ ਕਹਿਣਾ ਉਹ ਸੁਣ ਲਓ। ਸਿੱਖ ਧਰਮ, ਗੁਰੂ ਸਾਹਿਬ, ਅਸੀਂ ਮੇਰੇ ਵਰਗੇ ਬੰਦੇ, ਅਸੀਂ ਰਾਮਚੰਦਰ ਜੀਆਂ ਨੂੰ ਅਵਤਾਰ ਮੰਨਦੇ ਆ, ਵਿਸ਼ਨੂੰ ਦੇ ਅਵਤਾਰ ਮੰਨਦੇ ਆ। ਇਹੀ ਗੱਲ ਰਮਾਇਣ ਕਹਿੰਦੀ ਆ, ਇਹੀ ਗੱਲ ਮਹਾਭਾਰਤ ਕਹਿੰਦਾ, ਇਹੀ ਗੱਲ ਹਿੰਦੂਆਂ ਦੇ ਹੋਰ ਸ਼ਾਸਤਰ ਕਹਿੰਦੇ ਨੇ, ਇਹੀ ਗੱਲ ਗੁਰਬਾਣੀ ਕਹਿੰਦੀ ਆ ਕਿ ਉਹ ਅਵਤਾਰ ਸੀ, ਵਿਸ਼ਨੂੰ ਦੇ ਅਵਤਾਰ ਸੀ, ਦੁਨੀਆ ਦੇ ਵਿੱਚ ਪਾਪਾਂ ਦਾ ਵਿਨਾਸ਼, ਪਾਪੀਆਂ ਦਾ ਵਿਨਾਸ਼ ਕਰਨ, ਦੁਨੀਆ ਚੋਂ ਪਾਪ ਖਤਮ ਕਰਨ ਵਾਸਤੇ ਉਹ ਆਏ ਸੀ। ਇਹ ਗੱਲ ਗੁਰਬਾਣੀ ਮੰਨਦੀ ਆ, ਔਰ ਇਹ ਗੱਲ ਆਰੀਆ ਸਮਾਜੀ ਨਹੀਂ ਮੰਨਦੇ। ਇਹ ਮੈਂ ਤੁਹਾਨੂੰ ਕਹਿ ਦਿੰਦਾ, ਤੁਸੀਂ ਸਾਬਤ ਕਰੋ ਜੇ ਮੰਨਦੇ ਨੇ। ਨਹੀਂ ਮੈਂ ਸਾਬਤ ਕਰਦਾ ਆਰੀਆ ਸਮਾਜੀ ਨਹੀਂ ਮੰਨਦੇ। ਹਾਂਜੀ ਮੈਂ ਦਵਿੰਦਰ ਗੱਲ ਤੇ ਆਪ ਭਾਜੀ ਇੱਕ ਮਿੰਟ ਆਪ ਭਾਜੀ। ਦਵਿੰਦਰ ਭਾਜੀ ਮੈਂ ਇੱਕ ਛੋਟੀ ਗੱਲ ਕਰਨਾ ਚਾਹੁੰਦਾ। ਇੱਕ ਮਿੰਟ ਮੇਰਾ ਵੀਰ, ਨਹੀਂ ਯਾਰ ਤੁਸੀਂ ਪਹਿਲਾਂ ਤੁਸੀਂ ਪੱਥਰ ਸਾਹਿਬ ਚੁੱਪ ਰਹੋ ਆਪ ਤਾਂ। ਹਾਂਜੀ ਵੀਰ ਮੇਰਾ, ਤੁਸੀਂ ਗੱਲ ਕਰੋ ਭਾਜੀ। ਹਾਂਜੀ ਪਹਿਲੇ ਤਾਂ ਭਾਈ ਦੀਆਂ ਦੋਵੇਂ ਗੱਲਾਂ ਕੰਟਰਾਡਿਕਟ ਕਰ ਰਹੀਆਂ ਆ ਆਪਸ 'ਚ ਹੀ। ਇੱਕ ਪਾਸੇ ਕਹਿੰਦੇ ਗੁਰੂ ਸਾਹਿਬ ਨੇ ਉਹਨਾਂ ਦੀ ਭਗਤੀ ਨਹੀਂ ਕੀਤੀ ਤੇ ਰਾਮ ਜੀ ਨੇ ਕਿਹੜਾ ਜਿਹੜੇ ਸੀਗੇ ਵਾਮਨ ਅਵਤਾਰ ਹੋ ਗਏ ਆ ਸਾਡੇ ਬਾਕੀ ਹੋ ਗਏ, ਉਹਨਾਂ ਦੀ ਭਗਤੀ ਕੀਤੀ ਆ। ਸਭ ਤੋਂ ਪਹਿਲੀ ਗੱਲ ਤਾਂ ਆ ਜਿਹੜੇ ਸਾਡੇ ਸ਼੍ਰੀ ਰਾਮ ਜੀ ਸੀਗੇ, ਸ਼੍ਰੀ ਕ੍ਰਿਸ਼ਨ ਜੀ ਤੱਕ, ਮਹਾਭਾਰਤ ਤੱਕ, ਉੱਥੇ ਜਿਹੜਾ ਵੈਦਿਕ ਯੁੱਗ ਚੱਲਦਾ ਸੀਗਾ, ਯੱਗ ਹੁੰਦੇ ਸੀਗੇ, ਤੇ ਉੱਥੇ ਜਿਹੜੇ ਯੱਗ ਹੁੰਦੇ ਆ, ਯੱਗ ਵਿੱਚ ਜਿੱਦਾਂ ਸਾਡੇ ਹੋ ਗਏ ਦੇਵਤਾ ਜਿੰਨੇ ਆਉਂਦੇ ਆ ਉਹ ਸਾਰਿਆਂ ਦੀ ਪੂਜਾ ਪਾਠ ਹੁੰਦਾ ਆ, ਨਾਮ ਲੈ ਕੇ ਪ੍ਰੋਪਰ ਕੀਤਾ ਜਾਂਦਾ ਆ ਸਾਡਾ। ਇਹ 'ਚ ਸਾਨੂੰ ਕੋਈ ਦੋ ਰਾਏ ਨਹੀਂ ਹੈਗੀ। ਵੇਦਾਂ ਵਿੱਚ ਜਿਹਨਾਂ ਦਾ ਨਾਮ ਆਉਂਦਾ ਹੈ ਉਹ ਸਾਰਿਆਂ ਦੀ ਪੂਜਾ ਉਹ 'ਚ ਕੀਤੀ ਜਾਂਦੀ ਆ, ਠੀਕ ਆ। ਤੇ ਉਹ ਤੋਂ ਅਗਲੀ ਗੱਲ ਆ ਜਿਹੜੀ ਤੁਸੀਂ ਕਿਹਾ ਕਿ ਜਿਹੜੀ ਗੀਤਾ ਹੈਗੀ ਆ, ਗੀਤਾ ਵਿੱਚ ਰਾਮ ਜੀ ਦਾ ਰੈਫਰੈਂਸ ਨਹੀਂ ਆਇਆ। ਗੀਤਾ ਇੱਕ ਸਿਧਾਂਤਕ ਬੁੱਕ ਹੈਗੀ ਆ, ਗੀਤਾ ਕਿਤੇ ਕਿਸੇ ਲਾਈਫ ਸਟੋਰੀਜ਼ ਨਹੀਂ ਹੈਗੀਆਂ। ਜਿੱਦਾਂ ਕਿ ਰਾਮਾਇਣ ਵਿੱਚ ਸ਼੍ਰੀ ਰਾਮ ਜੀ ਦੀ ਲਾਈਫ ਸਟੋਰੀ ਆ ਉਹ, ਜਾਂ ਮਹਾਭਾਰਤ ਵਿੱਚ ਸਟੋਰੀਜ਼ ਹੈਗੀ ਕੌਰਵ ਪਾਂਡਵ ਦੀ, ਉਹ ਸਿਧਾਂਤਕ ਹੈਗੀ ਆ ਸ਼੍ਰੀਮਦ ਭਗਵਤ ਗੀਤਾ। ਤੇ ਉਹਦੇ ਵਿੱਚ ਸਟੋਰੀਆਂ ਦੱਸਣ ਦੀ ਉਹਨਾਂ ਲੋੜ ਨਹੀਂ ਹੈਗੀ, ਉਹਨਾਂ ਸਿਰਫ ਸਿਧਾਂਤ ਦੇਣੇ ਆ। ਉਹ ਸਿਧਾਂਤ ਉਹਨਾਂ ਦਿੱਤੇ ਅਰਜੁਨ ਨੂੰ ਕਿ ਕੀ ਹੈਗੇ ਆ, ਉਹਨੂੰ ਕੀ ਕਰਨਾ ਚਾਹੀਦਾ ਆ, ਧਰਮ ਦੱਸਿਆ ਵਾ ਉਹਦਾ, ਠੀਕ ਆ। ਆਹ ਤੁਹਾਡੀਆਂ ਦੋਵੇਂ ਗੱਲਾਂ ਹੀ ਜਿੱਦਾਂ ਸਿਰੇ ਦੀਆਂ, ਜਿੱਦਾਂ ਮੇਰੇ ਖਿਆਲ ਤੋਂ ਬਿਨਾਂ ਮਤਲਬ ਦੀਆਂ ਗੱਲਾਂ। ਤੇ ਉਹ ਤੋਂ ਬਾਅਦ ਤੁਸੀਂ ਕਿਹਾ ਆਰੀਆ ਸਮਾਜ। ਹੁਣ ਆਰੀਆ ਸਮਾਜ ਪ੍ਰੋਪਰ ਮੰਨਦਾ ਆ। ਜਦੋਂ ਤੁਸੀਂ ਪਹਿਲੀ ਗੱਲ ਕਹੀ ਸੀ ਕਿ ਉਹਨਾਂ ਦਾ ਪਤਾ ਨਹੀਂ ਹੈਗਾ ਆਏ ਕਿ ਨਹੀਂ ਸ਼੍ਰੀ ਰਾਮ ਜੀ, ਏਦਾਂ ਆਰੀਆ ਸਮਾਜ ਮੰਨਦਾ ਆ ਉਹ ਸੀਗੇ, ਆਏ ਆ ਦੁਨੀਆ ਤੇ ਉਹਨਾਂ ਨੇ ਰਾਵਣ ਨਾਲ ਲੜਾਈ ਵੀ ਕੀਤੀ, ਸਾਰਾ ਕੁਛ।
ਪਰ ਉਹ ਆ ਨਹੀਂ ਮੰਨਦਾ ਕਿ ਉਹ ਅਵਤਾਰ ਸੀਗੇ। ਉਹ ਆ ਮੰਨਦਾ ਆ ਕਿ ਉਹ ਮਹਾਂਪੁਰਖ ਸੀਗੇ ਸਾਡੇ। ਤੇ ਹਾਂ ਆ ਵੀ ਮੰਨਦਾ ਆ ਜਿੰਨੀ ਅਵਤਾਰ ਹੋਣ ਤੇ ਰਿਸਪੈਕਟ ਉਹਨਾਂ ਦੀ ਹੋ ਸਕਦੀ ਆ, ਉਹ ਤੋਂ ਜ਼ਿਆਦਾ ਹੀ ਰਿਸਪੈਕਟ ਅਸੀਂ ਕਰਦੇ ਆ। ਸ਼੍ਰੀ ਰਾਮ ਮੰਦਿਰ ਲਈ ਆਰੀਆ ਸਮਾਜ ਨੇ ਕੁਰਬਾਨੀਆਂ ਦਿੱਤੀਆਂ ਆ। ਤੇ ਉਸ ਤੋਂ ਬਾਅਦ ਸਾਡੀ ਫਿਲੋਸਫੀ ਆਹ ਆ ਕਿ ਜਿਹੜੇ ਈਸ਼ਵਰ ਹੈਗੇ ਆ, ਈਸ਼ਵਰ ਸਾਰੇ ਪਾਸੇ ਹੈਗੇ ਆ ਪੂਰੀ ਦੁਨੀਆ ਵਿੱਚ, ਕਿਸੇ ਵਿੱਚ ਘੱਟ ਨਹੀਂ ਕਿਸੇ ਵਿੱਚ ਜ਼ਿਆਦਾ ਨਹੀਂ। ਪ੍ਰੋਪਰ ਜਿੰਨਾ ਕੋਈ ਹੈਗਾ ਉਹਦੇ ਚ ਈਸ਼ਵਰ ਓਨਾ ਹੀ ਸਮਾਇਆ ਹੋਇਆ ਵਾ, ਤਾਂ ਘੱਟ ਵੱਧ ਨਹੀਂ ਹੋ ਸਕਦਾ। ਜਿੰਨਾ ਗੁਰੂ ਨਾਨਕ ਵਿੱਚ ਈਸ਼ਵਰ ਸੀਗਾ, ਜਿੰਨਾ ਉਹਨਾਂ ਚ ਹੈਗਾ ਓਨਾ ਹੀ ਮੇਰੇ ਚ ਹੈਗਾ ਵਾ, ਘੱਟ ਵੱਧ ਨਹੀਂ ਹੈਗਾ। ਹਾਂ ਮੇਰੇ ਖੁਦ ਦੀ ਜਿਹੜੀਆਂ ਚੀਜ਼ਾਂ ਹੈਗੀਆਂ ਤਾਮਸਿਕ ਸਤਵ ਗਿਆ ਜਿਹੜੀਆਂ ਚੀਜ਼ਾਂ ਉਹ ਅਲੱਗ ਹੋ ਸਕਦੀਆਂ ਵਾ। ਆਫਤ ਭਾਜੀ ਥੋੜਾ ਜਿਹਾ ਦਵਿੰਦਰ ਭਾਜੀ ਇੱਕ ਮਿੰਟ ਬਸ ਇੱਕ ਛੋਟਾ ਜਿਹਾ ਪੁਆਇੰਟ ਐਡ ਕਰੂੰਗਾ। ਆਫਤ ਭਾਜੀ ਗੀਤਾ ਦੇ ਵਿੱਚ ਜਿਹੜਾ ਕਹਿ ਰਹੇ ਨਾ ਦਵਿੰਦਰ ਭਾਜੀ ਨਹੀਂ ਐਡ ਕੀਤਾ ਹੈ, ਗੀਤਾ ਦਾ ਜਿਹੜਾ 10ਵਾਂ ਚੈਪਟਰ ਹੈ 31ਵਾਂ ਸ਼ਲੋਕ ਹੈ ਉਹ ਕਲੀਅਰਲੀ ਮੈਂਸ਼ਨ ਕਰਦਾ, ਤੇ ਪੜ੍ਹ ਲੈਣ ਗੂਗਲ ਕਰ ਲੈਣ ਇਹ 10.31 ਉਹ ਕਲੀਅਰਲੀ ਮੈਂਸ਼ਨਡ ਹੈਗਾ। ਉਸ ਚ ਰਾਮ ਦਾ ਨਾਮ ਵੀ ਹੈਗਾ, ਪਰਸ਼ੂਰਾਮ ਦਾ ਵੀ ਹੈਗਾ, ਪਵਨ ਪਵਨ ਅਸਮੀ ਰਮਾ ਸ਼ਸਤਰ ਮਹਾਮ। ਆਫਤ ਵੀਰ 5 ਸੈਕਿੰਡ ਲੈ ਲਵਾਂ। ਤੇ ਦਵਿੰਦਰ ਭਾਈ ਜੇ ਤੁਸੀਂ ਆਹ ਕਹਿ ਰਹੇ ਹੋ ਕਿ ਪੰਡਤ ਭਾਈ ਨੂੰ ਨਹੀਂ ਹੈ ਤੇ ਮੈਂਸ਼ਨ ਹੈਗਾ ਭਾਈ 5 ਸੈਕਿੰਡ ਦਇਆਨੰਦ ਸਰਸਵਤੀ ਨੇ ਬਣਾ मनीष की बात पूरी होने देते हैं। ਹਾਂਜੀ ਹਾਂਜੀ ਪੰਡਿਤ ਭਾਜੀ ਦਇਆਨੰਦ ਸਰਸਵਤੀ ਜੀ ਨੇ ਬਣਾਇਆ ਸੀਗਾ। ਤੁਸੀਂ ਮੈਂ ਵਿਕੀਪੀਡੀਆ ਪੜ੍ਹ ਰਿਹਾ। ਟਾਈਪ ਹੈਗਾ ਇਹਦਾ ਰਿਲੀਜੀਅਸ ਆਰਗੇਨਾਈਜੇਸ਼ਨ, ਪਰਪਸ ਇਹਦਾ ਹੈਗਾ ਰਿਲੀਜੀਅਸ ਸਟੱਡੀ, ਸਪਿਰਿਚੁਅਲਿਟੀ, ਸੋਸ਼ਲ ਰਿਫਾਰਮ। ਠੀਕ ਹੈ। ਆਰੀਆ ਸਮਾਜ ਵਾਜ ਦਾ ਫਸਟ ਹਿੰਦੂ ਆਰਗੇਨਾਈਜੇਸ਼ਨ ਟੂ ਇੰਟਰੋਡਿਊਸ ਕੁਛ ਹੈਗਾ ਹੀ ਨਹੀਂ ਹਿੰਦੂਇਜ਼ਮ। ਤਾਂ ਜਿਹੜਾ ਹਿੰਦੂਇਜ਼ਮ ਦੀ ਗੱਲ ਕਰ ਰਿਹਾ ਹੈਗਾ ਉਹ ਰਾਮ ਨੂੰ ਕੀ ਨਕਾਰ ਸਕਦਾ? ਮੈਨੂੰ ਅਗਰ ਸਮਝ ਮਾ ਨਹੀਂ ਆਈ। ਭਾਜੀ ਤੁਹਾਡੇ ਸਾਹਮਣੇ ਤਾਂ ਨਕਾਰੀ ਜਾਂਦਾ ਸ਼ੀਸ਼, 2 ਵਾਰ ਤਾਂ ਨਕਾਰ ਗਿਆ, ਹੁਣ ਹੋਰ ਤੁਹਾਨੂੰ ਕੀ ਉਹ ਐਫੀਡੇਵਿਟ ਲਿਖ ਕੇ ਦੇਵੇ ਮੋਹਰਾਂ ਦਾ? ਆਸ਼ੀਸ਼ ਭਾਜੀ ਮੈਂ आशीष ਭਾਜੀ ਨੂੰ मैं नहीं मानता। आपने भी तो सिख पंथ के तहत निकार दिया ना भाई। ਮੈਂ ਆਸ਼ੀਸ਼ ਭਾਜੀ ਨੂੰ ਨਹੀਂ ਮੰਨਦਾ ਦਵਿੰਦਰ ਭਾਜੀ, ਮੈਂ ਤਾਂ ਉਹ ਮੰਨਦਾ ਨਾ ਜਿਹੜਾ ਵਿਕੀਪੀਡੀਆ ਮੈਨੂੰ ਨੈਟ ਪਤੇ ਅਵੇਲੇਬਲ ਹੈ। ਤੁਸੀਂ ਆਰੀਆ ਸਮਾਜ ਪਾ ਕੁਐਸਚਨ ਕਰ ਰਹੇ ਕਿ ਆਸ਼ੀਸ਼ ਜੀ ਪਾ ਕੁਐਸਚਨ ਕਰ ਰਹੇ ਹੋ? ਤੁਸੀਂ ਆਰੀਆ ਸਮਾਜ ਪਾ ਕੁਐਸਚਨ ਕਰ ਰਹੇ ਹੋ। ਆਰੀਆ ਸਮਾਜ ਬੀਇੰਗ ਅ ਰਿਲੀਜੀਅਸ ਆਰਗੇਨਾਈਜੇਸ਼ਨ। ਮੇਰਾ ਵੀਰ ਤੁਸੀਂ ਚੁੱਪ ਕਰ ਜਾਓ। ਜੋ ਆਸ਼ੀਸ਼ ਨੇ ਕਿਹਾ ਉਹੀ ਆਰੀਆ ਸਮਾਜ, ਕੋਈ ਆਸ਼ੀਸ਼ ਬਾਹਰ ਨਹੀਂ ਹੈਗਾ, ਉਹਨੇ ਪੜਿਆ ਹੋਇਆ ਸਾਰਾ ਕੁਝ। ਕੁਐਸਚਨ ਆਪਣੇ ਚੈਰੀ ਵੀਰ ਉਹ ਠੀਕ ਆ। ਨਹੀਂ ਭਾਜੀ ਕੁਐਸਚਨ ਕਰ ਰਹੇ। ਮੈਂ ਕਰਦਾ ਵਾਂ ਗੱਲ, ਮੈਂ 2 ਮਿੰਟ ਸੁਣੂਗਾ ਬਸ, ਮੈਂ ਕਸਟਮਰ ਨਾਲ ਆ। ਠੀਕ ਆ, ਮੈਂ ਡ੍ਰੌਪ ਕਰਨਾ ਇਹਨੂੰ ਕਿਤੇ। ਉਸ ਤੇ ਮੈਂਸ਼ਨ ਹੈਗਾ ਗੀਤਾ ਜਿਹੜਾ ਤੁਸੀਂ ਆਹ ਕਹਿ ਰਹੇ ਹੋ ਨਾ, ਮੈਂਸ਼ਨ ਨਹੀਂ ਹੈ, ਮੈਂਸ਼ਨ ਹੈਗਾ ਗੀਤਾ ਕਲੀਅਰਲੀ 10.31 ਸ਼ਲੋਕ ਹੈਗਾ। ਤੁਸੀਂ ਉਹ ਦੇਖੋ, ਚੈੱਕ ਕਰੋ, ਗੂਗਲ ਕਰੋ, ਤੁਸੀਂ ਤੁਹਾਨੂੰ ਮਿਲ ਜਾਏਗਾ ਕੀ ਮਤਲਬ ਹੈ, ਉਹ ਵੀ ਮਿਲ ਜਾਏਗਾ ਤੁਹਾਨੂੰ। ਤੇ ਜਿਹੜੀ ਅਗਲੀ ਗੱਲ ਉਹ ਤੁਸੀਂ ਕਰੋ ਹੁਣ। ਆਸ਼ੀਸ਼ ਦੀ ਜਿਹੜੀ ਵਿਚਾਰਧਾਰਾ ਆਰੀਆ ਸਮਾਜੀ ਵਿਚਾਰਧਾਰਾ ਹੀ ਆ, ਆਰੀਆ ਸਮਾਜੀਆਂ ਦੀ ਵਿਚਾਰਧਾਰਾ ਦੀ ਗੱਲ ਕਰਦਾ। ਕੋਈ ਇਹਦੇ ਚ ਝਿਜਕਣ ਦੀ ਗੱਲ ਨਹੀਂ। ਜਦੋਂ ਚਲੋ ਇਹ ਕਿਸੇ ਬੰਦੇ ਦੀ ਕੋਈ ਵਿਚਾਰਧਾਰਾ, ਕੋਈ ਗੱਲ ਦੀ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਜਿਹੜੀ ਤੁਸੀਂ ਹੁਣ ਗੱਲ ਕਹੀ ਨਾ ਉਹ ਸ਼ਲੋਕ ਨੰਬਰ ਇੰਨੇ ਦੇ ਵਿੱਚ ਰਾਮਚੰਦਰ ਜੀ ਦੀ ਗੱਲ ਆ, ਮੈਂ ਇਹ ਥੋੜ੍ਹਾ ਕਿ ਅਸੀਂ ਰੈਫਰੈਂਸ ਵੀ ਉਹ ਚ ਰਾਮ ਦੀ ਗੱਲ ਨਹੀਂ ਹੈਗੀ ਜਾਂ ਬਾਵਨ ਦੀ ਗੱਲ ਨਹੀਂ ਜਾਂ ਉਹ ਅਵਤਾਰਾਂ ਦੀ ਗੱਲ ਨਹੀਂ। ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵਾਰੀ ਆਉਂਦੀ ਆ ਸ਼੍ਰੀ ਰਾਮਚੰਦਰ ਜੀ ਦੀ ਗੱਲ, ਸ਼੍ਰੀ ਕ੍ਰਿਸ਼ਨ ਜੀ ਦੀ ਗੱਲ। ਪਰ ਗੱਲ ਇਹ ਆ ਵੀ ਹਾਂ ਸ਼੍ਰੀ ਕ੍ਰਿਸ਼ਨ ਜੀ ਨੇ ਇਹ ਕਿਹਾ ਹੋਵੇ ਵੀ ਮੈਂ ਰਾਮ ਦੀ ਭਗਤੀ ਕੀਤੀ ਹੈ। ਉਹ ਕੋਈ ਕਰਦੇ ਸੀਗੇ ਭਗਤੀ, ਉਹ ਵੀ ਕਰਦੇ ਸੀਗੇ, ਉਹ ਵੀ ਅੰਮ੍ਰਿਤ ਵੇਲੇ ਉੱਠਦੇ ਸੀਗੇ। ਜੇ ਸ਼ਾਇਦ ਤੁਸੀਂ ਕਿੰਨੇ ਬੰਦੇ ਨੇ ਪੜ੍ਹਿਆ ਜਾਂ ਨਹੀਂ ਪੜ੍ਹਿਆ, ਉਹ ਅੰਮ੍ਰਿਤ ਵੇਲੇ ਉੱਠ ਕੇ ਉਹ ਵੀ ਆਪਣਾ ਨਿਤਨੇਮ ਸੀ ਉਹਨਾਂ ਦਾ, ਜਿਵੇਂ ਅਸੀਂ ਸਿੱਖ ਕਰਦੇ ਹਾਂ। ਸਾਡੀ ਹੈਗੀ ਆ ਅੱਜ ਵੀ ਆ। ਗੌਤਮ ਹਿੱਲਿਆ ਦੀ ਸਾਖੀ ਆਉਂਦੀ ਆ 7 ਯੁੱਗ ਤੋਂ ਹੀ ਆ। ਪਹਿਲਾਂ ਜਿੰਨੇ ਰਿਸ਼ੀ ਮੁਨੀ ਉੱਠਦੇ ਸੀਗੇ ਸਾਰੇ ਉਹ ਵਿਚਾਰਧਾਰਾ ਤੇ ਅਸੀਂ ਵੀ ਇਸ ਤਰ੍ਹਾਂ ਚੱਲ ਰਹੇ ਹਾਂ। ਪਰ ਮੈਂ ਜਿਹੜੀ ਗੱਲ ਕਰਦਾ ਭਗਤੀ, ਤੁਸੀਂ ਕਹਿੰਦੇ ਨਾ ਵੀ ਗੁਰੂ ਸਾਹਿਬ ਭਗਤੀ ਕਰਦੇ ਸੀ, ਭਗਤੀ ਦੀ ਗੱਲ ਆ ਵੀ ਭਗਤੀ ਸ਼੍ਰੀ ਕ੍ਰਿਸ਼ਨ ਜੀ ਵੀ ਨਹੀਂ ਰਾਮਚੰਦਰ ਜੀ ਦੀ ਭਗਤੀ ਕਰਦੇ ਸੀ। ਮੈਂ ਦਵਿੰਦਰ ਜੀ ਮੈਂ ਤੁਹਾਡੀ ਗੱਲ ਸਮਝ ਗਿਆ। ਭਗਤੀ ਗੱਲ ਕਰਨੀ ਆਉਂਦਾ ਮੈਂ ਬਿਲਕੁਲ ਮੈਂ ਤੁਹਾਡੀ ਗੱਲ ਸਮਝ ਗਿਆ। ਇੱਥੇ ਵੀ ਮਨੀਸ਼ ਭਾਜੀ ਇੱਕ ਮਿੰਟ ਭਾਜੀ ਸਾਰਾ ਕੁਝ ਮੈਂਸ਼ਨ ਹੈਗਾ ਹੈ। ਭਗਤੀ ਉਹਨਾਂ ਦੀ ਮਾਤਾ ਜੀ ਨੇ ਕੀਤੀ ਹੈ, ਸਾਰਾ ਕੁਝ ਕੀਤਾ ਹੈ, ਸਭ ਮੈਂਸ਼ਨ ਹੈਗਾ। ਇਹ ਤੁਸੀਂ ਪੜੋ ਦਵਿੰਦਰ ਭਾਜੀ, ਪੜੋ ਤੁਸੀਂ, ਮੈਂਸ਼ਨ ਹੈਗਾ ਹੈ। ਇਹਨਾਂ ਦੀ ਮਾਤਾ ਜੀ ਨੇ ਭਗਤੀ ਕੀਤੀ ਆ, ਕ੍ਰਿਸ਼ਨ ਜੀ ਦੇ ਮਾਤਾ ਜੀ ਨੇ। ਠੀਕ ਹੈ ਜੀ। ਤੇ ਕ੍ਰਿਸ਼ਨ ਜੀ ਦਾ ਜਿਹੜਾ ਅਵਤਾਰ ਹੋਇਆ ਕ੍ਰਿਸ਼ਨ ਭਗਵਾਨ ਦਾ, ਉਹ ਅਵਤਾਰ ਡਿਫਰੈਂਟ ਸਿਨੈਰੀਓ ਹੈ ਉਹ। ਤੇ ਜਿਹੜੇ ਤੁਸੀਂ ਆਹ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਭਗਤੀ ਨਹੀਂ ਕੀਤੀ, ਤੇ ਉਹ ਤੁਸੀਂ ਟੋਟਲੀ ਗਲਤ ਹੋ ਉਸ ਚੀਜ਼ 'ਚ, ਕਿਉਂਕਿ ਉਹ ਉਹਨਾਂ ਦਾ ਹੀ ਅੰਸ਼ ਹੈ। ਵਿਸ਼ਨੂੰ ਭਗਵਾਨ ਜੀ ਦਾ ਹੀ ਅਵਤਾਰ ਆ ਉਹ। ਭਾਈ ਜੀ ਦੁਰਗਾ ਦੇ 700 ਦੁਰਗਾ ਅਸ਼ਟਪਦੀ ਦੇ 700 ਸ਼ਲੋਕ ਨੇ, ਉਹਨਾਂ ਦਾ ਸਿਮਰਨ ਕਰ ਦਿੰਦੇ ਸੀ ਕ੍ਰਿਸ਼ਨ ਜੀ ਰੋਜ਼ ਅੰਮ੍ਰਿਤ ਵੇਲੇ।
ਭਾਜੀ ਸਭ ਦਵਿੰਦਰ ਕਿਹੜੀ ਦੁਰਗਾ ਕਹੀ ਇਹਨੇ ਕਿਹੜੀ ਐਵੇਂ ਇਹ ਜੱਟਾਂ ਵਾਲੀਆਂ ਗੱਪਾਂ ਠੋਕਣ ਡਿਆ ਆ ਕੇ ਇਹਨੂੰ ਪਤਾ ਕੱਖ ਨਹੀਂ ਹੈਗਾ। ਉਹ ਨਹੀਂ ਚਲੋ ਆਪਾਂ ਉਹ ਮੇਰਾ ਵੀਰ ਜਦੋਂ ਕੋਈ ਗੱਲਬਾਤ ਚੱਲਦੀ ਹੁੰਦੀ ਨਾ ਫਿਰ ਆਪਾਂ ਉਹ ਐਵੇਂ ਵੀ ਅਗਲੇ ਨੂੰ ਮਾੜਾ ਨਾ ਕਹੀਏ। ਜੇ ਠੀਕ ਦਿਸ਼ਾ 'ਚ ਗੱਲ ਚੱਲਦੀ ਆ ਚਲੋ ਕੋਈ ਨਹੀਂ, ਥੋੜਾ ਬਹੁਤਾ ਫਿਰ ਆਪਾਂ ਨੂੰ ਵੀ ਸੁਣਨਾ ਪੈਣਾ ਜੇ ਗੱਲ ਕਰਦੇ ਆ। ਬਟ ਪ੍ਰੋਬਲਮ ਇਹ ਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕ੍ਰਿਸ਼ਨ ਭਗਵਾਨ ਜੀ ਦੀ ਵੀ ਉਨੀ ਰਿਸਪੈਕਟ ਜਿੰਨੇ ਵੀ ਹੋਏ ਨੇ ਕਹਿ ਲਓ ਵੀ ਉਹ ਸਾਡੇ ਕਹਿ ਲਓ ਅਸੀਂ ਉਹਨਾਂ ਨੂੰ ਜਿੱਦਾਂ ਤੁਸੀਂ ਵੀ ਕਹਿ ਦਿੱਤਾ ਵੀ ਜਿਹੜੇ ਨਾਨਕ ਹੋਏ ਨੇ ਉਹ ਵੀ ਅਵਤਾਰੀ ਹੋਏ ਨੇ, ਤੁਸੀਂ ਆਪ ਮੰਨਿਆ। ਪਰ ਇਹਦਾ ਮਤਲਬ ਇਹ ਥੋੜਾ ਜਿਹੜੇ ਪੁਰਾਣੇ ਅਵਤਾਰ ਹੋ ਗਏ ਉਹਨਾਂ ਨੂੰ ਨਿੰਦਣ ਲੱਗ ਪਾਓ, ਉਹਨਾਂ ਨੂੰ ਤੁਸੀਂ ਬਾਹਰ ਹੀ ਕੱਢ ਦਓ। ਜਿਹੜੇ ਮੇਰੀ ਗੱਲ ਸੁਣੋ, ਜਿਹੜੇ ਸਾਡੇ ਅਵਤਾਰ ਹੋਏ ਨੇ ਅਸੀਂ ਉਹਨੂੰ ਤਾਂ ਸਨਾਤਨ ਕਹਿੰਦੇ ਆ ਵੀ ਸਾਡਾ ਸਨਾਤਨ, ਕਿਉਂਕਿ ਹੋਰ ਤਾਂ ਕੋਈ ਨਹੀਂ ਮੰਨਦਾ, ਮੁਸਲਮਾਨ ਤਾਂ ਨਹੀਂ ਮੰਨਦਾ ਇਹ ਚੀਜ਼ ਨੂੰ, ਮੇਰੀ ਗੱਲ ਧਿਆਨ ਨਾਲ ਸੁਣਿਓ, ਕ੍ਰਿਸਚਨ ਤਾਂ ਨਹੀਂ ਮੰਨਦੇ ਹੈਗੇ ਇਸ ਚੀਜ਼ ਨੂੰ ਵੀ ਸਾਡੇ ਰਾਮ ਤੋਂ ਕ੍ਰਿਸ਼ਨ ਜੀ ਹੋਏ ਆ, ਤ੍ਰੇਤਾ ਯੁੱਗ ਚ ਵਿਸ਼ਨੂੰ ਹੋਏ, ਸ਼ਿਵ ਜੀ ਭਗਵਾਨ ਹੋਏ, ਉਹ ਸਾਰੀ ਚੀਜ਼ ਜਦੋਂ ਤੁਹਾਡੀ ਗੁਰਬਾਣੀ ਵੀ ਤੁਸੀਂ ਵੀ ਆਪ ਵੀ ਕਹਿਤਾ ਵੀ ਅਸੀਂ ਇੱਕੋ ਹੀ ਲੜੀ ਚੋਂ ਚੱਲੇ ਹੋਣੇ। ਤੁਹਾਡੇ ਕਹਿਣ ਦਾ ਮਤਲਬ ਇਹ ਸੀ ਵੀ ਰਾਮ ਭਗਵਾਨ ਜੀ ਤੋਂ ਬਾਅਦ ਗੁਰੂ ਨਾਨਕ ਜੀ ਆ ਗਏ, ਉਹੀ ਅਵਤਾਰ ਲੈ ਕੇ ਅਸੀਂ ਵੀ ਮੰਨਦੇ ਮੈਂ ਵਿਸ਼ਨੂੰ ਦਾ ਅਵਤਾਰ ਲੈ ਕੇ ਆ ਗਏ। ਪਰ ਤੁਸੀਂ ਫਿਰ ਉਹਨੂੰ ਮੰਨੋ ਨਾ ਵੀ ਅਸੀਂ ਉਸੇ ਲੜੀ ਦੇ ਵਿੱਚੋਂ ਸਨਾਤਨ ਹੀ ਆ, ਅਸੀਂ ਵੀ ਉਹ ਗੱਲ ਤਾਂ ਫਿਰ ਉੱਥੋਂ ਹੀ ਆਊਗੀ ਨਾ। ਤੁਸੀਂ ਉਹ ਤੋਂ ਬਾਹਰ ਨਹੀਂ ਨਾ ਜਾ ਸਕਦੇ, ਤੁਸੀਂ ਉਹਨਾਂ ਨੂੰ ਭੰਡ ਨਹੀਂ ਨਾ ਸਕਦੇ, ਫਿਰ ਨਕਾਰ ਨਹੀਂ ਨਾ ਸਕਦੇ। ਮੈਨੂੰ ਤਾਂ ਤੁਸੀਂ ਕਦੇ ਸੁਣਿਆ ਨਹੀਂ ਹੋਣਾ। ਪਤਾ ਕੀ ਹੈ, ਵਿਸ਼ਨੂੰ ਜੀ ਦੇ ਜਿਹੜੇ ਅਵਤਾਰ ਹੈ, ਚਾਹੇ ਉਹ ਸ਼੍ਰੀ ਰਾਮ ਹੈ, ਤੁਸੀਂ ਕਰੋ ਗੱਲ ਯਾਰ, ਮੈਨੂੰ ਜਾਣਾ ਪੈਣਾ। ਨਹੀਂ ਭਾਜੀ ਬਸ ਇੱਕ ਗੱਲ ਕਰਨੀ ਹੈ, ਤੁਸੀਂ ਉਸ ਤੋਂ ਬਾਅਦ ਕਰ ਲਿਓ ਗੱਲ। ਅਸੀਂ ਇਹ ਸਾਲਾ ਆਰਯ ਸਮਾਜੀਆਂ ਨੂੰ ਤੇ ਸਾਨੂੰ ਆਪਸ ਚ ਫਸਾਉਣਾ ਚਾਹੁੰਦਾ, ਹੋਰ ਕੋਈ ਗੱਲ ਨਹੀਂ। ਆਹੋ ਨਹੀਂ ਕਦੀ ਹੋ ਹੀ ਨਹੀਂ ਸਕਦਾ, ਉਹ ਚੀਜ਼ ਹੋ ਹੀ ਨਹੀਂ ਸਕਦੀ। ਹੁਣ ਨਾਲੇ ਯਾਰ ਪਤਾ ਕੀ ਹੈ, ਜਿਹੜੇ ਆਪਣੇ ਵਿਸ਼ਨੂੰ ਅਵਤਾਰ ਹੈ, ਜਿਹੜੇ ਕ੍ਰਿਸ਼ਨ ਭਗਵਾਨ ਹੈ, ਉਹ ਵਾਈ ਵਿਲ ਹੀ ਵਰਸ਼ਿਪ ਆਪਣੇ ਅਵਤਾਰ ਨੂੰ ਕਿਉਂ ਵਰਸ਼ਿਪ ਕਰੇਗਾ ਉਹ? ਬਿਲਕੁਲ ਗੱਲ ਸੋਚਣ ਵਾਲੀ, ਬਿਲਕੁਲ ਠੀਕ ਹੈ ਨਾ। ਪਰ ਏਦਾਂ ਹੀ ਇਹਦੇ ਕਹਿਣ ਦਾ ਮਤਲਬ ਇਹੀ ਸੀ ਵੀ ਜੇ ਗੁਰੂ ਨਾਨਕ ਦੇਵ ਜੀ ਵੀ ਉਹ ਵੀ ਅਵਤਾਰ ਹੋਏ, ਜੇ ਉਹ ਨਹੀਂ ਮੰਨਦੇ ਆਪਣੇ ਅਵਤਾਰ ਦੀ ਰਾਮ ਜੀ ਦੀ, ਬਟ ਉਹ ਤੁਸੀਂ ਸਾਰੀ ਚੀਜ਼ ਨੂੰ ਜਿਹੜਾ ਤੁਹਾਡਾ ਸਮਾਜ ਆ ਜਾਂ ਸਿੱਖ ਬਣਿਆ ਵਾ, ਚਲੋ ਜੇ ਇਸ ਚੀਜ਼ ਨੂੰ ਮੰਨ ਲਈਏ, ਪਰ ਤੁਸੀਂ ਜਿੱਦਾਂ ਅਸੀਂ ਸਾਰਾ ਕੁਝ ਮੰਨੀ ਆਉਂਦੇ ਆ, ਤੁਸੀਂ ਵੀ ਮੰਨੋ, ਫਿਰ ਤੁਸੀਂ ਕੱਢ ਨਹੀਂ ਨਾ ਸਕਦੇ ਵੀ ਸਾਡਾ ਕੁਝ ਲੈਣ ਦੇਣ ਹੀ ਨਹੀਂ ਹੈਗਾ, ਜਾਂ ਤੁਸੀਂ ਭੰਡਣ ਲੱਗ ਪਓ ਉਹਨਾਂ ਨੂੰ ਜਿੱਦਾਂ ਤੁਹਾਡੇ ਬੈਠੇ ਪ੍ਰਚਾਰਕ ਬਣਦੇ ਆ ਨਾ, ਉਹ ਚੀਜ਼ ਨਹੀਂ ਨਾ ਹੋ ਸਕਦੀ। ਫਿਰ ਕਿਤੇ ਨਾ ਕਿਤੇ ਗਲਤੀ ਇਹਨਾਂ ਦਾ ਸਮਾਜ ਕਰ ਰਿਹਾ, ਸਾਰੇ ਸਿੱਖ ਜਿਹੜੇ ਨੇ ਉਹ ਪੁੱਠੇ ਰਾਹ ਤੇ ਤੁਰ ਪਏ। ਭਾਜੀ ਜਿਹੜਾ ਸਟੇਟਮੈਂਟ ਪਹਿਲਾਂ ਰਿਪੋਰਟ ਦੇਣੀ, ਉਸ ਤੋਂ ਬਾਅਦ ਤੁਸੀਂ ਸਟੇਟਮੈਂਟ ਨੂੰ ਕੰਟਰੈਕਟ ਕਰਨਾ ਨਾ। ਇੱਕ ਮਿੰਟ ਮਨੀਸ਼ ਭਾਜੀ, ਪੰਡਤ ਜੀ ਉਹ ਆਇਆ ਸੀ ਕਿ ਇਸ ਗਰੁੱਪ ਚ ਪਾੜ ਕਿੱਦਾਂ ਪਾਇਆ ਜਾਵੇ, ਉਹਦਾ ਮੋਟਿਵ ਇਹ ਸੀ, ਸਿੱਧੀ ਗੱਲ ਆਪਾਂ ਉਹਦਾ ਬਿਲਕੁਲ ਨਾਲੇ ਰਾਮ ਭਗਵਾਨ ਨੇ ਤਾਂ ਚਲੋ ਰਾਮ भगवान ਦੀ नहीं ਕੀਤੀ ਹੈ, भोलेनाथ ਦੀ ਕੀਤੀ ਹੈਗੀ ਉਹਨਾਂ ਨੇ तपस्या वगैरह। सत्यार्थ मुझे पीछे से किसी का मैसेज आया है कि वो कह रहे हैं कि दयानंद जी ने इनकी कह के ली है सत्यार्थ प्रकाश में, इनको वो गुस्सा है, मेरे घर में पड़ी है सत्यार्थ प्रकाश। तो कहने का मतलब उनका गुस्सा, ये किसी ने मेरे को मैसेज किया है पीछे से कि गुस्सा इनको उसी चीज का है। नहीं कोई ऐसी बात नहीं लिखी है, दो बातें लिखी गुरु नानक जी के बारे में, और उन्होंने ये नहीं है सत्य हम कहें यार उन्होंने मैंने पढ़ा हुआ है, मेरे पास भी पढ़ा है, मैं तो एक गुरु गोविंद सिंह जी के बारे में लिखा है, ठीक है, वो तो हर कोई लिखता है ये बातें इतनी सी, तो वो और मेरे को लगता है वो कोई इतनी बड़ी बात है भी नहीं जो उन्होंने लिखी है ना। तो उन्होंने क्रिश्चियन के बारे में भी यही लिखा है, उन्होंने सभी धर्मों के बारे में लिखा है, इवन जो हमारे अंदर की बुराइयां हैं हिंदू धर्म के अंदर की, उनके बारे में भी लिखा है यार। तो इनको ये चीज नहीं होना चाहिए। हाँ जी मैं कहा इन शॉर्ट क्या कहा था वैसे सत्यार्थ प्रकाश में, जो आप दो बातें बोल रहे हो इन शॉर्ट भाई गुरु नानक जी अनपढ़ थे और इन्होंने वेद पढ़े नहीं थे, और ये इनके पीछे लग गए, बस लोग कुछ लोग वो अपने पीछे लगा लिए। वो पंडित जी मैं गल कर पंडित जी अवल जी मैं गल करना चाहना कि अगर जे गुरु नानक देव जी साढ़े 10 गुरुओं ने राम जी नहीं भजया या उनका नाम नहीं जपया, श्री गुरु ग्रंथ साहब विचों राम जी का नाम लिखिया तो किदां आया? जे उन्होंने भजया ही नहीं, उन्होंने जपया ही नहीं, उनका लैन देन ही कोई नहीं राम जी नाल, उन्होंने क्यों नाम लिखिया दे विच?
आहो ਬਈ ਚੰਗੀ ਗੱਲ ਲਿਖਿਆ ਹੋਇਆ, ਉਹ ਤਾਂ ਮਤਲਬ ਸਾਡੇ ਰਾਮ ਨੂੰ ਅਕਾਲ ਪੁਰਖ ਦੱਸਦੇ ਆ ਉਹ, ਵਿਦ ਨੋ ਸ਼ੇਪ, ਬਹੁਤ ਵੱਡੀ ਗੱਲ ਹੈ। ਤੇ ਭਾਜੀ ਮੰਨਦੇ ਨਹੀਂ ਨਾ ਫਿਰ। ਉਹੀ ਗੱਲ ਹੈ ਹੁਣ ਯਾਰ, ਪਤਾ ਕੀ ਹੈ, ਇਹਨਾਂ ਨੇ ਇੱਕ ਪੁਆਇੰਟ ਕਹਿ ਕੇ ਕੰਟਰਡਿਕਟ ਕਰਨਾ ਆਪਣੇ ਪੁਆਇੰਟ ਨੂੰ। ਚੀਜ਼ ਕਹਿ ਰਹੇ ਆ ਨਾ ਅਸੀਂ, ਰਾਮ, ਸ਼ਿਵ, ਰੁद्र, ਸੂਰੇ, ਆ ਸਾਰਿਆਂ ਨੂੰ ਆਰੀਆ ਸਮਾਜ ਵੀ ਈਸ਼ਵਰ ਦੱਸਦਾ ਵਾ। ਆ ਨਹੀਂ ਹੈਗਾ ਈਸ਼ਵਰ ਨਹੀਂ ਦੱਸਦਾ, ਪਰ ਉਹ ਕਹਿੰਦਾ ਵਾ ਆ ਈਸ਼ਵਰ ਦੇ ਗੁਣਾਂ ਦੇ ਹਿਸਾਬ ਨਾਲ ਨਾਮ ਹੈਗੇ ਆ। ਹਾਂਜੀ ਭਾਜੀ, ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ, ਸਾਰੀ ਗੱਲ ਸੋਚਿਓ ਜੀ। ਸਾਡੇ ਸਭ ਦਿਆਨੰਦ ਜੀ ਹੋਏ, ਠੀਕ ਹੈ, ਅਸੀਂ ਉਹਨਾਂ ਨੂੰ ਹਜੇ ਵੀ ਹਿੰਦੂ ਮੰਨਦੇ ਹਾਂ, ਹਿੰਦੂਆਂ ਦੇ ਸੰਤ ਮੰਨਦੇ ਹਾਂ, ਉਹ ਹਿੰਦੂ ਹੀ ਹੈ, ਇਸ ਚ ਕਿਸੇ ਨੂੰ ਕੋਈ ਦਰ ਨਹੀਂ ਹੋਣੀ ਚਾਹੀਦੀ ਹੈ ਨਾ ਜੀ। ਪਰ ਇਹਨਾਂ ਦਾ ਹੁਣ ਇੱਕ ਉੱਠਿਆ ਵਾ, ਹੈਲੋ, ਹਾਂ, ਜਿਸ ਤਰ੍ਹਾਂ ਇਹਨਾਂ ਦਾ ਇੱਕ ਉੱਠਿਆ ਵਾ ਆਵਾਜ਼, ਚਲੋ ਮੈਂ ਬਾਅਦ ਚ, ਹਾਂ, ਇਹਨਾਂ ਦਾ ਇੱਕ ਉੱਠਿਆ ਵਾ ਟੱਡਰਿਆਂ ਵਾਲਾ ਹੁਣ, ਠੀਕ ਹੈ, ਉਹ ਬੰਦਾ ਮੈਨੂੰ ਕੋਈ ਸਮਝਦਾਰ ਤਾਂ ਨਹੀਂ ਲੱਗਦਾ, ਪਰ ਇਹਨਾਂ ਨੇ ਉਹਨੂੰ ਮਾਰ ਦੇਣਾ ਵਾ, ਦੇਖੋ ਜਲਦੀ। ਸਾਨੂੰ ਅੱਗੇ ਦੱਸ ਰਹੇ ਮਤਲਬ ਨਹੀਂ ਭਾਜੀ, ਢੱਡਰੀਆਂ ਵਾਲੇ ਨੂੰ ਨਹੀਂ ਹੱਥ ਪਾ ਸਕਦੇ ਭਾਜੀ, ਨਾ 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 ਨਾ, ਇਹ ਤੁਸੀਂ ਭਾਈ ਫਰੂਟੀ ਬੁਲਾਈ ਦਾ ਸੀ, ਉਹਨੂੰ ਰੋਕ ਕੇ ਫਰੂਟੀ ਬੁਲਾਈ ਦਾ ਸੀ, ਫਰੂਟੀ ਦਾ ਲੰਗਰ। ਢੱਡਰੀਆਂ ਵਾਲੇ ਤਿੰਨ ਚਾਰ ਵਜੇ ਨੇ ਮਾਰ ਨਹੀਂ ਪਾਏ। ਅਰੇ ਇੱਕ ਸਟੋਰੀ ਸੁਣਾਉਣਾ ਚਾਹੁੰਦਾ ਮੈਂ, ਜੇ ਕੋਈ ਸੁਣ ਚ ਇੰਟਰਸਟਿਡ ਹੈਗਾ। ਮੈਂ ਛੋਟਾ ਹੁੰਦਾ ਸੀ ਨਾ ਜਦੋਂ, ਮੈਂ ਨਾ ਆਈ ਥਿੰਕ ਮੈਂ 5ਵੀਂ 6ਵੀਂ ਚ ਪੜ੍ਹਦਾ ਹੁੰਦਾ ਸੀ, ਤੇ ਮੈਂ ਨਾ ਆਟੋ ਜੀ ਨਹੀਂ ਹੁੰਦੀ, ਟੈਂਪੂ ਕੀ ਭੁੰਡੀ ਕਹਿੰਦੇ ਜਿਹਨੂੰ, ਭੁੰਡੀ ਚ ਬਹਿ ਕੇ ਜਾਂਦੇ ਹੁੰਦੇ ਸੀ 5-7 ਬੰਦੇ, ਉਹਨਾਂ ਦਾ ਡਰਾਈਵਰ ਸਰਦਾਰ ਹੁੰਦਾ ਸੀ। ਤੇ ਉਦੋਂ ਨਾ ਸ਼ੋਅ ਜਿਹੇ ਆਉਂਦੇ ਹੁੰਦੇ ਸੀ ਆਪਣੇ ਹਿੰਦੂ ਕਲਚਰ ਦੇ ਹਿਸਾਬ ਨਾਲ, ਜਿੱਦਾਂ ਉਹਦੇ ਵਿੱਚ ਨਾ ਮੈਨੂੰ ਜਿੱਥੇ ਤੱਕ ਯਾਦ ਹੈ ਵੇਖਿਆ ਵੀ ਸ਼ਿਵਜੀ ਜੀ ਨਾ ਏਦਾਂ ਚੌਂਕੜੀ ਮਾਰ ਕੇ ਬੈਠੇ ਓਮ ਓਮ ਕਰਦੇ ਹੁੰਦੇ ਹਨਾ। ਤੇ ਮੈਂ ਆਪਣੇ ਨਾਲ ਦੇ ਯਾਰ ਦੋਸਤ ਨੂੰ ਪੁੱਛ ਲਿਆ ਵੀ ਜਿੱਦਾਂ ਅਸੀਂ ਆਪਸ ਚ ਗੱਲਬਾਤ ਕਰਦੇ ਸੀ ਉਦੋਂ, ਵੀ ਉਹਨੇ ਉਹਨੂੰ ਪੁੱਛ ਲਿਆ ਵੀ ਕਹਿੰਦਾ ਵੀ ਤੈਨੂੰ ਪਤਾ ਵੀ ਸ਼ਿਵਜੀ ਦੀ ਭਗਤੀ ਕਿਹਦੀ ਕਰਦੇ ਪਏ ਨੇ। ਮੈਂ ਕਿਹਾ ਯਾਰ ਮੈਨੂੰ ਤਾਂ ਪਤਾ ਨਹੀਂ। ਉਹ ਵੀ ਕਹਿੰਦਾ ਮੈਨੂੰ ਪਤਾ ਨਹੀਂ, ਕਹਿੰਦਾ ਮੈਂ ਪੁੱਛੂੰਗਾ ਘਰੇ ਜਾ ਕੇ ਹਨਾ। ਸਾਡੇ ਵੈਸੇ ਮਨ ਚ ਸਵਾਲ ਆਇਆ। ਤੇ ਉਸ ਤੋਂ ਬਾਅਦ ਜਿਹੜਾ ਸਾਡਾ ਡਰਾਈਵਰ ਸੀ ਨਾ, ਜਿਹੜਾ ਭੂੰਡੀ ਦਾ ਡਰਾਈਵਰ ਸੀ, ਉਹਨੇ ਸਾਨੂੰ ਪ੍ਰਵਚਨ ਦਿੱਤਾ। ਕਹਿੰਦਾ ਜੀ ਮੈਂ ਤੁਹਾਨੂੰ ਦੱਸਦਾ ਦੋਵੇਂ ਬੱਚਿਆਂ ਨੂੰ ਵੀ ਉਹ ਕਿਹਦੀ ਭਗਤੀ ਕਰਦੇ ਹੁੰਦੇ। ਮੈਂ ਕਿਹਾ ਦੱਸੋ। ਉਹ ਕਹਿੰਦਾ ਵਾਹਿਗੁਰੂ ਵਾਹਿਗੁਰੂ ਜਪਦੇ ਹੁੰਦੇ ਸੀ ਸ਼ਿਵ ਜੀ। ਤੇ ਆਹ ਵਿਚਾਰ ਸੁਣਨ ਤੋਂ ਬਾਅਦ ਮੈਂ ਹੈਰਾਨ ਪਰੇਸ਼ਾਨ, ਮੈਂ ਕਿਹਾ ਯਾਰ ਬੜੀ ਵੱਡੀ ਗੱਲ ਹੈ। ਮੈਂ ਘਰੇ ਪਹੁੰਚਿਆ, ਮੈਂ ਘਰੇ ਪਹੁੰਚ ਕੇ ਮੈਂ ਆਪਣੇ ਫਾਦਰ ਸਾਹਿਬ ਨੂੰ ਦੱਸਿਆ। ਮੈਂ ਕਿਹਾ ਡੈਡੀ ਤੁਹਾਨੂੰ ਪਤਾ ਸ਼ਿਵ ਜੀ ਏਦਾਂ ਨਾ ਵਾਹਿਗੁਰੂ ਵਾਹਿਗੁਰੂ ਕਰਦੇ ਹੁੰਦੇ ਸੀ। ਪਹਿਲਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਕੁਛ ਨੀ ਬੋਲੇ। ਕਹਿੰਦੇ ਅੱਛਾ ਵੀ ਤੈਨੂੰ ਕਿਹਨੇ ਵਿਚਾਰ ਦੱਸਿਆ ਵੀ ਏਦਾਂ ਕਿਹਨੇ ਦੱਸਤੀ ਗੱਲ ਹੈ ਵੀ ਏਡੀ ਵੱਡੀ ਗੱਲ ਹੈ, ਤੈਨੂੰ ਕਿਹਨੇ ਦੱਸਤੀ। ਮੈਂ ਕਿਹਾ ਆਪਣਾ ਭੂੰਡੀ ਦਾ ਡਰਾਈਵਰ ਆ, ਵੀ ਨਾਮ ਨੀ ਮੈਨੂੰ ਯਾਦ ਹਾਲੇ ਹਨਾ। ਤੇ ਮੈਂ ਕਿਹਾ ਉਹਨੇ ਦੱਸੀ। ਡੈਡੀ ਕਹਿੰਦੇ ਠੀਕ ਹੈ ਵੀ ਤੈਨੂੰ ਮੈਂ ਸਵੇਰੇ ਇਸ ਚੀਜ਼ ਦਾ ਆਂਸਰ ਦਊਂਗਾ। ਜਦੋਂ ਸਵੇਰੇ ਉਹ ਆਇਆ ਨਾ ਲੈਣ ਮੈਨੂੰ, ਮੇਰੇ ਫਾਦਰ ਸਾਹਿਬ ਥੱਲੇ ਉਧਰ ਜ਼ਿਆਦਾ ਮੋਸਟਲੀ ਉਤਰਦੇ ਨੀ ਹੁੰਦੇ ਸੀ ਉਦੋਂ, ਵੀ ਸੈਕੰਡ ਫਲੋਰ ਤੇ ਇੱਦਾਂ ਰਹਿੰਦੇ ਸੀ। ਤੇ ਡੈਡੀ ਨਾਲ ਥੱਲੇ ਉਤਰੇ ਤੇ ਪਹਿਲਾਂ 2 ਉਹਨੇ ਧਰੀਆਂ ਤੇ ਫੇਰ ਉਹਨੂੰ ਪੁੱਛਿਆ ਵੀ ਹੁਣ ਦੱਸ ਵੀ ਕੌਣ ਕਿਹਦੀ ਪੂਜਾ ਕਰਦਾ ਹੁੰਦਾ ਸੀ। ਮਤਲਬ ਇਹ ਇਹਨਾਂ ਦੇ ਦਿਮਾਗ ਚ ਭਰਿਆ ਗਿਆ ਆ ਕਿ ਵਾਕਿਆ ਸ਼ਿਵ ਜੀ ਵਾਹਿਗੁਰੂ ਵਾਹਿਗੁਰੂ ਜਪਦੇ ਹੁੰਦੇ ਸੀ। ਵੀ ਕਿੰਨਾ ਮੇਰੀ ਇਸ ਵਕਤ 32 ਸਾਲ ਉਮਰ ਆ ਤੇ ਮੈਂ ਕਿੰਨੀ ਪੁਰਾਣੀ ਗੱਲ ਕਰਦਾ ਪਿਆ। ਮੈਂ ਤਕਰੀਬਨ ਆਈ ਥਿੰਕ 5ਵੀਂ 6ਵੀਂ ਚ ਪੜ੍ਹਦਾ ਹੋਊਗਾ ਜਦੋਂ ਦੀ ਗੱਲ ਦੱਸਣ ਦੇ ਤੁਹਾਨੂੰ। ਆਹ ਹਾਲਾਤ ਨੇ ਇਹਨਾਂ ਦੇ। ਤਰੀਕਾ ਹੀ ਆਹੀ ਆ ਭਾਜੀ। ਚੱਲ ਗਏ ਭਾਜੀ ਮੇਨ ਪਤਾ ਕੀ ਹੈ, ਸਭ ਚਲਾ ਗਿਆ ਉਹ ਸਭ ਇਹਨਾਂ ਨੇ ਕਾਪੀ ਪੇਸਟ ਕੀਤਾ ਹੈ, ਚੱਕਿਆ ਹੈ। ਹੁਣ ਥੱਲੇ ਚਿਰਾਗ ਬੈਠਾ ਹੈ ਇੱਕ ਬੰਦਾ ਨਾ। ਯਾਰ ਗੱਲ ਦੇਖੀ ਆਉਂਦਾ ਜਦੋਂ ਗੱਲ ਉਹੀ ਗੱਲ ਤਾਂ ਮੈਂ ਫੇਰ ਰਿਪੀਟ ਕਰੂੰਗਾ। ਜਿਹੜੀਆਂ ਚੀਜ਼ਾਂ ਖੁਦ ਨਹੀਂ ਮੰਨਦੇ ਉਹ ਦੂਜੇ ਨੂੰ ਕਹਿ ਰਹੇ ਆ ਕਿ ਹਾਂਜੀ ਤੁਸੀਂ ਆਹ ਚੀਜ਼ ਕਿਉਂ ਨਹੀਂ ਮੰਨਦੇ, ਕਿ ਤੁਸੀਂ ਆਹ ਚੀਜ਼ ਕਰਦੇ ਆ। ਮਤਲਬ ਕਿ ਜੇ ਦੇਖਿਆ ਜਾਵੇ ਨਾ, ਜਿਹੜੀ ਸਦੀ ਗੁਰੂ ਨਾਨਕ ਦੇਵ ਸਾਹਿਬ ਦੀ ਸੀਗੀ ਨਾ, ਉਹ ਸਦੀ ਵਿੱਚ ਉਹਨਾਂ ਤੋਂ ਵੱਡਾ ਮੇਰੇ ਖਿਆਲ ਤੋਂ ਕਟਾਕਸ਼ਕਾਰ ਕੋਈ ਹੋਇਆ ਨਹੀਂ ਕਿਸੇ ਵੀ ਚੀਜ਼ ਤੇ, ਜਿੰਨੇ ਉਹਨਾਂ ਨੇ ਕਟਾਕਸ਼ ਕੀਤੇ ਆ। ਹਾਂ, ਉਹ ਹੁਣ ਉਹੀ ਲੋਕ ਜਿਹੜੇ ਗੁਰੂ ਨਾਨਕ ਦੇਵ ਜੀ ਵਿੱਚ ਪੂਰੀ ਸ਼ਰਧਾ ਰੱਖਦੇ ਆ, ਉਹ ਦੂਜੇ ਬੰਦੇ ਨੂੰ ਕਹਿ ਰਹੇ ਆ ਕਿ ਉਹ ਆਪਣੀ ਸਦੀ ਵਿੱਚ ਜਦੋਂ ਆਇਆ ਤਾਂ ਉਹਨੇ ਕਟਾਕਸ਼ ਕਿੱਦਾਂ ਕਰਤੇ ਕਿਸੇ ਤੇ, ਉਹਦੀ ਹਿੰਮਤ ਕਿੱਦਾਂ ਹੋਈ ਕਟਾਕਸ਼ ਕਰਨ ਦੀ। ਨਹੀਂ ਜੀ, ਸਾਡਾ ਧਰਮ ਦਿੰਦਾ ਵਾ ਕਟਾਕਸ਼ ਇਜਾਜ਼ਤ, ਹਰਜ ਕੀ ਹੈ ਜੀ? ਸਾਡੇ ਧਰਮ ਚ ਅਲਾਉਡ ਹੈ, ਸਾਡੇ ਚ ਨਹੀਂ ਹੈਗਾ। ਕਿਸੇ ਕੋਲ ਰੀਜ਼ਨਿੰਗ ਹੈਗੀ ਆ ਕਿਸੇ ਚੀਜ਼ ਦੀ, ਉਹ ਕਰ ਸਕਦਾ ਵਾ ਗੱਲ। ਸਾਡੇ ਤਾਂ 4 ਵਾਕ ਨੂੰ ਵੀ ਅਚਾਰੇ ਕਿਹਾ ਗਿਆ ਵਾ ਕਿ ਅਚਾਰੇ 4 ਵਾਕ ਹੈਗੇ ਆ। ਬਿਲਕੁਲ ਜੀ, ਤਾਂ ਹੀ ਤਾਂ ਸਾਡਾ ਸਨਾਤਨ ਧਰਮ ਹੈ। ਅਸੀਂ ਤਾਂ ਜਿਹੜੇ ਸਾਡੇ ਉਹ ਹੈਗੇ ਆ ਰਾਕਸ਼ਸਾਂ ਦੇ ਗੁਰੂ ਸ਼ੁਕਰਾਚਾਰਿਆ, ਉਹਨਾਂ ਨੂੰ ਵੀ ਗੁਰੂ ਕਹਿ ਕੇ ਬੁਲਾਈਦਾ ਵਾ। ਉਹਨਾਂ ਦੀ ਕੋਈ ਉਪਲਬਧੀਆਂ ਆ ਕਿਉਂਕਿ ਆਪਸ ਚ ਦਵਿੰਦਰ ਦੇ ਟੋਨੀ ਬਲ ਦੇ ਰੂਮ ਚ ਪਤਾ ਕੀ ਕਹਿੰਦਾ ਪਿਆ ਸੀ? ਕਹਿੰਦਾ ਸਾਨੂੰ ਸਾਰਿਆਂ ਨੂੰ ਨਾ ਆर्य समाज ਦੀ ਭੰਡੀ ਕਰਨੀ ਚਾਹੀਦੀ ਆ, ਉਹਦੇ ਅਗੇਂਸਟ ਰੂਮ ਬਣਾਉਣੇ ਚਾਹੀਦੇ ਆ, ਬਾਕੀ ਕੰਮ ਆਪੇ ਹੀ ਹੋ ਜਾਣਾ। अच्छा मनीष जी, आप चिराग की क्या बात कर रहे हो? जो लड़का चिराग पंडित नीचे आया आईडी से, मैं इसी बात बोल रहा था कि अरे नहीं, वो तो मुझे पता नहीं कौन है, बट मैं ये कह रहा हूँ सब कुछ इन्होंने कॉपी पेस्ट कर रखा है। अब जो चिराग ने जो डीपी लगा रखी है ना, आप उस डीपी को देखो,
और जो सिखिज्म का एक ओंकार का जो साइन है वो अपने अपना ओम देखो, की तरह है ये बिल्कुल। ये जो है ये शारदा स्क्रिप्ट, ये शारदा स्क्रिप्ट है, ये शारदा स्क्रिप्ट की शारदा ओम लिपि है। में है ये, शारदा लिपि के अकॉर्डिंगली ये अपना ओम है ये। ठीक है, आप जो एक ओंकार आप गूगल पे सर्च करो और वो देखो कितना फर्क है। बस डंडी इधर को कर दी और एक डंडी वहां को कर दी बस। ਉਹ ਯਾਰ ਮੈਂ ਤਾਂ ਨੀਚ ਜੀ ਨਾ- ਉਹ ਜਿਹੜੀ ਪਾਲਾ ਡਾਇਨੈਸਟੀ ਦਾ ਜਿਹੜਾ ਖੰਡੇ ਦਾ ਨਿਸ਼ਾਨ ਸੀ ਜਿੱਤੇ ਮਾਤਾ ਰਾਣੀ ਦੀ ਫੋਟੋ ਵੀ ਬਣੀ ਆ ਮੋਰੇ, ਬਿਲਕੁਲ ਬਿਲकुल ਉਹ ਰਾਣਿਆ ਇਹਨਾਂ ਨੇ ਉਹ ਕਰਕੇ ਮਾਤਾ ਰਾਣੀ ਨੂੰ ਸਾਈਡ ਕਰਕੇ ਉਹ ਕਹਿੰਦਾ ਜੀ ਆ ਸਾਡੇ ਲਈ ਸਾਡਾ ਨਿਸ਼ਾਨ ਹੈਗਾ ਜੀ। ਉਹ ਮਤਲਬ ਕਿ ਯਾਰ ਤੁਸੀਂ ਤਾਂ ਉੱਥੋਂ ਲਿੱਤਾ ਹੋਇਆ ਸਾਡੇ ਉਹਦੇ ਚੋਂ ਹੀ, ਬਾਅਦ ਚ ਤੁਸੀਂ ਮਤਲਬ ਕਿ ਕੀ ਕਰਦੇ ਰਹਿੰਦੇ ਆ ਨਾ। रोहन भाई पता है क्या करने पे, मगर अगर उतरने पे आया ना मतलब धज्जियां उड़ा रहे हैं, धज्जियां। They don't have anything ਸਾਡਾ new. ਵੱਖਰਾ ਸਟਾਈਲ ਆ ਜੀ, Be very true. ਵੱਖਰਾ ਸਟਾਈਲ ਆ। ਆ ਕਹਿੰਦੇ ਕਿ ਦੋ ਧਾਰੀ ਜਿਹੜੀ ਆ ਖੰਡਾ ਹੈਗਾ ਵਾ ਆ ਇਹਨਾਂ ਨੇ ਇਜਾਦ ਕੀਤਾ ਵਾ। ਉਹ ਮੈਂ ਉਹਦੀ ਫੋਟੋ ਹੀ ਦੇਖ ਕੇ ਹੈਰਾਨ ਹੋ ਗਿਆ, ਮੈਂ ਕਿਹਾ ਤਾਂ ਭਰਾਵਾ ਪਹਿਲੇ ਹੀ ਪਿਆ ਹੋਇਆ ਵਾ ਸਾਡੇ। ਨਹੀਂ ਭਾਜੀ ਉਹਨਾਂ ਨੇ ਕਾਪੀ ਕਰ ਕੀਤਾ ਪਹਿਲਾਂ ਇਹਨਾਂ ਤੋਂ, ਇਜਾਦ ਇਹਨਾਂ ਨੇ ਕੀਤਾ, ਉਹ ਕਾਪੀ ਪਹਿਲਾਂ ਹੋ ਗਿਆ ਐਕਚੁਅਲੀ, ਤੁਹਾਨੂੰ ਪਤਾ ਨਹੀਂ। फर्स्ट कॉपी है, फर्स्ट कॉपी नहीं जी नहीं। गटका जो गटका खेलते हैं ये, वो भी जो अपना सनातन धर्म से जो कलाई पात्रू है वो उसमें से निकला हुआ है। नहीं गत्तका भाजी टर्की का है। नहीं जी कलाई पात्रू गटके से निकला है, वो पहले निकल गया, उन्होंने पहले निकाल लिया गटका, उन्होंने पहले कलाई पात्रू निकाल लिए, वो ये इनकी वो खूबी है। मैं तो गल कहता भाजी एक इंदा ਜਿਹੜਾ ਉਹ ਹੈ ਨਾ ਨੀਡਰ ਸਿੰਘ ਕੁਝ ਹੈ ਉਹੀ ਕਹਿ ਰਿਹਾ ਸੀ ਗਤਕਾ ਜਿਹੜਾ ਹੈਗਾ ਉਹ ਭਾਜੀ ਮੇਰੇ ਖਿਆਲ ਤੋਂ ਉਹਨੂੰ ਵੀ ਆ ਕਹਿੰਦੇ ਆ ਕਿ ਉਹ ਰੀਅਲ ਸਿੱਖ ਨਹੀਂ ਹੈਗਾ, ਉਹ ਗਾਲਾਂ ਹੀ ਕੱਢਦੇ ਆ। ਉਹ ਸਨਾਤਨੀ ਦੀ ਗੱਲ ਕਰਦਾ ਨੀਡਰ ਸਿੰਘ नहीं बेसिकली ना उससे पहले उसने ना एक बयान दिया था, उसने ये बोला था कि जो बहनें हैं अगर उनकी इच्छा है बाल कटवाने की या कलर करवाने की तो वो अपनी इच्छा के हिसाब से करवा सकती हैं। तो इस बात पे उससे माफिया मंगवाई थी, उसकी वीडियो पड़ी है यूट्यूब में। बस ये हुआ था और उसके बाद से रवि सिंह एक यूट्यूबर है, उसके साथ वो मतलब पूरी सिख हिस्ट्री जो है वाले रवि सिंह झटका वाले उसमें बातें करते ये ना मैं एक बात और बताऊं आपको, थोड़ा सा ना जैसे मुंह करना सच में सीखे हम भी। हर बात को ना हमें ये बात कहने की जरूरत नहीं है कि हाँ जी कोई भी कुछ भी हो गया, हाँ इसका हम प्रूफ देते हैं, इसका हम ये करते हैं, कह दो भी नहीं अभी ऐसे हम मानते ही नहीं, कर दो जो करना। ये हमसे पूछने आते हैं इस रूम में और हमें हर बार भी बोलना पड़ता है कि नहीं यार हम तो 10 गुरुओं की बेइज्जती भी नहीं करते, हम तो आस्था रखते हैं। तुम कितनी आस्था रखते हो पहले ये तो बताओ। और क्या, अगले ने साफ वहां पे बोल दिया, कहता राम तो वो है हुए ही नहीं, इतिहास है। हाँ साफ पहले कह दिया है ना, थोड़ा एटीट्यूड चेंज करना पड़ेगा थोड़ा। नहीं एक और बात है, गुरुओं को जैसे अनअपोलोजेटिक होना पड़ेगा हमें इतना भी नहीं। वही तभी मैंने कहा कि फिर गुरु नानक देव जी पे बताओ पहले भाई कि उन्होंने इतने ज्यादा वो चीजों पे कटाक्ष किया, सारा कुछ किया है जिसको उन्होंने कहा ये पाखंड है। या गुरु जैसे हमारे गुरु ग्रंथ साहब में लिखा है कि जो व्रत रखती हैं वो ना सुहागन ना रंड, मतलब इतनी ज्यादा जैसे शब्दावली ऐसे बोली हुई है कि जो आम नहीं हम कर सकते, फिर भी उसको ये लोग जस्टिफाई करते हैं हर चीज को कि हाँ वो लिखा है तो हमारा ठीक है। अगर किसी दूसरे बंदे ने लिख दिया इस चीज के बारे में या गुरु साहब के बारे में तो वो गलत है वो बंदा, क्योंकि उसने सिर्फ गुरु साहब के, अगर गुरु साहब के बारे में ना लिखा होता उन्होंने तो फिर ठीक था सारा कुछ उसका। ये है रियल में। भाई देखो हमने तो उनको आए थे, मैंने सभी को इसलिए चुप करा दिया, बोल रहा था सभी बोल रहे हो ऐसे बात नहीं होगी, तब टाइम है क्या चल तू गल कर ली आफत नाल कर ली, एक बारी थोड़ा जिहा निकल के आवे सच सामने, बट वो चला गया ਇਹਦਾ मतलब ਉਹਦੇ ਕੋ ਹੈ ਨਹੀਂ ਕੁਝ। ਉਹ ਯਾਰ ਜਦੋਂ ਰੋਡ ਭਰਾ ਨੇ ਪੁੱਛਿਆ ਵਾ ਚੁੱਪ ਕਰ ਗਿਆ 1 ਮਿੰਟ ਲਈ, ਬੋਲਿਆ ਹੀ ਨਹੀਂ। ਉਹ ਚੁੱਪ ਕਰ ਬੋਲਿਆ ਹੀ ਨਹੀਂ, ਫਿਰ ਉਹਨੇ ਕਿਹਾ ਵੀ ਹਾਂ ਵੀ ਨਹੀਂ ਮੰਨਦੇ ਹਨਾ, ਵੀ ਨਹੀਂ ਉਹਨਾਂ ਨੇ ਪੁੱਛਿਆ, ਪਹਿਲਾਂ ਉਹ ਬੋਲਿਆ ਹੀ ਨਹੀਂ। ਪਿਛਲੀ ਵਾਰ ਇਸ ਬੰਦੇ ਨੇ ਸਿੱਧੇ ਤੌਰ ਤੇ ਗਾਲਾਂ ਕੱਢੀਆਂ ਸੀਗੀਆਂ ਸਾਰਿਆਂ ਨੂੰ, ਸਾਰੇ ਰਾਮ ਜੀ ਨੂੰ ਵੀ ਸਾਰਿਆਂ ਨੂੰ, ਤੁਹਾਨੂੰ ਜੇ ਚੇਤਾ ਹੋਵੇ। ਬਾਅਦ ਚ शिवजी भगवान जी दी फोटो ला के आया सी ना, शिवजी भगवान जी दी हाँ जी, पर ਉਹ ਤੋਂ ਬਾਅਦ ਕੋਈ ਗੱਲ ਹੋਈ ਸੀ ਤੇ ਇਹਨੇ ਗਾਲਾਂ ਕੱਢਿਆ ਸੀ ਇੱਥੋਂ ਦੀ ਕਿ ਝੂਠ ਆ ਪਤਾ ਨਹੀਂ ਕੀ ਕਰ ਕਰਕੇ। ਅੰਦਰ ਦੀ ਜਿਹੜੀ ਸੱਚਾਈ ਆ ਉਹ ਆਹੀ ਆ ਇਹਨਾਂ ਦੀ, ਉੱਪਰੋਂ ਦੀ ਆ ਪਤਾ ਕੀ ਆ ਜਿੱਦਾਂ ਸਾਡਾ
ਜਿਹੜਾ ਲਾਲੀ ਭਾਈ ਹੈਗਾ ਆ ਜਾਂ ਬਾਕੀ ਕੋਈ ਹੈਗੇ ਆ ਬੰਦੇ ਜਿਹੜੇ ਉਹ ਇਹਨਾਂ ਦੇ ਲੋਲੀਪੌਪ ਚ ਆ ਜਾਂਦੇ ਆ, ਉਹਨਾਂ ਨੂੰ ਲੋਲੀਪੌਪ ਚੂਸਣ ਦਾ ਸ਼ੌਂਕ ਆ। ਚਲੋ ਪਰ ਇੱਕ ਚੀਜ਼ ਵਧੀਆ, ਮੈਂ ਉਹ ਸਕਰੀਨਸ਼ਾਟ ਲੈ ਲਿਆ ਸੀ ਜਿਹੜਾ ਸ਼ਬਦ ਪੜਿਆ ਸੀ, ਉਹ ਕਹਾ ਆਪਾਂ ਕੰਮ ਆ ਸਕਦਾ ਵੀ ਗੁਰੂ ਗ੍ਰੰਥ ਨਹੀਂ ਉਹ ਤਾਂ ਪਤਾ ਹੀ ਆ ਸਾਰਿਆਂ ਨੂੰ, ਉਹ ਤਾਂ ਸਾਰਿਆਂ ਨੂੰ ਪਤਾ ਵਾ। ਆਹ ਤਾਂ ਚੀਜ਼ ਆਲੇ ਸਮਾਜ ਵੀ ਕਹਿੰਦਾ ਵਾ ਕਿ ਉਹਦੇ ਯੁੱਗ ਚ ਉਹ ਹੋਇਆ, ਉਹਦੇ ਯੁੱਗ ਚ ਉਹ ਹੋਏ ਆ, ਤੇ ਆਹ ਸਭ ਚੀਜ਼ਾਂ ਤਾਂ ਸਾਰੀ ਦੁਨੀਆ ਮੰਨਦੀ ਆ, ਇਹਦੇ ਚ ਕੋਈ ਉਹ ਥੋੜਾ ਨਾ ਕਿ ਉਹਨਾਂ ਨੇ ਕੁਛ ਨਵੀਂ ਚੀਜ਼। ਉਹੀ ਗੱਲ ਆ ਜਦੋਂ ਨਹੀਂ ਉਹ ਮੰਨਦੇ ਨਹੀਂ, ਉਹ ਤਾਂ ਹੈ ਜਦੋਂ ਹੈ ਨਾ ਰਾਮ ਨੂੰ ਰਮਿਆ ਕਹਿ ਦਿੰਦੇ, ਹੁਣ ਸਾਡੇ ਕੋਲ ਆ ਗਿਆ ਭਾਈ ਰਾਮ ਦੇ ਨਾਲ ਰਘੁਵੰਸ਼ ਵੀ ਉਹਨਾਂ ਦਾ ਪੂਰਾ ਕੁੱਲ, ਜਿੱਦਾਂ ਸਾਨੂੰ ਨੀ ਇਹ ਕਹਿ ਦਿੰਦੇ ਗੰਗੂ ਬਾਹਮਣ ਪੇਪਰ पूरा वो आपा भी कह सकते हैं ना, अपने को एक पूरा कहने ਨੂੰ ਗੱਲ ਹੋ गई। पॉसिबल हुआ वो स्क्रीनशॉट ना लगा लेना, मैं भी ले लूंगा। मुझे ना किसी व्यक्ति को दिखाना है, ये जो रघुवंश वाली लाइन है ना, लगा देना थोड़ी देर के लिए और मैं आपकी स्क्रीनशॉट ले लूंगा। ठीक है वाहे गुरु। जरनैल से नहीं आया आज। अच्छा यार, उस पे भी रूम बनाओ यार, कोर वॉइसेस वाला जो है ना, उस पे भी रूम बनाओ। पंडित जी पता की कहते अपना आप बचपन तो हास्य निकल दसा, एक बंदा एक आके कहता यार इदा क्यों कहते हैं कि ਉਹ ਰਾਮ ਰਮਿਆ ਹੋਇਆ, ਪੰਡਤ ਜੀ ਕਹਿੰਦੇ ਉਹ ਆਪਣੀ ਭੈਣਾਂ ਵੀ ਤਾਂ ਰਮਦੇ ਫਿਰਦੇ ਆ। ਉਹ ਰਾਮ ਰਾਜਾ ਜੀ ਬੁਰਾ ਹੋ ਗਿਆ, ਕਹਿੰਦੇ ਹੁਣ ਆਪਣੀ ਭੈਣਾਂ ਵੀ ਤਾਂ ਰਮਦੀ ਫਿਰਦੇ ਆ, ਇਹ ਤਾਂ ਉਹ ਰਮੇ ਹੋਏ ਆ ਕਿੰਨੇ ਚੰਗੀ ਤਰ੍ਹਾਂ। ਉਹ ਆਹੋ ਯਾਰ, ਫਿਰ ਇਹ ਕਿਹੜਾ ਮਤਲਬ ਹੋ ਗਿਆ, ਨਵਾਂ ਹੀ ਮਤਲਬ ਕੱਢ ਲਿਆ ਨਾ, ਰਮਿਆ ਹੋਇਆ। ਇਹ ਕਿਹੜੀ ਚੀਜ਼ ਰਮੀ ਹੋਈ ਹੈ ਨਾ ਭਾਈ, ਇਹਨਾਂ ਨੂੰ ਕੋਈ ਨੌਲੇਜ ਨਹੀਂ, ਕੁਛ ਨਹੀਂ ਹੈ। ਜਿਹਨਾਂ ਨੂੰ ਇੰਨਾ ਪੁੱਛ ਲਓ ਨਾ ਕਿ ਗੁਰਮੁਖੀ ਦੀ ਮਤਲਬ ਬੇਸਿਕ ਜਿਹੜਾ ਬੇਸ ਗੁਰਮੁਖੀ ਦਾ ਬੇਸ ਕੀ, ਇਹਨਾਂ ਨੂੰ ਆਹੀ ਨਹੀਂ ਪਤਾ ਹੋਣਾ। ਇਹ ਜਿਹੜੀ ਸੰਸਕ੍ਰਿਤ ਦੀ ਗੱਲਾਂ ਕਰਦੇ ਨਾ ਕਿ ਨਹੀਂ ਭਾਜੀ, ਮੈਂ ਡਿਸਐਗਰੀ ਕਰਦਾ, ਇਹਨਾਂ ਨੂੰ ਪਤਾ ਆ ਸਿਰਫ ਜਰਨੈਲ ਸਿੰਘ ਦੇ ਟੱਟਿਆਂ ਬਾਰੇ ਤੇ ਜਰਨੈਲ ਸਿੰਘ ਦੇ ਲੰਨ ਬਾਰੇ, ਉਸ ਤੋਂ ਬਾਅਦ ਇਹਨਾਂ ਨੂੰ ਕੱਖ ਨਹੀਂ ਪਤਾ। ਨੈਸਟੀ ਮੋਹਿਤ, ਨੈਸਟੀ सॉरी रॉन भाई। अरे ਇਹਨਾਂ ਨੇ PhD ਕੀਤੀ ਹੋਈ ਆ ਵੀ ਉਹਦਾ ਬਿੰਗਾ ਸੀ ਕਿ ਟੇਡਾ ਹੀ, ਇਹਨਾਂ ਨੇ ਇਹਨਾਂ ਚੀਜ਼ਾਂ 'ਚ ਇਹਨਾਂ ਨੂੰ ਪਤਾ ਵੀ ਪੂਰੀ ਨੌਲੇਜ ਆ ਵੀ ਉਹ ਕਿੱਦਾਂ ਪਾਉਂਦਾ ਸੀ, ਕਿੱਦਾਂ ਲੰਮੀ ਪਾਉਂਦਾ ਸੀ, ਇਹਨਾਂ ਨੂੰ ਇਹ ਚੀਜ਼ ਦੀ ਪੂਰੀ ਫੁੱਲ ਨੌਲੇਜ ਹੋਏਗੀ। ਇਹ ਨਹੀਂ ਮੈਂ ਕਹਿ ਸਕਦਾ ਵੀ ਨਹੀਂ ਹੋਏਗੀ ਇਹਨਾਂ चीजें। यार वैसे ना मैं एक चीज देखता हूँ कि यार जो जैन और बौद्ध है चुप करके बैठे हुए और आनंद ले रहे हैं। वो अगर आप देखो इस बात का, कुछ पता लगता है उनके बारे में, क्या हुआ क्या नहीं, वो मस्ती कर रहे हैं वो अपने मंदिरों में, अपने ही विचार। ਰੋਨ ਭਾਈ ਪਤਾ ਕੀ ਗੱਲ ਆ, ਜਿੱਦਾਂ ਹੁਣ ਆਪਣੀ ਆਵਾਜ਼ ਨਹੀਂ ਗੂੰਜਦੀ ਨਾ, ਆਪਾਂ ਆਪਣਾ ਰਾਮਲੀਲਾ ਦਾ ਅਟੈਕ ਆ, ਆਪਣੀ ਆਵਾਜ਼ ਨਹੀਂ ਗੂੰਜਦੀ, ਉਦਾਂ ਉਹਨਾਂ ਦੀ ਨਹੀਂ ਸ਼ਾਇਦ ਆਵਾਜ਼। बौद्ध और जैन चुप बैठे हैं, क्या बौद्ध और जैन का बॉर्डर लगता है कहीं पे? या उनका कोई प्रदेश है, पहले तो ये पूछूंगा मैं। नहीं प्रदेश छोड़िए सर, मैं उस चक्कर में पढ़ूंगा नहीं। बॉर्डर लगता है उनका कहीं? बिल्कुल, जैन उधर गुजरात में बहुत है, पाकिस्तान के साथ लगता है। ओके गुड, नाइस राइट। सर एक्चुअली क्या होता है ना, जो इंटेलेक्चुअल थे ना वो बंदा सिंह बहादुर के बाद वो खत्म हो गए, बाकी जो चला है वो आप हिसाब ला सकते हैं, उसके बाद सब चेंज है। इसलिए हमें सनातनी है जो सिख है उनको तलाशना चाहिए, जो किसी पर्टिकुलर एक पार्टी के या धर्म के हैं या किसी संस्था के हैं, वो सिख हो ही नहीं सकते। जो पूरे कॉस्मो के हैं वो एक ऑर्गेनाइजेशन के कैसे हो सकते हैं? पहले तो ये इनका बदलना पड़ेगा ना, ये गलत यूज कर रहे हैं, सिखों को भी बदनाम कर रहे हैं जो असली सिख हैं ये लोग। और मैं वैसे तो दविंदर चला गया यार, इससे एक बड़ा मजेदार सवाल पूछना था कि अगर एक केशधारी एक सिख नौजवान या बूढ़ा जिसने पूरे पंच ककार उसने धारण किए हुए हैं और वो पूजा पद्धति में विश्वास रखता है, वो आरती में विश्वास रखता है और वो मंदिर जाके श्री राम या वो टीका लगा लेगा, तो क्या इस पे ये फतवा जारी कर देंगे उस पहले भी मैं जानना चाहूंगा कि जैसे हमारे गुरु हुए हैं श्री पातशाह जो कलगी वाले हैं, दशमेश पातशाह जी हैं, उससे पहले भी जितने हुए हैं गुरु, पहले तो उनके साथ कोई ऐसा कॉन्सेप्ट नहीं जुड़ा हुआ, और उससे भी पहले अगर जा रहे हैं जो बानी में भी जितने फरीद हैं कबीर हैं, वो जो भी गुरु नानक जी से पहले के हैं, जो हमारे महापुरुष हैं या जिनको हम गुरु भी मान सकते हैं, अगर गुरु ग्रंथ साहब को गुरु मान रहे हैं, तो जो उसमें 35 लोग जो
व्यक्ति की वाणी है या महापुरुषों की वाणी है, वो भी गुरु ही हुए। तो वो तो गुरु नानक से भी पहले बोल रहे हैं वो बात। तो ये जो पोलराइजेशन कर रहे हैं, जो पॉलिटिकली पोलराइजेशन कर रहे हैं, एक बात तो पहले समझनी पड़ेगी हमको, क्योंकि ये लोग क्या है, मान लीजिए एक पहरेदार ने एक खबर छापी थी भी हमारे जो 1920 का जो वो लॉ फॉलो कर रहा है, वो गुरु नानक की बानी या गुरु ग्रंथ साहब की बानी या उसके ऑर्डर नहीं फॉलो कर रहा। वो क्या है, 1920 के बाद जो सिखिज्म का जो इन्होंने ऑर्गेनाइजेशन की है ना, वो इन्होंने क्या किया है, एक पूरा यूनिवर्स का एक हम जैसे बच्चे हैं, उनको इन्होंने क्या किया कि धर्म को ही कॉर्पोरेट सेक्टर में डाल दिया। मतलब कॉर्पोरेट सेक्टर तो वाइड है, जो इसमें मेहनत करेगा वो आगे बढ़ता जाएगा, लेकिन इन्होंने क्या किया, एक सांचे में डाल दिया उसको, एसजीपीसी बना के। उसके बाद जो भी कोई व्यक्ति अपना नया विचार देना चाहता है, आगे बढ़ना चाहता है, वो उसकी वैल्यू ही नहीं है। बताइए तो सही सर। उसके बाद अगर कोई भी स्कॉलर है, कोई भी बंदा है, अगर कटाक्ष भी करता है, हमारे सनातन में क्या है, हमारे गुरुओं की भी जो है गोष्ठी है, विचार चर्चा है, लेकिन इनके साथ विचार चर्चा गोष्ठी करके देखो, ये ब्लेम कर देंगे। जैसे एक बार आशीष उन्होंने की थी गोष्ठी भी जिनेऊ के संदर्भ में, तो इन लोगों ने तो ब्लेम करना शुरू कर दिया भी हाँ, आपने तो हमारे गुरुओं को गाली निकाल दी। ये ऐसा प्रोपेगेंडा बनाते हैं। इनसे एक्चुअली बात करेंगे तो मेरे को लगता है कि आपको ज़ोंबी भाई, अभी आपने जो बात बताई थी कि जो गुरुओं से परे रहे हैं उनको भी गुरुओं का सम्मान, नहीं तो हम चंद लोग बैठ के इस रूम में दे सकते हैं। बड़े लेवल पे, ग्लोबल लेवल पे वो भगत है, चाहे फिर वो रविदास महाराज हो, चाहे वो कबीर हो या नामदेव हो, वो भगत, उनको गुरुओं की श्रेणी कहाँ मिली है? सर एक्चुअली प्रोपोगंडा क्या है ना, नैरेटिव क्या है, वो उसको हाथ डालना पड़ेगा ना। मेरे को एक बात बताइए, जब जितने हम इस टाइम पोडियम पे बैठे हैं, जो व्यक्ति बैठे हैं, जिनके पास माइक भी है, माइक होल्डर भी है, जो भी है, और उसके संदर्भ में जो बात रखने वाले हैं, जैसे एक जॉम्बी आया, जॉम्बी ने आपकी बातों को कंपाइल किया, तो जॉम्बी गुरु थोड़ी ना बन गया। जॉम्बी भी तो उनका ही चेला होगा ना, जिसकी बात को मैं कंपाइल कर रहा हूँ। ये भी एक बार समझने वाली बात है। मैं समझ रहा हूँ। बड़ा सख्त सी बात कही है, कहीं की भावनाओं को चोट पहुंचेगी। अगर मैं किसी बुद्धिजीवियों की या महापुरुषों की वाणी को इकट्ठा कर रहा हूँ, तो बात समझिए। अच्छा, सॉरी टू इंटरप्ट यार, मेरे को ना बैक चैनल पे मैसेज आया, अगर जितने भी लोग हैं जुड़े हुए, एक व्यक्ति है नीचे, भिंडी नेशनल, इसकी डीपी जो है ये कह रहा है कि आप लोग पढ़ो, और ये व्यक्ति ने डीपी ली है, कहाँ से ली है, खालसा सुप्रीमेसी इंस्टाग्राम से, कि ये रावण को बढ़ा चढ़ाकर बता रहे हैं सिख रावण के कंग कर रहे हैं। नहीं सर, मैंने नहीं, मैं इन चक्रों में अभी जानना नहीं चाहता, क्योंकि मैंने ना अभी कुछ है, आज लास्ट डे है रामलीला जी का, तो उधर भी जाना है। मैं जस्ट इन्वॉल्व हुआ था आपके, क्योंकि सॉरी, मैं क्षमा चाहता हूँ कि इंटरप्ट किया होगा, या सडनली मैं घुसा हूँ इस रूम में अपनी बात रखने के लिए, क्योंकि वो कुछ टॉपिक ऐसा आपका चल रहा था, तो मेरे को लगा कि मेरे को कुछ कहना चाहिए, क्योंकि मैं भी एक सिख परिवार से बिलोंग करता हूँ, मेरी फैमिली सिख है, तो हम राजपूत हैं, क्षत्रिय राजपूत हैं हम, तो उसके बारे में बता रहा हूँ आपको। ये ऐसा है ना भी, ये अपने प्रोपोगंडा के हिसाब से कुछ भी कर सकते हैं यार, ये कुछ भी कर सकते हैं, कुछ भी। आपका कुछ भी सोच लो, वो हो जाएगा। आप सोचो क्या 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 फैलाना है, वो हो जाएगा। यही चक्कर है, और कुछ बात नहीं है। भी हम लोगों को जितनी डिबेट, जितनी डायलॉग्स हों, मैं आपसे सारे जो यहाँ पे जुड़े हुए हैं, जो आप सभी जो चिंतक हैं, यहाँ पे चिंतक हैं, बुद्धिजीवी नहीं है। बुद्धिजीवी होना भी नहीं चाहिए हर बंदे को। पता क्या है, हमारे पंजाब में ना बुद्धिजीवी कैसे हैं, क्राइम को भी ऑफेंस करने लग जाते हैं, सॉरी डिफेंसिव हो जाते हैं क्राइम के लिए भी। ऑफेंसिव बंदे को डिफेंसिव करते हैं ये लोग। जो क्राइम हमारी तो जो सनातनी विधि है, जो हम सिख हैं, वो तो कहता है जो गलत है तो गलत है, लेकिन ये गलत कहते नहीं। उसको ये मैं ना 2 मिनट डिफेंसिव कर ਤੁਹਾਡੀ ਗੱਲ
ਤੁਹਾਡੀ ਗੱਲ ਨੂੰ ਹੀ ਅੱਗੇ ਤੋਰਨ ਲਈ ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਯੋਗਦਾਨ ਪਾਊਂਗਾ। ਆਪਾਂ ਨੂੰ ਪਹਿਲਾਂ ਇਹ ਇੱਕ ਚੀਜ਼ ਸੋਚਣੀ ਪੈਣੀ ਹੈ, ਨਵਾਂ ਕੀ ਹੁੰਦਾ। ਜਦੋਂ ਵੀ ਆਪਾਂ ਗੱਲ ਕਰਦੇ ਹਾਂ ਨਾ ਕਿਸੇ ਨਵੇਂ ਚੀਜ਼ ਦੀ, ਜੀ ਮੰਨ ਲਓ ਕੋਈ ਥਿਊਰੀ ਆਈ ਅੱਜ ਦੇ ਡੇਟ ਦੇ ਵਿੱਚ, ਤੁਸੀਂ ਉਹਨੂੰ ਐਨਾਲਾਈਜ਼ ਕਰਨਾ ਹੈ ਨਾ, ਤੇ ਤੁਸੀਂ ਉਹਦੇ ਵਿੱਚੋਂ ਇਹ ਦੇਖੋ ਕਿ ਉਹਨੇ ਪੁਰਾਣੀਆਂ ਅਜ਼ੰਪਸ਼ਨਸ ਕੀ ਲਿੱਤੀਆਂ ਨੇ, ਜਾਂ ਪੁਰਾਣੀ ਕੋਈ ਚੀਜ਼ ਵਰਤੀ ਹੈ ਤੇ ਉਹਦੇ ਬੇਸ ਤੇ ਕੋਈ ਜੇ ਨਵੀਂ ਚੀਜ਼ ਦੱਸੀ ਹੈ ਤੇ ਹਨਾ, ਕਿ ਨਵਾਂ ਪੁਰਾਣੇ ਨਾਲ ਨਹੀਂ ਰਲਦਾ ਹੋ ਸਕਦਾ, ਉਹ ਤੋਂ ਵੱਖਰਾ ਹੋ ਸਕਦਾ। ਭਾਜੀ ਮੈਂ ਤੁਹਾਨੂੰ 2 ਮਿੰਟ ਮੈਨੂੰ ਗੱਲ ਕੰਪਲੀਟ ਕਰਨ ਦਿਓ। ਮੈਂ ਲੰਬਾ ਨਹੀਂ ਜਾਣਾ ਭਾਜੀ ਮੈਂ ਤੁਹਾਡੇ ਨਾਲੋਂ ਜ਼ਿਆਦਾ ਕਾਲਾ ਹਾਂ। ਮੈਂ ਤੁਹਾਡੇ ਨਾਲ ਇੱਕ ਤੁਹਾਨੂੰ ਨਾਲ ਗੱਲ ਇੰਟਰਪਟ ਕਰ ਰਿਹਾ, ਮੈਂ ਮਾਫੀ ਮੰਗਦਾ ਤੁਹਾਡੇ ਤੋਂ ਪਲੀਜ਼। ਨਹੀਂ ਮੈਂ ਤੁਹਾਡੀ ਗੱਲ ਨਹੀਂ ਕੱਟ ਰਿਹਾ, ਮੈਂ ਵਿੱਚ ਰੱਖ ਰਿਹਾ ਗੱਲ ਤੁਹਾਡੀ ਦੇ ਵਿੱਚ, ਕਿਉਂਕਿ ਇੱਥੇ ਵਜਨ ਪੈ ਜਾਣਾ, ਤੁਹਾਡੀ ਗੱਲ ਭਾਰੀ ਹੋ ਜਾਣੀ ਹੈ ਨਾਲ ਜਦੋਂ ਤੁਸੀਂ ਦੱਸੋਗੇ। ਅਸਲ ਦੇ ਵਿੱਚ ਭਾਜੀ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਜੇ ਤੁਸੀਂ ਬਾਬਾ ਬੁੱਢਾ ਕੱਢ ਦੋਗੇ ਤਾਂ ਜੱਟ ਸਾਰੇ ਸਮਾਪਤ ਹੋ ਜਾਂਦੇ ਹੋ। ਮੈਂ ਤੁਹਾਨੂੰ ਜੜ ਦੇਤੀ, ਠੀਕ ਆ। ਜਿਹੜੇ ਮੈਂ ਤੁਹਾਡੀ ਗੱਲ ਉਹ ਸਮਝ ਗਿਆ, ਕੋਈ ਨੀ, ਬਾਕੀਆਂ ਨੂੰ ਵੀ ਚਲੋ ਇਹ ਚੀਜ਼ ਕਰ ਲਓ। ਥੈਂਕ ਯੂ। ਮੈਂ ਇਹ ਗੱਲ ਰੱਖਣੀ ਸੀ ਕਿ ਮੈਂ ਸਿਰਾ ਜਿਹਾ ਦੱਸਣਾ ਹੁੰਦਾ ਵੀ ਫੜ ਲਿਓ ਤੁਸੀਂ ਉਹ ਚੀਜ਼ ਲੱਭ ਲਿਓ। ਬਿਲਕੁਲ ਜੀ ਬਿਲਕੁਲ। ਅੱਛਾ, ਮੈਂ ਇਹ ਕਹਿ ਰਿਹਾ ਸੀਗਾ ਕਿ ਜੇ ਹੁਣ ਮੰਨ ਲਓ ਕੋਈ ਵੀ ਇੱਕ ਕਿਤਾਬ ਹੈ, ਫਿਜ਼ਿਕਸ ਦੀ ਕਿਤਾਬ ਹੈ, ਉਹਦੇ ਵਿੱਚੋਂ ਜੇ ਅਸੀਂ ਪੁਰਾਣਾ ਸਾਰਾ ਕੁਛ ਕੱਢ ਦਈਏ ਤੇ ਉਹਦੇ ਵਿੱਚੋਂ ਨਵਾਂ ਕੁਛ ਨਿਕਲੇ ਨਾ, ਤਾਂ ਉਹਨੂੰ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਇਹ ਕੋਈ ਨਵੀਂ ਥਿਊਰੀ ਦਿੱਤੀ ਹੈ। ਸਮਝੇ ਮੇਰਾ ਪੁਆਇੰਟ? ਮੈਂ ਮਤਲਬ ਡਾਇਰੈਕਟ ਕਹਿਣਾ ਨਹੀਂ ਚਾਹੁੰਦਾ ਕਿ ਜੇ ਅਸੀਂ ਸਾਰਿਆਂ ਨੇ, ਕਿਸੇ ਨੇ ਕੋਈ ਆਪਣੀ ਫਿਲਾਸਫੀ ਦਿੱਤੀ ਹੈ, ਕਿਸੇ ਨੇ ਐਕਸ ਦਿੱਤੀ, ਕਿਸੇ ਨੇ ਵਾਈ ਥਿਊਰੀ ਦਿੱਤੀ ਹੈ ਮੈਨੇਜਮੈਂਟ ਦੇ ਵਿੱਚ, ਤੇ ਜੇ ਅਸੀਂ ਉਹ ਸਾਰੀਆਂ ਥਿਊਰੀਆਂ ਨੂੰ ਪਹਿਲਾਂ ਨੇ ਜਿਨ੍ਹਾਂ ਨੇ ਦਿੱਤੀਆਂ ਉਹਨਾਂ ਨੂੰ ਕੱਢ ਦਿਆਂਗੇ, ਜੇ ਪਿੱਛੇ ਕੁਝ ਨਵਾਂ ਬਚਦਾ ਹੀ ਨਹੀਂ ਤਾਂ ਉਹਨੂੰ ਨਵਾਂ ਕਿੱਦਾਂ ਕਿਹਾ ਜਾ ਸਕਦਾ? ਇੱਕ ਨਵੀਂ ਕਿਤਾਬ ਬਣਾਉਣ ਦਾ ਮਤਲਬ ਇਹ ਤੇ ਨਹੀਂ ਹੁੰਦਾ ਕਿ ਉਹਦੇ ਵਿੱਚ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਜਦੋਂ ਨਵੀਂ ਕਿਤਾਬ 'ਚ ਪਾ ਦਿਓ ਤੇ ਇਹ ਕਹਿ ਦਿਓ ਕਿ ਇਹ ਸਾਰੀਆਂ ਨਵੀਆਂ ਨੇ ਤੇ ਅਸੀਂ ਕੱਢੀਆਂ ਨੇ। ਉਹਨਾਂ ਨੂੰ ਇਹ ਚੀਜ਼ ਵੀ ਦੱਸਣੀ ਚਾਹੀਦੀ ਹੈ ਕਿ ਜੇ ਤੁਸੀਂ ਇਸ ਰਾਹ ਤੇ ਚੱਲੋਗੇ ਨਾ, ਤੇ ਜਿਹੜੇ ਪੁਰਾਣੇ ਆਥਰ ਨੇ ਜਿਨ੍ਹਾਂ ਨੇ ਆਪਣੀਆਂ ਥਿਊਰੀਜ਼ ਦਿੱਤੀਆਂ ਨੇ, ਚਾਹੇ ਉਹ ਪਰਮਾਤਮਾ ਦੇ ਸੰਦਰਭ 'ਚ ਹੈ, ਚਾਹੇ ਉਹ ਰਾਮ ਦੇ ਸੰਦਰਭ 'ਚ ਹੈ, ਉਹਨਾਂ ਨੂੰ ਕੱਢ ਦਿਓ। ਤੁਹਾਡੇ ਕੋਲ ਨਵਾਂ ਕੀ ਬਚਦਾ? ਕੁਛ ਵੀ ਨਹੀਂ ਬਚਣਾ ਉਹਦੇ ਵਿੱਚ, ਕਿਉਂਕਿ ਸਾਰਾ ਇਕੱਠਾ ਕੀਤਾ ਹੋਇਆ। ਇਟਸ ਲਾਈਕ ਅ ਕੰਪਾਈਲੇਸ਼ਨ ਆਫ ਸਾਰਾ ਥਾਟ ਜਿਹੜੇ ਨੇ ਆਲੇ ਦੁਆਲੇ ਦੇ ਅਲੱਗ-ਅਲੱਗ ਥਾਵਾਂ ਦੇ, ਈਸਟ ਦੇ, ਵੈਸਟ ਦੇ, ਸਾਊਥ ਦੇ, ਉਹਨਾਂ ਨੂੰ ਇਕੱਠਾ ਕਰਕੇ ਕੰਪਾਈਲ ਕਰਤਾ। ਤਾਂ ਉਹ ਕਹਿ ਦਿੱਤਾ ਗਿਆ ਕਿ ਬਹੁਤ ਸਾਡਾ ਯੂਨੀਕ ਸੀ, ਬਹੁਤ ਵੱਖਰਾ ਸੀ, ਅਸੀਂ ਨਵੇਂ ਸੀ। ਉਹ ਜਿੱਦਾਂ ਉਹ ਪੈਂਟਿੰਗ ਦੇ ਸ਼ੈਂਪੂ ਦੇ ਨਾ ਬੋਤਲ ਤੇ ਲਿਖਿਆ ਹੁੰਦਾ, ਉਹੀ ਸ਼ੈਂਪੂ, ਬਸ ਉੱਤੇ ਨਵੀਂ ਮੋਹਰ ਲਾਈ ਹੈ ਜਾਂ ਨਿਊ ਐਂਡ ਇੰਪਰੂਵਡ। ਭਾਜੀ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਤੋਂ ਟੋਕਦਾ, ਮੈਂ 1 ਮਿੰਟ ਲਈ ਟੋਕੂੰਗਾ ਬਸ। ਇੱਕ ਤੁਹਾਨੂੰ ਮੈਂ ਸਾਰਿਆਂ ਨੂੰ ਬੜੀ ਹਾਸੇ ਵਾਲੀ ਗੱਲ ਦੱਸ ਦਵਾਂ। ਮੈਂ ਦੂਜੇ ਗਰੁੱਪ 'ਚ ਗਿਆ ਸੀਗਾ, ਉਹ 'ਚ ਉਹਨਾਂ ਨੇ ਜਿਹੜਾ ਬਣਾਇਆ ਹੋਇਆ ਗਰੁੱਪ ਦਾ ਨਾਮ ਹੈਗਾ, 1 ਮਿੰਟ, ਉਹਦਾ ਹੈਗਾ ਆ ਲਖੀਮਪੁਰ ਖੇਰੀ ਵਟ ਇਜ਼ ਦੀ ਵੈਲਿਡਿਟੀ ਆਫ ਦਿਸ ਪ੍ਰੋਟੈਸਟ। ਤੇ ਉੱਥੇ ਲਿਖਿਆ ਹੋਇਆ ਵਾ, ਤੇ ਬੰਦੇ ਗੱਲ ਕਰਦੇ ਪਏ ਸੀ, ਕਹਿੰਦੇ ਉੱਥੇ ਨੇਪਾਲ ਦੇ ਕੋਲ ਕੋਈ ਨਦੀ ਆ ਜਿੱਥੇ ਕਿ ਸਾਰੀ ਖੇਤੀ ਹੋਣੀ ਚਾਹੀਦੀ ਆ, ਉੱਥੇ ਬੜੀ ਮਤਲਬ ਵਧੀਆ ਜ਼ਮੀਨ ਆ, ਇਹਦੇ ਵਾਸਤੇ ਰਾਈਸ ਵਗੈਰਾ ਸਾਰੇ ਵਧੀਆ ਉੱਥੇ ਬਣਦੇ ਆ, ਬਨਾਨਾ ਇਹ ਉਹ। ਇਹ ਖਾਲਿਸਤਾਨੀ ਹੈ, ਕਹਿੰਦਾ ਜੀ ਆਪਕੋ ਬਨਾਨਾ ਕੀ ਸਪੈਲਿੰਗ ਆਤੇ ਹੈ। ਉਹਨਾਂ ਨੇ ਉਹ ਗਾਲ ਕੱਢੀ, ਉਹਨੂੰ ਕਹਿੰਦਾ ਸਾਲਿਆ ਤੇਰਾ ਦਿਮਾਗ ਖਰਾਬ, ਇਹ ਕੀ ਕਹਿਣਾ ਪਿਆ, ਕਹਿੰਦਾ ਦੇਖ ਲਓ ਜੀ ਕਿੱਦਾਂ ਡੀਰੇਲ ਕਰਦੇ ਆ ਗਏ ਯਾਰ। ਉਹਨੂੰ ਕਹਿੰਦਾ ਤੈਨੂੰ ਕੇਲੇ ਦੇ ਸਪੈਲਿੰਗ ਆਉਂਦੇ ਆ? ਖਾਲਿਸਤਾਨੀ ਨੇ ਕਿਹਾ, खालिस्तानी आया तो ऊपर एक कहता अच्छा आप बनाना की बात कर रहे हो, आपको बनाना के स्पेलिंग आते हो? कहते यार की कौन आ, कहते तू यार कितना तो बदतमीज आदमी है, कहते कि तमीज ही नहीं है इस बंदे ਨੂੰ ਕਹਿੰਦੇ। ਅੱਛਾ ਭਾਜੀ ਤੁਹਾਨੂੰ ਮੈਂ ਦੱਸਾਂ, ਸਿੱਖ ਇਤਿਹਾਸ ਨਾ ਵੈਸਟਰਨ ਜਿਹੜੀ ਉਹ ਹੁੰਦੀ ਹੈ, ਕੀ ਕਹਿੰਦੇ ਲਿਟਰਲੀ ਇਹਨਾਂ ਦਾ ਜਿਸ ਤਰ੍ਹਾਂ ਨੋਵਲ ਵਗੈਰਾ ਲਿਖਦੇ ਆ, ਉਸ 'ਚ ਵੀ ਹੈਗਾ ਵਾ, ਸਾਨੂੰ ਪਤਾ ਹੀ ਨਹੀਂ ਇਸ ਚੀਜ਼ ਦਾ। ਤੁਸੀਂ ਸਭ ਨੇ ਨਾਮ ਸੁਣਿਆ ਜੀ ਵੈਲ ਹੈਲ ਸਿੰਘ, ਉਹੀ ਸੀਗਾ ਜੀ, ਉਹ ਸਿੰਘ ਹੈ। ਦੇਖੋ ਤੁਸੀਂ ਸਮਝਦੇ ਨੇ ਇਸ ਗੱਲ ਨੂੰ, ਮਤਲਬ ਇਹ ਲੋਕ ਕਿੰਨਾ ਮੰਨਦੇ ਆ ਚੀਜ਼ਾਂ ਨੂੰ। ਪਰ ਮੈਂ ਇੱਕ ਪੁਆਇੰਟ ਹੈ ਜਿਹਦੇ ਤੇ ਆਪਾਂ ਪਿੱਛੇ ਜੇ ਮਾੜਾ ਟੱਚ ਬੇਸ ਜਿਹਾ ਕੀਤਾ ਸੀਗਾ, ਆਈ ਡੋਨਟ ਨੋ ਕਿ ਆਫਤ ਜੀ ਇੱਥੇ ਹੈਗੀ ਹੈ ਕਿ ਨਹੀਂ, ਮੈਂ ਉਹਨਾਂ ਨੂੰ ਪੁੱਛਣਾ ਸੀਗਾ। ਆਈ ਥਿੰਕ ਉਹਨਾਂ ਨੇ ਕੀਤਾ ਵੀ ਸੀਗਾ ਇਹਦੇ ਤੇ ਇੱਕ ਕਾਫੀ ਟਾਈਮ ਪਹਿਲਾਂ ਮੈਂ ਦੇਖਿਆ ਸੀਗਾ।
ਬੰਦਾ ਸਿੰਘ ਬਹਾਦਰ ਜੀ ਆਪਾਂ ਕਹਿ ਦਿੰਦੇ ਆ, ਤੇ ਉਹਨਾਂ ਦਾ ਨਾਮ ਬੰਦਾ ਬੈਰਾਗੀ ਪੁਰਾਣਾ ਜੋ ਮੈਨੂੰ ਪਤਾ। ਇਹਨਾਂ ਨੇ ਅੰਮ੍ਰਿਤ ਕਦੋਂ ਛਕਿਆ ਸੀਗਾ ਤੇ ਕਿਉਂ ਇਹਨਾਂ ਦਾ ਨਾਮ ਚੇਂਜ ਹੋਇਆ, ਕਦੋਂ ਹੋਇਆ, ਕਿਉਂ ਕੀਤਾ ਗਿਆ, ਤੇ ਇਹਨਾਂ ਨੇ ਅੰਮ੍ਰਿਤ ਕਦੋਂ ਛਕਿਆ ਸੀਗਾ? ਇਹ ਮੇਰੇ ਕੁਐਸਚਨ ਨੇ। ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਈ। ਵੈਸੇ ਤਾਂ ਮੈਂ ਹਾਵਰ ਜੀ ਦੀ ਗੱਲ ਸੁਣੀ ਹੈ, ਬਟ ਕੀ ਇਹ ਕਿਤੇ ਲਿਖਿਆ ਕਿਸੇ ਇਤਿਹਾਸ ਦੇ ਵਿੱਚ, ਕਿਸੇ ਬੁੱਕ ਦੇ ਵਿੱਚ ਕਿ ਉਹਨਾਂ ਨੇ ਆਹ ਫਲਾਣੇ ਦਿਨ ਏਦਾਂ ਕੀਤਾ ਸੀਗਾ, ਅੰਮ੍ਰਿਤ ਛਕਿਆ ਸੀਗਾ ਤੇ ਉਸ ਤੋਂ ਬਾਅਦ ਨਾਮਕਰਨ ਚੇਂਜ ਹੋ ਗਿਆ? ਇਹ ਮੇਰਾ ਕੁਐਸਚਨ ਸੀ ਪੰਡਿਤ ਜੀ। ਜੇ ਤੁਹਾਨੂੰ ਕੋਈ ਇਹਦੇ ਬਾਰੇ ਨੌਲੇਜ ਹੈਗੀ ਹੈ ਤੇ ਜ਼ਰੂਰ ਦੱਸੋ। ਨਹੀਂ, ਉਹ ਤਾਂ ਕਰਮ ਸਿੰਘ ਹਿਸਟੋਰੀਅਨ ਤਾਂ ਲਿਖ ਕੇ ਗਿਆ ਵੀ ਉਹਨੇ ਅੰਮ੍ਰਿਤ ਨਹੀਂ ਸੀ ਛਕਿਆ। ਉਹ ਤਾਂ ਆਪਣੀ ਜਦੋਂ ਬੁੱਕ 'ਚ ਲਿਖ ਕੇ ਗਿਆ ਇਹਨਾਂ ਦਾ, ਤੇ ਫਿਰ ਹੋਰ ਉਦੋਂ ਵੱਡਾ ਪ੍ਰੂਫ ਕੀ ਚਾਹੀਦਾ? ਉਹ ਕਹਿੰਦਾ ਨਹੀਂ ਛਕਿਆ ਸੀ ਅੰਮ੍ਰਿਤ ਉਹਨੇ। ਤੇ ਫਿਰ ਉਹਨਾਂ ਨੂੰ ਅਸੀਂ ਸਿੰਘ ਉਹਨਾਂ ਦੇ ਨਾਮ 'ਚ ਕਿੱਦਾਂ ਜੁੜਿਆ? ਉਹ ਫਿਰ ਇਹਨਾਂ ਨੇ ਮਗਰੋਂ ਹੀ ਜੋੜਿਆ। ਪਹਿਲੇ ਪੁਰਾਣਿਆਂ 'ਚ ਕਿਤੇ ਵੀ ਨਹੀਂ ਹੈਗਾ, ਗ੍ਰੰਥਾਂ 'ਚ ਵੀ ਕਿਤੇ ਹੈ ਨੀਗਾ, ਹੁਣ ਤੱਕ ਹੈ ਨਹੀਂ ਸੀ। ਇਹ ਤਾਂ ਹੁਣ ਹੀ ਆ ਕੇ ਮੈਨੂੰ ਲੱਗਦਾ ਇਹਨਾਂ ਨੇ ਆ ਕੀਤੇ ਆ ਕੰਮ। ਪੁਰਾਣੇ ਤਾਂ ਕਿਤੇ ਬੰਦਾ ਬਰਾਗੀ, ਕਿਤੇ ਬੰਦਾ ਲਿਖਿਆ ਵਾ, ਕਿਤੇ ਬੰਦਾ ਬਰਾਗੀ ਲਿਖਿਆ ਵਾ, ਸਿੰਘ ਤਾਂ ਕਿਤੇ ਆਉਂਦਾ ਹੀ ਨਹੀਂ ਵਿੱਚ। ਠੀਕ ਆ ਜੀ। ਇਸ ਤਰ੍ਹਾਂ ਮੈਨੂੰ ਇੱਕ ਉਹ ਡਾਊਟ ਹੁੰਦਾ ਵਾ, ਕਹਿੰਦੇ ਮਾਤਾ ਗੁਜਰ ਕੌਰ ਕਹਿੰਦੇ ਹਾਂ, ਮਾਤਾ ਗੁਜਰ ਕੌਰ ਉਹ ਵਾਕਈ ਕੌਰ ਸੀਗੇ? ਨਹੀਂ, ਇਹ ਕਿਹਨੇ ਕਹਿਤਾ ਕੌਰ? ਮਾਤਾ ਗੁਜਰੀ ਜੀ ਆ, ਮਾਤਾ ਗੁਜਰੀ ਜੀ ਹੈ ਬਸ। ਕੱਲਾ ਮਗਰ ਜੀ ਲੱਗਦਾ, ਉਹ ਵੀ ਰਿਸਪੈਕਟ ਨਾ। ਅੱਛਾ, ਹਾਂ। ਨਹੀਂ, ਮੈਂ ਸੁਣਿਆ ਜੀ ਕਈ ਵਾਰ ਕੋਈ ਮਾਤਾ ਗੁਜਰ ਕੌਰ ਕਹਿੰਦੇ ਆ, ਮਾਤਾ ਗੁਜਰ ਕੌਰ। ਨਹੀਂ, ਫਿਰ ਤਾਂ ਜੀ ਆਹੀ ਗੱਲ ਹੈ। ਫਿਰ ਤਾਂ ਉਹ ਗੁਰੂ ਤੇਗ ਸਿੰਘ ਜੀ ਬਹਾਦਰ ਹੋ ਜਾਏਗਾ, ਹੈ ਨਾ ਜੀ, ਗੁਰੂ ਹਰ ਸਿੰਘ ਜੀ ਰਾਏ ਹੋ ਜਾਏਗਾ। ਇਸ ਤਰ੍ਹਾਂ ਦੇ ਜਿੰਨਾ ਮਰਜ਼ੀ ਚਲੀ ਜਾਓ ਪਿੱਛੇ। ਯਾਰ ਸਾਰੇ ਉਹ ਲਖੀਮਪੁਰ ਵਾਲੇ ਉਹਦੇ ਵਿੱਚ ਵੜ ਗਏ ਜਾ ਕੇ, ਕੋਈ ਇੱਥੇ ਗੱਲ ਹੀ ਨਹੀਂ। ਇੱਕ ਯਾਰ ਆਹ ਚੀਜ਼ ਵੀ ਹੈ ਨਾ ਜਿਹੜੀ, ਜਾਂ ਇੱਕ ਥਾਂ ਤੇ ਇਕੱਠੇ ਹੋ ਜਾਓ ਸਾਰੇ ਜਣੇ, ਏਦਾਂ ਨਹੀਂ। ਕੱਲ ਵੀ ਮੈਨੂੰ ਇੰਨੀ ਖਿੱਚ ਮਚਣ ਡਈ ਸੀ ਨਾ, 3 ਗਰੁੱਪ ਬਣਾ ਰੱਖੇ, ਉਹਦਾ ਕੋਈ ਮਤਲਬ ਨਹੀਂ। ਉਹ ਮੈਂ ਇਹ ਸੋਚਦਾ ਕਿ ਠੀਕ ਹੈ ਯਾਰ, ਜਿਹੜੇ ਫਿਰ ਇਹੋ ਜਿਹੇ ਲੰਡੂ ਨੇ ਉਹ ਫਿਰ ਜਾਣ, ਫਿਰ ਬਾਹਰ ਭੱਜੇ ਫਿਰਨ, ਕੋਈ ਚੱਕਰ ਨਹੀਂ।